ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਅੱਜ ਅਸੀਂ ਇਸ ਚੈਪਟਰ ਦਾ ਜਿਹੜਾ ਲਾਸਟ ਲੈਕਚਰ ਕਰਨ ਜਾ ਰਹੇ ਹਾਂ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਡੀ ਮੋਇਵਰਸ ਥਿਊਰਮ ਬਾਰੇ, ਟ੍ਰਾਂਸਡੈਂਟਲ ਫੰਕਸ਼ਨਸ ਬਾਰੇ ਤੇ ਫੰਡਾਮੈਂਟਲ ਥਿਊਰਮ ਆਫ ਅਲਜਬਰਾ ਦੇ ਬਾਰੇ। ਇਸ ਚੈਪਟਰ ਦਾ ਜਿਹੜਾ ਟੈਸਟ ਹੋਵੇਗਾ, ਜਿਹੜਾ ਕਿ ਸਾਡਾ ਫਸਟ ਟੈਸਟ ਹੈ ਇਸ ਸਿਲੇਬਸ ਦਾ, ਉਹ ਇਸ ਐਤਵਾਰ ਨੂੰ 19 ਫਰਵਰੀ ਨੂੰ ਹੀ ਮੈਂ ਜਿਹੜਾ ਹੈ ਅਪਲੋਡ ਕਰ ਦੇਵਾਂਗਾ ਟੈਲੀਗ੍ਰਾਮ ਚੈਨਲ ਦੇ ਉੱਪਰ। 150 ਪ੍ਰਸ਼ਨ ਹੋਣਗੇ ਤੇ 150 ਮਿੰਟਾਂ ਦੇ ਵਿੱਚ ਅਸੀਂ ਉਸਨੂੰ ਕੰਪਲੀਟ ਕਰਨਾ ਹੈ। ਤਾਂ ਜਿਹੜਾ ਟਾਈਮ ਸਾਨੂੰ ਦਿੱਤਾ ਜਾਵੇਗਾ ਉਹ ਮੈਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਤੁਹਾਨੂੰ ਟਾਈਮ ਦੱਸ ਦੇਵਾਂਗਾ ਕਿ ਮੈਂ ਕਿਸ ਟਾਈਮ 'ਤੇ ਜਿਹੜਾ ਉਹ ਟੈਸਟ ਅਪਲੋਡ ਕਰਾਂਗਾ। ਤਾਂ ਜਿਹੜਾ ਟਾਈਮ ਦਿੱਤਾ ਜਾਵੇਗਾ ਉਸੇ ਟਾਈਮ ਦੇ ਵਿੱਚ ਤੁਸੀਂ ਉਸ ਨੂੰ ਕੰਪਲੀਟ ਕਰਨਾ ਹੈ, ਤਾਂ ਕਿ ਸਾਡੀ ਸਪੀਡ ਜਿਹੜੀ ਹੈ ਸਾਨੂੰ ਪਤਾ ਲੱਗ ਸਕੇ ਕਿ ਅਸੀਂ 150 ਕੁਐਸਚਨ ਕਿੰਨੇ ਸਮੇਂ ਦੇ ਵਿੱਚ ਜਿਹੜਾ ਕੰਪਲੀਟ ਕਰ ਸਕਦੇ ਹਾਂ। ਇਹ ਜਿਹੜੇ 150 ਕੁਐਸਚਨਸ ਹੋਣਗੇ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਹੋਣਗੇ ਅਤੇ ਹਰ ਇੱਕ ਟੌਪਿਕ ਦੇ ਵਿੱਚੋਂ ਮੈਂ ਇੱਕ ਇੱਕ ਕੁਐਸਚਨ ਜਿਹੜਾ ਚੂਜ਼ ਕਰੂੰਗਾ, ਜਿਸ ਦੇ ਐਗਜ਼ਾਮ ਦੇ ਵਿੱਚ ਆਉਣ ਦੀ ਸੰਭਾਵਨਾ ਜਿਹੜੀ ਹੈ ਬਹੁਤ ਜ਼ਿਆਦਾ ਹੋਵੇਗੀ। ਲਾਸਟ ਈਅਰ ਦੇ ਕੁਐਸਚਨਸ ਦੇ ਵਿੱਚੋਂ ਲਗਾ ਲਓ ਜਾਂ ਫਿਰ ਜਿੰਨੇ ਵੀ ਮੇਰੇ ਕੋਲ ਇੰਪੋਰਟੈਂਟ ਕੁਐਸਚਨਸ ਨੇ ਇਸ ਚੈਪਟਰ ਦੇ, ਮੈਂ ਉਹ ਜਿਹੜੇ ਨੇ ਉਹ ਟੈਸਟ ਦੇ ਵਿੱਚ ਜਿਹੜੇ ਅਪਲੋਡ ਕਰੂੰਗਾ। ਤਾਂ ਤੁਸੀਂ ਉਹ ਟੈਸਟ ਜਿਹੜਾ ਹੈ ਜ਼ਰੂਰ ਦੇਣਾ ਹੈ। ਸ਼ਨੀਵਾਰ ਨੂੰ 18 ਫਰਵਰੀ ਨੂੰ ਮੈਂ ਤੁਹਾਨੂੰ ਟਾਈਮ ਦੱਸ ਦੇਵਾਂਗਾ ਕਿ ਕਿਸ ਟਾਈਮ 'ਤੇ ਮੈਂ ਉਹ ਟੈਸਟ ਜਿਹੜਾ ਹੈ ਅਪਲੋਡ ਕਰਾਂਗਾ। ਤਾਂ ਉਹ ਟੈਸਟ ਜਿਹੜਾ ਤੁਸੀਂ ਜ਼ਰੂਰ ਦੇਣਾ ਹੈ, ਤਾਂ ਕਿ ਤੁਸੀਂ ਆਪਣੇ ਆਪ ਨੂੰ ਵੀ ਪਰਖ ਸਕੋ ਵੀ ਅਸੀਂ ਕਿੰਨੇ ਟਾਈਮ ਦੇ ਵਿੱਚ ਕਿੰਨੇ ਪ੍ਰਸ਼ਨ ਸਹੀ ਕਰ ਸਕਦੇ ਹਾਂ, ਸਾਡੀ ਸਪੀਡ ਕੀ ਹੈ, ਜੋ ਕਿ ਬਹੁਤ ਜ਼ਰੂਰੀ ਹੈ ਰਾਜੇ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਇਸੇ ਚੀਜ਼ ਪਿੱਛੇ ਮਾਰ ਖਾ ਜਾਂਦੇ ਨੇ ਕਿ ਉਹ ਟੈਸਟ ਦੀ ਜਿਹੜੀ ਪ੍ਰੈਕਟਿਸ ਨਹੀਂ ਕਰਦੇ, ਉਸ ਚੀਜ਼ ਨੂੰ ਫੀਲ ਨਹੀਂ ਕਰਦੇ ਕਿ ਐਗਜ਼ਾਮ ਦੇ ਵਿੱਚ ਬੈਠ ਕੇ ਅਸੀਂ ਕੁਐਸਚਨਸ ਜਿਹੜੇ ਆ ਘੱਟ ਸਮੇਂ ਦੇ ਵਿੱਚ ਕਹਿ ਲਈਏ ਜਾਂ ਫਿਰ ਪੂਰੇ ਸਮੇਂ ਦੇ ਵਿੱਚ ਕਿੱਦਾਂ ਕੰਪਲੀਟ ਕਰਨੇ ਨੇ। ਤਾਂ ਤੁਸੀਂ ਇਹ ਟੈਸਟ ਨੂੰ ਜ਼ਰੂਰ ਜਿਹੜਾ ਦੇਣਾ ਹੈ। ਇਸ ਟੌਪਿਕ ਨਾਲ ਰਿਲੇਟਡ ਜੋ ਅੱਜ ਅਸੀਂ ਕਵਰ ਕਰਾਂਗੇ, ਜੋ ਵੀ ਤੁਹਾਡੇ ਡਾਊਟਸ ਨੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਤੇ ਚੈਨਲ ਨੂੰ ਜਿਹੜਾ ਰਾਜੇ ਸ਼ੇਅਰ ਕਰੋ, ਤਾਂ ਕਿ ਜਿਹੜੇ ਹੋਰ ਬੱਚਿਆਂ ਤੱਕ ਵੀ ਇਹ ਵੀਡੀਓ ਜਿਹੜੀ ਆ ਪਹੁੰਚ ਸਕਣ, ਜਿਹੜੇ ਕਿ ਤਿਆਰੀ ਕਰ ਰਹੇ ਨੇ ਮਾਸਟਰ ਕੇਡਰ ਦੀ ਜਾਂ ਫਿਰ ਲੈਕਚਰਰ ਪੰਜਾਬ ਕੇਡਰ ਦੀ। ਡੀ ਮੋਇਵਰਸ ਥਿਊਰਮ ਜਿਹੜੀ ਆ ਕਰਨ ਤੋਂ ਪਹਿਲਾਂ ਅਸੀਂ ਆਇਲਰਸ ਥਿਊਰਮ ਨੂੰ ਜਿਹੜਾ ਰਿਵਾਈਜ਼ ਕਰਾਂਗੇ। ਆਲਰੇਡੀ ਅਸੀਂ ਆਇਲਰਸ ਥਿਊਰਮ ਜਿਹੜੀ ਹੈ ਡਿਸਕਸ ਕੀਤੀ ਹੋਈ ਹੈ। ਡੀ ਮੋਇਵਰਸ ਥਿਊਰਮ ਦਾ ਬੇਸ ਹੈ ਆਇਲਰਸ ਥਿਊਰਮ। ਆਇਲਰਸ ਥਿਊਰਮ ਬਾਰੇ ਪਹਿਲਾਂ ਪੜ੍ਹਿਆ ਹੋਣਾ ਚਾਹੀਦਾ ਰਾਜੇ, ਫਿਰ ਹੀ ਆਪਾਂ ਡੀ ਮੋਇਵਰਸ ਥਿਊਰਮ ਜਿਹੜੀ ਆ ਸਮਝ ਸਕਾਂਗੇ ਚੰਗੇ ਤਰੀਕੇ ਦੇ ਨਾਲ। ਤਾਂ ਆਇਲਰਸ ਥਿਊਰਮ ਅਸੀਂ ਪੜ੍ਹੀ ਸੀ ਕਿ ਈ ਦੀ ਆਇਟਾ ਥੀਟਾ ਜਿਹੜਾ ਹੈ ਸਾਡੇ ਕੋਲ ਬਰਾਬਰ ਹੈ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਦੇ ਫਾਰ ਆਲ ਵੈਲਿਊ ਆਫ ਥੀਟਾ। ਅਸੀਂ ਇਹ ਆਲਰੇਡੀ ਡਿਸਕਸ ਕੀਤਾ ਸੀਗਾ ਆਇਲਰਸ ਥਿਊਰਮ ਦੇ ਵਿੱਚ। ਇੱਥੇ ਇੱਕ ਇੰਪੋਰਟੈਂਟ ਜਿਹੜੀ ਹੈ ਸਾਡੇ ਕੋਲ ਨੋਟੇਸ਼ਨ ਆ ਰਹੀ। ਨੋਟੇਸ਼ਨ ਸਾਡੇ ਕੋਲ ਕੀ ਹੈ ਕਿ ਜਿਹੜਾ ਅਸੀਂ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਨੂੰ ਲਿਖਦੇ ਹਾਂ ਈ ਦੀ ਆਇਟਾ ਥੀਟਾ, ਈ ਦੀ ਪਾਵਰ ਆਇਟਾ ਥੀਟਾ ਲਿਖਦੇ ਹਾਂ, ਤਾਂ ਅਸੀਂ ਕਾਸ ਥੀਟਾ ਪਲਸ ਆਇਟਾ ਥੀਟਾ ਨੂੰ ਰਾਜੇ ਸਿਸ ਥੀਟੇ ਨਾਲ ਵੀ ਜਿਹੜਾ ਰਿਪਰੈਜ਼ੈਂਟ ਕਰ ਸਕਦੇ ਹਾਂ। ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਦਾ ਜਿਹੜਾ ਮਤਲਬ ਹੈ ਉਹ ਸਿਸ ਥੀਟਾ ਵੀ ਹੈ। ਸੀ ਮਤਲਬ ਕਾਸ, ਆਈ ਮਤਲਬ ਆਇਟਾ, ਐਸ ਮਤਲਬ ਸਾਈਨ ਥੀਟਾ। ਤਾਂ ਇਸ ਤਰ੍ਹਾਂ ਇਹਨੂੰ ਯਾਦ ਰੱਖਣਾ, ਸਿਸ ਥੀਟਾ। ਤਾਂ ਇਸ ਤਰ੍ਹਾਂ ਵੀ ਅਸੀਂ ਇਹਨੂੰ ਕੀ ਕਰ ਸਕਦੇ ਹਾਂ, ਰਿਪਰੈਜ਼ੈਂਟ ਕਰ ਸਕਦੇ ਹਾਂ। ਤਾਂ ਰਾਜੇ ਜੇ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਈ ਦੀ ਪਾਵਰ ਆਇਟਾ ਥੀਟਾ ਦੇ ਬਰਾਬਰ ਵੀ ਹੈ ਅਤੇ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਸਿਸ ਥੀਟਾ ਦੇ ਬਰਾਬਰ ਵੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਿਸ ਥੀਟਾ ਹੈ ਉਹ ਈ ਦੀ ਪਾਵਰ ਆਇਟਾ ਥੀਟਾ ਦੇ ਬਰਾਬਰ ਵੀ ਹੈ। ਤਾਂ ਇਹਨਾਂ ਜਿਹੜੀਆਂ ਨੋਟੇਸ਼ਨਸ ਦੀ ਵਰਤੋਂ ਹੈ ਜੇ ਐਗਜ਼ਾਮ ਦੇ ਵਿੱਚ ਕੁਐਸਚਨਸ ਦੇ ਵਿੱਚ ਜਿਹੜਾ ਸੋਲਵ ਕਰਨ ਦੇ ਵਿੱਚ ਯੂਜ਼ ਹੁੰਦੇ ਹੈ। ਕਈ ਵਾਰ ਜਿਹੜੇ ਕੁਐਸਚਨਸ ਨੇ ਉਹ ਬਹੁਤ ਹੀ ਘੱਟ ਸਟੈਪਸ ਦੇ ਵਿੱਚ ਈ ਦੀ ਪਾਵਰ ਆਇਟਾ ਥੀਟਾ ਦੀ ਯੂਜ਼ ਕਰਕੇ ਹੋ ਜਾਂਦੇ ਹੈ। ਕਈ ਕੁਐਸਚਨ ਦੇ ਵਿੱਚ ਸਾਨੂੰ ਸਿਸ ਥੀਟਾ ਦੇ ਨਾਲ ਰਿਲੇਟਡ ਹੀ ਸਟੇਟਮੈਂਟ ਦਿੱਤੀ ਹੁੰਦੀ ਹੈ, ਤਾਂ ਉੱਥੇ ਘਬਰਾਉਣਾ ਨਹੀਂ ਹੈ। ਸਿਸ ਥੀਟਾ ਦਾ ਮਤਲਬ ਹੁੰਦਾ ਕਾਸ ਥੀਟਾ ਪਲਸ ਆਇਟਾ ਥੀਟਾ। ਹੁਣ ਕੁਝ ਇੰਪੋਰਟੈਂਟ ਜਿਹੜੀ ਵੈਲਿਊਜ਼ ਨੇ ਸਿਸ ਥੀਟਾ ਦੇ ਨਾਲ ਰਿਲੇਟਡ ਉਹ ਦੇਖ ਲੈਂਦੇ ਹਾਂ। ਤਾਂ ਸਾਨੂੰ ਪਤਾ ਲੱਗ ਗਿਆ ਵੀ ਸਿਸ ਥੀਟਾ ਜਿਹੜਾ ਹੈ ਉਹ ਬਰਾਬਰ ਹੁੰਦਾ ਹੈ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਦੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ, ਅਸੀਂ ਜੇ ਥੀਟਾ ਜਿਹੜਾ ਹੈ ਉਹ 0 ਡਿਗਰੀ ਸਬਸਟੀਟਿਊਟ ਕਰੀਏ ਤਾਂ ਸਾਡੇ ਕੋਲ ਸਿਸ ਜਿਹੜਾ ਹੈ 0 ਡਿਗਰੀ ਕਿੰਨਾ ਹੋਵੇਗਾ। ਸਿਸ 0 ਡਿਗਰੀ ਸਾਡੇ ਕੋਲ ਹੋਵੇਗਾ ਰਾਜੇ ਕਾਸ 0 ਪਲਸ ਆਇਟਾ ਸਾਈਨ 0, ਜਿਸ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 1। ਇਸੇ ਤਰ੍ਹਾਂ ਹੀ ਜਿਹੜੀਆਂ ਬਾਕੀ ਵੈਲਿਊਜ਼ ਨੇ ਐਂਗਲ ਦੀਆਂ ਉਹ ਵੀ ਅਸੀਂ ਫਾਈਂਡ ਆਊਟ ਕਰ ਲੈਂਦੇ ਹਾਂ। ਅਗਰ ਸਾਡੇ ਕੋਲ ਥੀਟਾ ਮੰਨ ਲਓ ਪਾਈ ਦੇ ਬਰਾਬਰ ਹੈ ਜਾਂ 180 ਡਿਗਰੀ ਦੇ ਬਰਾਬਰ ਹੈ, ਤਾਂ ਆਪਣੇ ਕੋਲ ਸਿਸ ਪਾਈ ਦੀ ਵੈਲਿਊ ਕਿੰਨੀ ਆ ਜਾਏਗੀ, ਉਹ ਆ ਜਾਏਗੀ ਕਾਸ ਪਾਈ ਪਲਸ ਆਇਟਾ ਸਾਈਨ ਪਾਈ। ਤਾਂ ਸਾਡੇ ਕੋਲ ਕਿੰਨਾ ਆਂਸਰ ਆ ਜਾਏਗਾ ਰਾਜੇ, ਉਹ ਆ ਜਾਏਗਾ -1 ਆ ਜਾਏਗਾ, ਕਿਉਂਕਿ ਸਾਈਨ ਪਾਈ 0 ਹੁੰਦਾ ਹੈ।
ਥਰਡ ਆਪਣੇ ਕੋਲ ਰਜੇ ਅਗਰ ਥੀਟਾ ਜਿਹੜਾ ਹੈ ਉਹ ਅਸੀਂ ਮੰਨ ਲਓ π/2 ਜਿਹੜਾ ਹੈ ਸਬਸਟੀਟਿਊਟ ਕੀਤਾ 90 ਡਿਗਰੀ ਤਾਂ ਸਿਸ π/2 ਦੀ ਜਿਹੜੀ ਵੈਲਿਊ ਅਸੀਂ ਯਾਦ ਰੱਖਣੀ ਹੈ, ਕਿਉਂਕਿ ਰਜੇ ਜਦੋਂ ਸਿਸ 0 ਡਿਗਰੀ ਲਿਖਿਆ ਹੋਇਆ ਤਾਂ ਤੁਹਾਨੂੰ ਡਾਇਰੈਕਟ ਉਹਦੀ ਵੈਲਿਊ 1 ਜਿਹੜੀ ਆ ਯਾਦ ਹੋਈ ਤਾਂ ਉੱਥੇ ਟਾਈਮ ਬਚਦਾ ਹੈ। ਜੇ ਸਿਸ ਪਾਈ ਤੁਹਾਡੇ ਕੋਲ ਲਿਖਿਆ ਹੋਇਆ ਉਹਦੀ ਵੈਲਿਊ -1 ਅਸੀਂ ਸਬਸਟੀਟਿਊਟ ਕਰ ਦਾਂਗੇ, ਸਾਡੇ ਕੋਲ ਸਮਾਂ ਬਚਦਾ ਹੈ। ਤਾਂ ਸਿਸ π/2 ਦੀ ਜਿਹੜੀ ਵੈਲਿਊ ਕਿੰਨੀ ਆ ਜਾਏਗੀ, ਉਹ ਆ ਜਾਏਗੀ cos π/2 ਪਲੱਸ ਆਇਟਾ ਸਾਈਨ π/2। ਤਾਂ ਇਹ ਆਪਣੇ ਕੋਲ ਕਿੰਨੀ ਆ ਜਾਏਗੀ ਰਜੇ ਆਇਟਾ, ਕਿਉਂਕਿ ਸਾਈਨ 90 ਡਿਗਰੀ ਜਿਹੜਾ ਹੁੰਦਾ ਹੈ 1 ਹੁੰਦਾ ਹੈ ਅਤੇ cos 90 ਡਿਗਰੀ ਜਿਹੜਾ 0 ਹੁੰਦਾ ਹੈ। ਇਹ ਆਲਰੇਡੀ ਤੁਹਾਨੂੰ ਪਤਾ ਹੈ। ਫੋਰਥ ਅਸੀਂ ਦੇਖ ਲੈਂਦੇ ਹਾਂ ਰਜੇ, ਫੋਰਥ ਹੈ ਸਾਡੇ ਕੋਲ ਕਿ ਅਸੀਂ ਜਿਹੜਾ ਥੀਟਾ ਹੈ ਉਹਨੂੰ -π/2 ਲਿਖੀਏ, ਯਾਨੀ ਕਿ ਫੋਰਥ ਕੁਆਡਰੈਂਟ ਦੇ ਵਿੱਚ ਪਹੁੰਚ ਗਈ ਗੱਲ। ਸਾਡੇ ਕੋਲ ਨੈਗੇਟਿਵ ਵਾਈ ਐਕਸਿਸ ਦੇ ਉੱਪਰ ਪਹੁੰਚ ਜੂਗੀ ਗੱਲ। ਤਾਂ ਰਜੇ ਆਪਣੇ ਕੋਲ ਕਿੰਨਾ ਆਊਗਾ, ਇਹ ਆ ਜਾਊਗਾ ਆਪਣੇ ਕੋਲ ਸਿਸ -π/2 ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜਾਏਗੀ, ਉਹ ਆ ਜਾਏਗੀ cos -π/2 ਅਤੇ ਸਾਨੂੰ ਪਤਾ ਹੈ cos -π/2 ਪਲੱਸ cos ਪਲੱਸ π/2 ਹੀ ਦੇ ਬਰਾਬਰ ਹੀ ਹੁੰਦਾ ਹੈ। ਲੇਕਿਨ ਅਗਰ ਸਾਈਨ ਮਾਈਨਸ ਥੀਟਾ ਤਾਂ ਉਹ ਮਾਈਨਸ ਜਿਹੜਾ ਅੱਗੇ ਆ ਜਾਂਦਾ, ਤਾਂ ਇਹ ਆ ਜਾਊ ਮਾਈਨਸ ਆਇਟਾ ਸਾਈਨ π/2। ਅਤੇ ਆਪਾਂ ਨੂੰ ਇਹ ਵੀ ਪਤਾ ਰਜੇ ਕਿ cos 90 ਡਿਗਰੀ ਜਿਹੜਾ ਹੁੰਦਾ ਹੈ ਆਪਣੇ ਕੋਲ ਕੀ ਹੁੰਦਾ ਹੈ 0 ਅਤੇ ਸਾਈਨ 90 ਡਿਗਰੀ ਕੀ ਹੁੰਦਾ ਹੈ 1। ਦਾ ਆਨਸਰ ਕਿੰਨਾ ਆ ਗਿਆ ਮਾਈਨਸ ਆਇਟਾ। ਤਾਂ ਰਜੇ ਸਿਸ 0 ਡਿਗਰੀ, ਸਿਸ ਪਾਈ ਡਿਗਰੀ, ਸਿਸ π/2, ਸਿਸ -π/2 ਇਹਨਾਂ ਦੀ ਜਿਹੜੀ ਵੈਲਿਊਜ਼ ਨੇ ਉਹ ਅਸੀਂ ਡਾਇਰੈਕਟ ਜਿਹੜੀਆਂ ਯਾਦ ਰੱਖਣੀਆਂ ਨੇ, ਕੁਐਸਚਨਸ ਦੇ ਵਿੱਚ ਯੂਜ਼ ਹੁੰਦੀਆਂ ਨੇ ਕਈ ਵਾਰ। ਤਾਂ ਇਹ ਜਿਹੜੀ ਸਿਸ ਦੀਆਂ ਚਾਰੇ ਵੈਲਿਊਜ਼ ਨੇ ਰਜੇ ਇਹਨਾਂ ਨੂੰ ਅਸੀਂ ਯਾਦ ਰੱਖਣਾ, ਡਾਇਰੈਕਟ ਕੁਐਸਚਨ ਦੇ ਵਿੱਚ ਯੂਜ਼ ਹੁੰਦੇ ਨੇ। ਹੁਣ ਅਸੀਂ ਸਿਸ ਥੀਟਾ ਨਾਲ ਜਾਂ ਫਿਰ ਕਹਿ ਸਕਦੇ ਹਾਂ ਸਿਸ ਦੇ ਨਾਲ ਰਿਲੇਟਡ ਜਿਹੜੇ ਕੁਝ ਰਿਜ਼ਲਟਸ ਜਿਹੜੇ ਨੇ ਉਹ ਡਿਸਕਸ ਕਰਾਂਗੇ। ਰਿਜ਼ਲਟਸ ਜਿਹੜੇ ਨੇ ਰਜੇ ਉਹ ਆਪਣੇ ਆਪ ਦੇ ਵਿੱਚ ਕੁਐਸਚਨ ਦਾ ਪਹਿਲਾ ਸਟੈਪ ਹੀ ਹੁੰਦੇ ਨੇ। ਸਾਨੂੰ ਜਦੋਂ ਕੋਈ ਕੁਐਸਚਨ ਜਿਹੜਾ ਸਟੇਟਮੈਂਟ ਦੇ ਵਿੱਚ ਦੇਖਣ ਨੂੰ ਮਿਲਦਾ, ਉਸ ਸਟੇਟਮੈਂਟ ਨੂੰ ਦੇਖ ਕੇ ਕਈ ਵਾਰ ਸਾਨੂੰ ਐਂ ਲੱਗਦਾ ਵੀ ਇਹ ਕੁਐਸਚਨ ਜਿਹੜਾ ਸਾਡੇ ਤੋਂ ਸੋਲਵ ਹੀ ਨਹੀਂ ਹੋਣਾ, ਸਾਡੇ ਤੋਂ ਇੱਕ ਸਟੈਪ ਅੱਗੇ ਵੀ ਨਹੀਂ ਵਧਿਆ ਜਾਣਾ। ਅਤੇ ਕਈ ਵਾਰ ਲੱਗਦਾ ਹੁੰਦਾ ਕਿ ਬਈ ਇੱਕ ਸਟੈਪ ਜੇ ਪਤਾ ਲੱਗ ਜੇ ਤਾਂ ਕੁਐਸਚਨ ਨੂੰ ਅਸੀਂ ਆਰਾਮ ਨਾਲ ਸੋਲਵ ਕਰ ਲਾਂਗੇ। ਤਾਂ ਜਿਹੜਾ ਉਹ ਇੱਕ ਸਟੈਪ ਹੈ ਨਾ ਰਜੇ, ਉਹ ਰਿਜ਼ਲਟਸ ਦੀ ਮਦਦ ਦੇ ਨਾਲ ਹੀ ਜਿਹੜਾ ਅਸੀਂ ਅੱਗੇ ਵੱਧ ਸਕਦੇ ਹਾਂ। ਤਾਂ ਰਿਜ਼ਲਟ ਜਿਹੜੇ ਨੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦੇ ਨੇ MCQs ਦੇ ਵਿੱਚ। ਪਹਿਲਾ ਰਿਜ਼ਲਟ ਹੈ ਸਾਡੇ ਕੋਲ ਜਿਹੜਾ ਸਿਸ ਥੀਟੇ ਨਾਲ ਰਿਲੇਟਡ ਹੈ, ਉਹ ਹੈਗਾ ਕਿ ਅਗਰ ਆਪਣੇ ਕੋਲ ਸਿਸ ਥੀਟਾ 1 ਦੀ ਮਲਟੀਪਲਾਈ ਸਿਸ ਥੀਟਾ 2 ਨਾਲ ਕਰ ਦਿੱਤੀ ਜਾਵੇ ਤਾਂ ਉਹ ਬਰਾਬਰ ਹੁੰਦਾ ਹੈ ਰਜੇ ਸਿਸ ਥੀਟਾ 1 ਪਲੱਸ ਥੀਟਾ 2 ਦੇ ਬਰਾਬਰ ਹੁੰਦਾ ਹੈ। ਐਗਜ਼ਾਮਪਲ ਜੇ ਆਪਣੇ ਕੋਲ ਕਹਿ ਦਿੱਤਾ ਜਾਵੇ ਕਿ ਫਾਈਂਡ ਕਰੋ ਸਿਸ ਥੀਟਾ 1 ਆਪਾਂ ਨੂੰ ਸਪੋਜ਼ ਦੇ ਰੱਖਿਆ ਪਾਈ ਅਤੇ ਸਿਸ ਆਪਾਂ ਨੂੰ ਕਹਿ ਦਿੱਤਾ ਜਾਵੇ π/2, ਤਾਂ ਆਪਣੇ ਕੋਲ ਕਿੰਨਾ ਜੋ ਸਿਸ ਪਾਈ ਪਲੱਸ π/2 ਕਿੰਨਾ ਆ ਗਿਆ ਆਪਣੇ ਕੋਲ ਸਿਸ 3π/2 ਆ ਗਿਆ। ਤਾਂ ਡਾਇਰੈਕਟ ਜਿਹੜਾ ਆਨਸਰ 6π3/2 ਜਿਹੜਾ ਤੁਹਾਨੂੰ MCQs ਦੀ ਜਿਹੜਾ ਆਪਸ਼ਨਸ ਦੇ ਵਿੱਚ ਦੇ ਰੱਖਿਆ ਹੋਇਆ ਹੁੰਦਾ ਹੈ। ਜੇਕਰ ਇਸ ਪ੍ਰੋਪਰਟੀ ਜਾਂ ਇਸ ਰਿਜ਼ਲਟ ਦੇ ਬੇਸਿਸ 'ਤੇ ਤੁਹਾਨੂੰ ਕੁਐਸਚਨ ਆਉਂਦਾ ਤਾਂ ਇਸ ਤਰ੍ਹਾਂ ਜਿਹੜਾ ਰਜੇ ਅਸੀਂ ਕੁਐਸਚਨ ਕਰਨ ਦੇ ਵਾਸਤੇ ਜਿਹੜਾ ਯੂਜ਼ ਕਰਨਾ ਹੈ ਇਸ ਰਿਜ਼ਲਟ ਨੂੰ। ਨਹੀਂ ਤਾਂ ਤੁਸੀਂ ਕੀ ਕਰੋਗੇ, ਸਿਸ ਪਾਈ ਦੀ ਵੈਲਿਊ ਫਾਈਂਡ ਆਊਟ ਕਰੋਗੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਹ ਫਾਰਮੂਲੇ ਦੇ ਵਿੱਚ ਸਬਸਟੀਟਿਊਟ ਕਰਕੇ, ਫਿਰ ਉਸ ਤੋਂ ਤੁਸੀਂ ਵੈਲਿਊ ਫਾਈਂਡ ਆਊਟ ਕਰੋਗੇ ਰਜੇ ਆਈ ਦੀ ਸਿਸ π/2 ਦੀ, ਫਿਰ ਉਹਨਾਂ ਨੂੰ ਆਪਸ 'ਚ ਮਲਟੀਪਲਾਈ ਕਰੋਗੇ। ਲੇਕਿਨ ਇਹ ਜਿਹੜਾ ਰਿਜ਼ਲਟ ਹੈ ਸਾਡੇ ਕੋਲ ਇਹ ਬਹੁਤ ਈਜ਼ੀ ਬਣਾ ਦਿੰਦਾ ਕਿਸੇ ਵੀ ਕੰਸੈਪਟ ਨੂੰ। ਤਾਂ ਇੱਥੋਂ ਜਿਹੜਾ ਰਜੇ ਤੁਸੀਂ ਕੁਐਸਚਨ ਜਿਹੜਾ ਯਾਦ ਸੋਲਵ ਕਰ ਸਕਦੇ ਹੋ ਇਸ ਰਿਜ਼ਲਟ ਨੂੰ ਯਾਦ ਕਰਕੇ। ਤਾਂ ਇਹ ਤਾਂ ਸੀ ਸਾਡੇ ਕੋਲ ਫਸਟ ਰਿਜ਼ਲਟ ਕਿ ਅਗਰ ਸਿਸ ਥੀਟਾ 1 ਇੰਟੂ ਸਿਸ ਥੀਟਾ 2 ਦੇ ਰੱਖਿਆ ਹੋਵੇ ਤਾਂ ਉਹ ਬਰਾਬਰ ਹੁੰਦਾ ਹੈ ਸਿਸ ਥੀਟਾ 1 ਪਲੱਸ ਥੀਟਾ 2 ਦੇ। ਨੈਕਸਟ ਜਿਹੜਾ ਸਾਡੇ ਕੋਲ ਰਿਜ਼ਲਟ ਹੈ ਰਜੇ ਉਹ ਹੈਗਾ ਕਿ ਅਗਰ ਡਿਵਾਈਡ 'ਚ ਹੋਣ ਸਿਸ ਥੀਟਾ 1 ਜਿਹੜਾ ਡਿਵਾਈਡਡ ਹੋਵੇ ਸਿਸ ਥੀਟਾ 2 ਦੇ ਨਾਲ, ਤਾਂ ਉਹ ਕੀ ਆ ਜਾਊਗਾ ਰਜੇ, ਉਹ ਆ ਜਾਊਗਾ ਸਿਸ ਥੀਟਾ 1 ਮਾਈਨਸ ਥੀਟਾ 2 ਦੇ ਇਕੁਅਲ। ਇਹਨਾਂ ਪ੍ਰੋਪਰਟੀਜ਼ ਜਾਂ ਫਿਰ ਇਹਨਾਂ ਰਿਜ਼ਲਟ ਦੇ ਜਿਹੜੇ ਪ੍ਰੂਫ ਵੀ ਬਹੁਤ ਈਜ਼ੀ ਨੇ ਰਜੇ। ਪ੍ਰੂਫ ਮੈਂ ਇਸ ਕਰਕੇ ਨਹੀਂ ਕਰਵਾਊਂਗਾ ਕਿਉਂਕਿ ਉਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ, ਸਾਨੂੰ ਸਿਰਫ ਰਿਜ਼ਲਟ ਹੀ ਯਾਦ ਰੱਖਣੇ ਆ। ਲੇਕਿਨ ਮੈਂ ਤੁਹਾਨੂੰ ਅਗਰ ਦੱਸਾਂ ਕਿ ਤੁਸੀਂ ਪ੍ਰੂਫ ਵੀ ਜੇ ਅਗਰ ਕਰਕੇ ਦੇਖਣਾ ਹੈ ਤਾਂ ਤੁਸੀਂ ਪ੍ਰੂਫ ਕਿਸ ਤਰ੍ਹਾਂ ਕਰ ਸਕਦੇ ਹੋ। ਤਾਂ ਅਸੀਂ LHS ਜਿਹੜੀ ਆ ਮੰਨ ਲਓ ਉਹ ਲੈ ਲਿੱਤੀ ਇਸ ਪਹਿਲੇ ਰਿਜ਼ਲਟ ਦੀ। ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਰਜੇ ਸਿਸ ਥੀਟਾ 1 ਨੂੰ ਅਸੀਂ ਕੀ ਲਿਖ ਸਕਦੇ ਹਾਂ, ਅਸੀਂ ਲਿਖ ਸਕਦੇ ਹਾਂ E ਦੀ ਫਾਰਮ ਦੇ ਵਿੱਚ। ਤਾਂ ਜਿੰਨੇ ਵੀ ਰਿਜ਼ਲਟ ਨੇ ਤੁਸੀਂ E ਦੀ ਫਾਰਮ ਦੇ ਵਿੱਚ ਜਿਹੜੇ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹੋ। ਆਇਲਸ ਥਿਊਰਮ ਜਿਹੜੀ ਹੈ ਰਜੇ ਬਹੁਤ ਹੀ ਜ਼ਿਆਦਾ ਜਿਹੜਾ ਕੁਐਸਚਨ ਨੂੰ ਈਜ਼ੀ ਬਣਾ ਦਿੰਦੀ ਹੈ। ਜਦੋਂ ਅਸੀਂ ਕਿਸੇ ਵੀ ਟ੍ਰਿਗਨੋਮੈਟਰੀਕਲ ਫੰਕਸ਼ਨ ਨੂੰ ਦੇਖਦੇ ਹਾਂ ਉਸ ਨੂੰ ਅਸੀਂ E ਦੀ ਆਇਟਾ ਥੀਟਾ ਦੇ ਵਿੱਚ ਲਿਖ ਸਕਦੇ ਹਾਂ ਜਾਂ ਫਿਰ ਸਿਸ ਥੀਟਾ ਦੀ ਫਾਰਮ ਦੇ ਵਿੱਚ, ਤਾਂ ਉਹਦੇ ਨਾਲ ਕੁਐਸਚਨ ਬਹੁਤ ਈਜ਼ੀ ਹੋ ਜਾਂਦਾ। ਜਦੋਂ ਅਸੀਂ ਕਰਾਂਗੇ ਕੁਐਸਚਨ ਤੁਹਾਨੂੰ ਇਸ ਗੱਲ ਦਾ ਵੀ ਅੰਦਾਜ਼ਾ ਹੋ ਜਾਏਗਾ। ਤਾਂ ਸਿਸ ਥੀਟਾ 1 ਨੂੰ ਅਸੀਂ ਕੀ ਲਿਖ ਸਕਦੇ ਹਾਂ E ਦੀ ਪਾਵਰ ਆਇਟਾ ਥੀਟਾ 1, ਸਿਸ ਥੀਟਾ 2 ਨੂੰ ਕੀ ਲਿਖ ਸਕਦੇ ਹਾਂ E ਦੀ ਪਾਵਰ ਆਇਟਾ ਥੀਟਾ 2। ਬੇਸ ਸੇਮ ਹੈ ਤਾਂ ਪਾਵਰਾਂ ਕੀ ਹੋ ਜਾਣਗੀਆਂ ਐਡ ਥੀਟਾ 1 ਪਲੱਸ
ਥੀਟਾ 2 ਆ ਗਿਆ ਤਾਂ E ਦੀ ਆਇਟਾ ਥੀਟਾ 1 ਪਲੱਸ ਥੀਟਾ 2 ਨੂੰ ਦੁਬਾਰਾ ਸਿਸ ਦੀ ਫਾਰਮ 'ਚ ਲਿਖਾਂਗੇ ਤਾਂ ਆਪਣੇ ਕੋਲ ਕਿੰਨਾ ਆਜੂ ਸਿਸ ਥੀਟਾ 1 ਪਲੱਸ ਥੀਟਾ 2 ਤਾਂ ਇੱਥੋਂ ਆਪਣੇ ਕੋਲ ਜਿਹੜਾ ਹੈ ਆ ਫਸਟ ਜਿਹੜਾ ਰਿਜ਼ਲਟ ਆਪਣੇ ਕੋਲ ਪ੍ਰੂਵ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਤੁਸੀਂ E ਦੀ ਪਾਵਰ ਆਇਟਾ ਥੀਟਾ ਦੀ ਹੈਲਪ ਦੇ ਨਾਲ ਇਸ ਨੋਟੇਸ਼ਨ ਦੀ ਹੈਲਪ ਦੇ ਨਾਲ ਜਿਹੜਾ ਤੁਸੀਂ ਇਹਨਾਂ ਪ੍ਰੋਪਰਟੀਜ਼ ਨੂੰ ਇਹਨਾਂ ਰਿਜ਼ਲਟ ਨੂੰ ਜਿਹੜਾ ਪ੍ਰੂਵ ਕਰ ਸਕਦੇ ਹੋ ਤੇ ਇਹਨਾਂ ਦੀ ਵਰਤੋਂ ਜਿਹੜੀ ਹੈ ਕੁਐਸਚਨ ਦੇ ਵਿੱਚ ਰਜੇ ਆਪਣੀ ਡਾਇਰੈਕਟ ਹੋਣੀ ਹੈ। ਇਸ ਕਰਕੇ ਮੈਂ ਸਾਰੇ ਪ੍ਰੂਫ ਜਿਹੜੇ ਆ ਨਹੀਂ ਕਰਵਾ ਰਿਹਾ, ਤੁਸੀਂ ਖੁਦ ਵੀ ਇਹਨਾਂ ਨੂੰ ਕਰਕੇ ਦੇਖ ਸਕਦੇ ਹੋ। ਥਰਡ ਜਿਹੜੀ ਆਪਣੇ ਕੋਲ ਰਿਜ਼ਲਟ ਆ ਰਜੇ ਉਹ ਇਹ ਹੈ ਕਿ ਜੇ ਅਗਰ ਸਾਡੇ ਕੋਲ ਸਿਸ ਥੀਟਾ ਡਿਨੋਮੀਨੇਟਰ 'ਚ ਦਿੱਤਾ ਹੋਵੇ, ਸਿਸ ਥੀਟਾ ਡਿਨੋਮੀਨੇਟਰ 'ਚ ਦਿੱਤਾ ਹੋਵੇ ਤਾਂ ਉਹ ਸਿੰਪਲੀ ਬਰਾਬਰ ਹੁੰਦਾ ਹੈ ਸਿਸ ਮਾਈਨਸ ਥੀਟਾ ਦੇ। ਇਹਨੂੰ ਵੀ ਤੁਸੀਂ ਜਿਹੜਾ E ਦੀ ਪਾਵਰ ਆਇਟਾ ਥੀਟਾ ਨਾਲ ਜਿਹੜਾ ਪ੍ਰੂਵ ਕਰਕੇ ਦੇਖ ਸਕਦੇ ਹੋ। ਨੈਕਸਟ ਰਿਜ਼ਲਟ ਆਪਣੇ ਕੋਲ ਫੋਰਥ ਰਿਜ਼ਲਟ ਕਹਿੰਦਾ ਭਾਈ ਜੇ ਆਪਣੇ ਕੋਲ ਸਿਸ ਥੀਟਾ ਦੀ ਪਲੱਸ ਕਰ ਦਿੱਤਾ ਜਾਵੇ ਸਿਸ ਮਾਈਨਸ ਥੀਟਾ ਦੇ ਨਾਲ ਤਾਂ ਕੀ ਆਵੇਗਾ। ਹੁਣ ਦੇਖੋ ਸਿਸ ਥੀਟਾ ਦੀ ਜਿਹੜੀ ਵੈਲਿਊ ਹੈ ਆਪਣੇ ਕੋਲ ਸਿਸ ਥੀਟਾ ਦੀ ਜਿਹੜੀ ਵੈਲਿਊ ਹੈ ਉਹ ਆਪਣੇ ਕੋਲ ਕੀ ਹੈ, ਉਹ ਹੈ ਕਾਸ ਥੀਟਾ ਪਲੱਸ ਆਇਟਾ ਸਾਈਨ ਥੀਟਾ ਤੇ ਸਿਸ ਮਾਈਨਸ ਥੀਟਾ ਦੀ ਜਿਹੜੀ ਵੈਲਿਊ ਹੈ ਉਹ ਆਪਣੇ ਕੋਲ ਹੈ ਕਾਸ ਮਾਈਨਸ ਥੀਟਾ ਪਲੱਸ ਆਇਟਾ ਸਾਈਨ ਮਾਈਨਸ ਥੀਟਾ। ਹੁਣ ਰਾਜੇ ਮਾਈਨਸ ਥੀਟਾ ਦਾ ਕਾਸ 'ਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ, ਲੇਕਿਨ ਸਾਈਨ 'ਤੇ ਜਿਹੜਾ ਬਹੁਤ ਬੁਰਾ ਅਸਰ ਹੁੰਦਾ ਉਹ ਨੈਗੇਟਿਵ ਹੋ ਜਾਂਦਾ ਤਾਂ ਸਿਸ ਮਾਈਨਸ ਥੀਟਾ ਆਪਣੇ ਕੋਲ ਕਿੰਨਾ ਆ ਗਿਆ ਕਾਸ ਥੀਟਾ ਮਾਈਨਸ ਆਇਟਾ ਸਾਈਨ ਥੀਟਾ। ਤੇ ਜਦੋਂ ਅਸੀਂ ਇੱਥੇ ਵੈਲਿਊ ਸਬਸਟੀਟਿਊਟ ਕਰਾਂਗੇ ਤੇ ਉਹਨਾਂ ਨੂੰ ਐਡ ਕਰਾਂਗੇ ਤਾਂ ਸਾਡੇ ਕੋਲ ਕੀ ਆਨਸਰ ਆ ਜਾਏਗਾ। ਜਦੋਂ ਐਡ ਕਰਾਂਗੇ ਰਾਜੇ ਤਾਂ ਆਪਣੇ ਕੋਲ ਆਹ ਜਿਹੜੀ ਟਰਮਸ ਨੇ ਕੈਂਸਲ ਆਊਟ ਹੋ ਜਾਣਗੀਆਂ, ਕੀ ਬਚੇਗਾ ਕਾਸ ਥੀਟਾ ਪਲੱਸ ਕਾਸ ਥੀਟਾ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਊਗਾ 2 cos ਥੀਟਾ। ਤਾਂ ਡਾਇਰੈਕਟ ਜਿਹੜਾ ਹੈ ਰਾਜੇ ਕੁਐਸਚਨ ਡਾਇਰੈਕਟ ਆਇਆ ਸੀ ਇਸ ਫੋਰਥ ਸਟੇਟਮੈਂਟ ਦਾ ਯੂਜ਼ ਕਰਦੇ ਹੋਏ। ਉਹਨਾਂ ਨੇ ਸਟੇਟਮੈਂਟ 'ਚ ਲਿਖਿਆ ਸੀ ਕਿ ਸਿਸ ਥੀਟਾ ਪਲੱਸ ਸਿਸ ਮਾਈਨਸ ਥੀਟਾ ਇਜ਼ ਇਕੁਅਲ ਟੂ ਕੁਐਸਚਨ ਮਾਰਕ। ਤਾਂ ਡਾਇਰੈਕਟ ਤੁਸੀਂ ਉਹਦਾ ਆਨਸਰ ਜਿਹੜਾ ਆਪਸ਼ਨ 'ਚੋਂ 2 cos ਥੀਟਾ ਚੂਜ਼ ਕਰਕੇ ਇੱਕ ਨੰਬਰ ਜਿਹੜਾ ਆਸਾਨੀ ਨਾਲ ਆਪਾਂ ਨੂੰ ਮਿਲ ਸਕਦਾ ਸੀ। ਤਾਂ ਇੱਦਾਂ ਰਾਜੇ ਜਿਹੜੇ ਰਿਜ਼ਲਟ ਨੇ ਉਹ ਕਈ ਵਾਰ ਡਾਇਰੈਕਟ ਵੀ ਪੁੱਛ ਲੈਂਦੇ ਨੇ ਤਾਂ ਇਹਨਾਂ ਨੂੰ ਬਹੁਤ ਬੜੇ ਹੀ ਧਿਆਨ ਦੇ ਨਾਲ ਯਾਦ ਕਰਨਾ, ਪ੍ਰੈਕਟਿਸ ਕਰਨਾ ਹੈ। ਨੈਕਸਟ ਸਾਡੇ ਕੋਲ ਹੈ ਕਿ ਅਗਰ ਸਿਸ ਥੀਟਾ ਨੂੰ ਮਾਈਨਸ ਕਰ ਦਿੱਤਾ ਜਾਵੇ ਸਿਸ ਮਾਈਨਸ ਥੀਟਾ ਦੇ ਨਾਲ ਤਾਂ ਸਾਡੇ ਕੋਲ ਕੀ ਆਨਸਰ ਆਏਗਾ। ਹੁਣ ਦੇਖੋ ਰਾਜੇ ਆ ਸਿਸ ਮਾਈਨਸ ਥੀਟਾ ਇਹ ਆਪਣੇ ਕੋਲ ਸਿਸ ਥੀਟਾ, ਇਹਨਾਂ ਦੋਨਾਂ ਨੂੰ ਸਬਟਰੈਕਟ ਕਰਾਂਗੇ ਤਾਂ ਸਾਡੇ ਕੋਲ ਆਇਟਾ ਸਾਈਨ ਥੀਟਾ ਜਿਹੜਾ ਆ ਮਾਈਨਸ ਦਾ ਇਹ ਪਲੱਸ ਬਣ ਜੂਗਾ, ਕਾਸ ਥੀਟਾ ਕੀ ਬਣ ਜੂ ਮਾਈਨਸ, ਤਾਂ ਆ ਟਰਮ ਕੀ ਹੋ ਜਾਣਗੇ ਕੈਂਸਲ ਤੇ ਇਹ ਦੋਨੇ ਕੀ ਹੋ ਜਾਣਗੇ ਐਡ, ਤਾਂ ਐਡ ਹੋ ਕੇ ਕੀ ਬਣ ਜੂ 2 ਆਇਟਾ ਸਾਈਨ ਥੀਟਾ। ਤਾਂ ਇਸ ਤਰ੍ਹਾਂ ਜਿਹੜੇ ਨੇ ਇਹ ਰਿਜ਼ਲਟ ਜਿਹੜੇ ਨੇ ਤੁਸੀਂ ਯਾਦ ਰੱਖਣੇ ਨੇ ਰਾਜੇ, ਬਹੁਤ ਹੀ ਈਜ਼ੀ ਨੇ। ਜਦੋਂ ਅਸੀਂ ਕੁਐਸਚਨ ਨੂੰ ਹੱਲ ਕਰਾਂਗੇ ਮੈਂ ਜਿਹੜਾ ਟੈਸਟ ਪਾਊਂਗਾ ਉਹਨਾਂ ਵਿੱਚ ਮੈਕਸਿਮਮ ਕੁਐਸਚਨ ਇਹੋ ਜਿਹੇ ਹੋਣਗੇ ਜਿਹੜੇ ਰਿਜ਼ਲਟ ਜਿਹੜੇ ਯੂਜ਼ ਕਰਕੇ ਆਪਣੇ ਕੋਲ ਸੋਲਵ ਆਊਟ ਹੋਣਗੇ। ਟੈਲੀਗ੍ਰਾਮ ਚੈਨਲ ਦੇ ਉੱਤੇ ਨਾ ਮੈਂ ਰਾਜੇ ਇੱਕ ਕੁਐਸਚਨ ਸ਼ੇਅਰ ਕੀਤਾ ਸੀ ਕੁਇਜ਼, ਤਾਂ ਉਹ ਕੁਐਸਚਨ ਸੀ ਕਿ ਫਾਈਂਡ ਦਾ ਰੀਜਨ ਆਫ ਆਰਗੂਮੈਂਟਸ ਪਲੇਨ ਸੈਟਿਸਫਾਈਂਗ ਦਾ ਕੰਡੀਸ਼ਨ ਆਰਗੂਮੈਂਟ ਆਫ z-2 ਡਿਵਾਈਡਡ ਬਾਈ z-6 ਇਜ਼ ਇਕੁਅਲ ਟੂ 2π ਦੇ। ਤਾਂ ਕਿ ਆਪਣੇ ਕੋਲ ਇਹਦੀਆਂ ਜਿਹੜੀਆਂ ਆਪਸ਼ਨ ਸੀ ਸਰਕਲ, ਸਟ੍ਰੇਟ ਲਾਈਨ, ਐਲਿਪਸ ਤੇ ਨਨ ਆਫ ਦੀਜ਼। ਤਾਂ ਕੁਝ ਕੁ ਬੱਚੇ ਨੇ ਜਿਨ੍ਹਾਂ ਨੇ ਸਰਕਲ ਟਿਕ ਕੀਤਾ, ਉਸ ਤੋਂ ਜ਼ਿਆਦਾ ਬੱਚਿਆਂ ਨੇ ਐਲਿਪਸ ਤੇ ਮੈਕਸਿਮਮ ਬੱਚਿਆਂ ਨੇ ਸਟ੍ਰੇਟ ਲਾਈਨ ਜਿਹੜਾ ਉਹ ਟਿਕ ਕੀਤਾ ਗਾ ਤੇ ਨਨ ਆਫ ਦੀਜ਼ ਵੀ 1-2 ਬੱਚਿਆਂ ਨੇ ਜਿਹੜਾ ਉਹ ਸਿਲੈਕਟ ਕੀਤਾ ਸੀ ਉਹਨਾਂ ਦਾ ਆਨਸਰ। ਤਾਂ ਰਾਜੇ ਮੈਂ ਆਲਰੇਡੀ ਜਿਹੜਾ ਹੈ ਆਪਾਂ ਲੈਕਚਰ ਜਿਹੜਾ ਲਾਸਟ ਕੀਤਾ ਸੀਗਾ ਉਹ ਆਪਣਾ ਜਮੈਟਰੀ ਆਫ ਕੰਪਲੈਕਸ ਨੰਬਰ ਦਾ, ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਇਸ ਤਰ੍ਹਾਂ ਦੀ ਜਦੋਂ ਆਪਣੇ ਕੋਲ ਜਿਹੜੀ ਇਕੁਏਸ਼ਨ ਦਿੱਤੀ ਹੋਵੇ ਜਿਹਦੇ ਵਿੱਚ ਆਰਗੂਮੈਂਟ ਜਿਹੜਾ ਹੋਵੇ z-1 ਡਿਵਾਈਡਡ ਬਾਈ z-2 ਜੇ ਅਗਰ ਉਹ ਬਰਾਬਰ ਹੈ n ਮਲਟੀਪਲ ਆਫ ਪਾਈ ਦੇ ਤਾਂ ਅਸੀਂ ਕਿਹਾ ਸੀਗਾ ਕਿ ਉਹ ਆਪਾਂ ਨੂੰ ਕਿਸ ਦੀ ਇਕੁਏਸ਼ਨ ਹੈ ਸਟ੍ਰੇਟ ਲਾਈਨ ਦੀ। ਜੇ ਉਹ ਬਰਾਬਰ ਨਹੀਂ ਹੈ n ਮਲਟੀਪਲ ਆਫ ਪਾਈ ਦੇ ਤਾਂ ਆਪਾਂ ਕਿਹਾ ਸੀ ਇਕੁਏਸ਼ਨ ਆਫ ਕੀ ਹੈ ਸਰਕਲ ਦੇ ਹੈ। ਤਾਂ ਰਾਜੇ ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੈ ਉਹ ਆਪਾਂ ਪੇਪਰ ਦੇ ਵਿੱਚ ਤਾਂ ਹੱਲ ਨਹੀਂ ਕਰ ਸਕਦੇ, ਜਦ ਕਿ ਸਾਨੂੰ ਜਿਹੜੀਆਂ ਆਪਸ਼ਨ ਆ ਉਹਨਾਂ ਵਿੱਚ ਜਿਹੜੀ ਡਾਇਗਰਾਮਸ ਨੇ ਉਹ ਸਾਰੀਆਂ ਜਿਹੜੀਆਂ ਸ਼ੇਪਸ ਨੇ ਉਹ ਡਿਫਰੈਂਟ ਦੇ ਰੱਖੀਆਂ ਨੇ, ਐਲਿਪਸ ਦੇ ਰੱਖਿਆ, ਸਟ੍ਰੇਟ ਲਾਈਨ ਦੇ ਰੱਖਿਆ, ਸਰਕਲ ਦੇ ਰੱਖਿਆ। ਤਾਂ ਇਸ ਕੇਸ ਦੇ ਵਿੱਚ ਰਾਜੇ ਆਪਾਂ ਡਾਇਰੈਕਟ ਉਹ ਜਿਹੜਾ ਰਿਜ਼ਲਟ ਯੂਜ਼ ਕਰਕੇ ਇੱਥੇ ਆਨਸਰ ਸਟ੍ਰੇਟ ਲਾਈਨ ਟਿਕ ਕਰ ਸਕਦੇ ਸੀ, ਪਰ ਪਤਾ ਨਹੀਂ ਕਿਉਂ ਬੱਚੇ ਨੇ ਐਲਿਪਸ ਤੇ ਸਰਕਲ ਜਾਂ ਫਿਰ ਨਨ ਆਫ ਦੀਸ ਕਿਉਂ ਟਿਕ ਕੀਤਾ, ਸ਼ਾਇਦ ਉਹਨਾਂ ਨੇ ਲੈਕਚਰ ਜਿਹੜਾ ਨਹੀਂ ਸੁਣਿਆ ਹੋਣਾ। ਤਾਂ ਰਾਜੇ ਇਸ ਨੂੰ ਅਗਰ ਆਪਾਂ ਕੁਐਸਚਨ ਨੂੰ ਕਰਨਾ ਹੋਵੇ ਡਿਟੇਲ ਦੇ ਵਿੱਚ ਜਾਂ ਫਿਰ ਰਾਜੇ ਤੁਹਾਡੇ ਕੋਲ ਜਿਹੜੀਆਂ ਆਪਸ਼ਨਸ ਨੇ ਇਹ ਆਪਸ਼ਨਸ ਜਿਹੜੀਆਂ ਨੇ ਚੇਂਜ ਕਰ ਦਿੱਤੀਆਂ ਜਾਣ, ਆਪਸ਼ਨ ਸਾਡੇ ਕੋਲ ਸਪੋਜ਼ ਕਰ ਦਿੱਤੀਆਂ ਜਾਣ, ਇਹ ਆਪਸ਼ਨ ਕਰ ਦਿੱਤੀ ਜਾਵੇ x ਐਕਸਿਸ, ਬੀ ਆਪਸ਼ਨ ਸਾਡੇ ਕੋਲ ਆ ਜਾਏ y ਐਕਸਿਸ, ਸੀ ਆਪਸ਼ਨ ਆ ਜਾਏ ਆਪਣੇ ਕੋਲ ਸਪੋਜ਼ ਸਰਕਲ ਤੇ ਡੀ ਆਪਸ਼ਨ ਆ ਜਾਏ ਆਪਣੇ ਕੋਲ ਨਨ ਆਫ ਦੀਜ਼। ਹੁਣ ਜੀ ਤੁਸੀਂ ਦੇਖੋਗੇ ਕਿ ਜਿਹੜੀ A ਤੇ B ਦੋਨੇ ਆਪਸ਼ਨਸ ਨੇ ਇਹ ਸਟ੍ਰੇਟ ਲਾਈਨ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ। ਸਾਨੂੰ ਨਹੀਂ ਪਤਾ ਵੀ ਕਿਹੜੀ ਜਿਹੜੀ ਲਾਈਨ ਦੀ ਗੱਲ ਕੀਤੀ ਜਾ ਰਹੀ ਹੈ, ਇਹ ਤਾਂ ਸਾਨੂੰ ਪਤਾ ਵੀ ਜਿਹੜੀ ਆਹ
ਆਹ ਇਕੁਏਸ਼ਨ ਹੈ ਇਹ ਸਟ੍ਰੇਟ ਲਾਈਨ ਬਣਾਉਂਦੀ ਹੈ, ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਸਟ੍ਰੇਟ ਲਾਈਨ ਬਣਾਉਂਦੀ ਹੈ। ਤਾਂ ਉਸ ਕੇਸ ਦੇ ਵਿੱਚ ਆਪਾਂ ਨੂੰ ਇਹ ਕੁਐਸਚਨ ਜਿਹੜਾ ਸੋਲਵ ਕਰਕੇ ਦਿਖਾਉਣਾ ਪੈਣਾ, ਸੋਲਵ ਕਰਕੇ ਦੇਖਣਾ ਪੈਣਾ, ਫਿਰ ਇਹਦਾ ਆਨਸਰ ਜਿਹੜਾ ਆਪਣੇ ਕੋਲ ਆਵੇਗਾ। ਤਾਂ ਸੋਲਵ ਕਰਨ ਦਾ ਤਰੀਕਾ ਵੀ ਰਾਜੇ ਜਿਹੜੀ ਆਰਗੂਮੈਂਟ ਦੀਆਂ ਪ੍ਰੋਪਰਟੀਜ਼ ਕਰਵਾਈਆਂ ਸੀ ਉਹਨਾਂ ਦੇ ਉਹ ਆਪਣੀ ਸਭ ਤੋਂ ਪਹਿਲਾਂ ਉਹੀ ਯੂਜ਼ ਹੁੰਦੀ ਆ। ਉਹ ਪ੍ਰੋਪਰਟੀ ਕੀ ਸੀ ਕਿ ਆਰਗੂਮੈਂਟ ਆਫ Z1 ਡਿਵਾਈਡਡ ਬਾਈ Z2 ਬਰਾਬਰ ਸੀ ਸਾਡੇ ਕੋਲ ਆਰਗੂਮੈਂਟ ਆਫ Z1 ਮਾਈਨਸ ਆਰਗੂਮੈਂਟ ਆਫ Z2 ਦੇ। ਮੈਂ ਕਿਹਾ ਸੀ ਇਹਦੀ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਆਪਣੇ ਕੋਲ ਲੌਗ ਦੀ ਪ੍ਰੋਪਰਟੀਜ਼ ਦੇ ਨਾਲ ਸਿਮਿਲਰ ਨੇ। ਤਾਂ ਇਹੀ ਪ੍ਰੋਪਰਟੀ ਲਗਾ ਕੇ ਅਸੀਂ ਲਿਖ ਸਕਦੇ ਹਾਂ ਕਿ ਆਰਗੂਮੈਂਟ ਆਫ Z-2 ਡਿਵਾਈਡਡ ਬਾਈ Z-6 ਸਾਡੇ ਕੋਲ ਬਰਾਬਰ ਹੈ ਆਰਗੂਮੈਂਟ ਆਫ Z-2 ਦੇ ਅਤੇ ਆਰਗੂਮੈਂਟ ਆਫ ਆਰਗੂਮੈਂਟ ਆਫ Z-6 ਦੇ। ਤਾਂ ਰਾਜੇ ਇਹ ਜਿਹੜੀ ਪ੍ਰੋਪਰਟੀਜ਼ ਨੇ ਤੁਸੀਂ ਦੇਖ ਲਓ ਬਹੁਤ ਯੂਜ਼ ਹੁੰਦੀਆਂ ਨੇ। ਕਈ ਬੱਚੇ ਕਹਿੰਦੇ ਨੇ ਕਿ ਸਰ ਜ਼ਿਆਦਾ ਕੁਐਸਚਨਸ ਕਰਵਾਓ, ਲੇਕਿਨ ਕੁਐਸਚਨ ਵੀ ਕਰਨੇ ਨੇ, ਲੇਕਿਨ ਰਾਜੇ ਤੁਹਾਨੂੰ ਪਹਿਲਾਂ ਥਿਊਰੀ ਦਾ ਕੰਸੈਪਟ ਵੀ ਕਲੀਅਰ ਹੋਣਾ ਜ਼ਰੂਰੀ ਹੈ। ਇਸ ਲਈ ਮੈਂ ਸਾਰੇ ਜਿਹੜੇ ਕੰਸੈਪਟ ਨੇ ਡਿਟੇਲ ਦੇ ਵਿੱਚ ਇੱਕ ਵਾਰ ਕਰਵਾ ਦਿੱਤੇ ਨੇ। ਜਿਹੜੇ ਬੱਚੇ ਨੂੰ ਇੰਟਰਸਟ ਹੋਵੇ ਤਾਂ ਉਹ ਜ਼ਰੂਰ ਉਹ ਜਾ ਕੇ ਸਾਰੇ ਡਿਟੇਲ ਵਿੱਚ ਪੜ੍ਹੋ ਰਾਜੇ, ਕਿਉਂਕਿ ਕੁਐਸਚਨ ਜਿਹੜਾ ਹੈ ਤੁਹਾਨੂੰ ਕਿਤੋਂ ਵੀ ਪੁੱਛਿਆ ਜਾ ਸਕਦਾ ਹੈ। ਤਾਂ ਹੁਣ ਅੱਗੇ ਸੋਲਵ ਕਰਾਂਗੇ ਅਸੀਂ ਆਰਗੂਮੈਂਟ ਆਫ Z-2 ਨੂੰ ਅਤੇ ਆਰਗੂਮੈਂਟ ਆਫ Z-6 ਨੂੰ, ਫਿਰ ਉਹਨਾਂ ਨੂੰ ਕੀ ਕਰ ਦਾਂਗੇ ਸਬਟਰੈਕਟ। ਹੁਣ ਜੇ ਗੱਲ ਕਰੀਏ ਅਸੀਂ ਆਰਗੂਮੈਂਟ ਆਫ Z-2 ਦੀ, ਤਾਂ ਸਾਨੂੰ ਪਤਾ ਹੈ ਕਿ ਆਰਗੂਮੈਂਟ ਦਾ ਫਾਰਮੂਲਾ ਕੀ ਹੁੰਦਾ ਹੈ, ਉਹ ਹੁੰਦਾ ਹੈ ਬਰਾਬਰ ਅਲਫਾ ਦੇ। ਜਦੋਂ ਸਾਨੂੰ ਇਹ ਨਹੀਂ ਪਤਾ ਵੀ ਕਿਹੜੇ ਕੁਆਡਰੈਂਟ 'ਚ ਲਾਈ ਕਰਦਾ ਤਾਂ ਅਸੀਂ ਉਹਨੂੰ ਸਿੰਪਲੀ ਅਲਫਾ ਦੇ ਬਰਾਬਰ ਲਿਖ ਲਾਂਗੇ, ਜਿਹਦਾ ਫਾਰਮੂਲਾ ਹੁੰਦਾ ਹੈ tan ਇਨਵਰਸ y/x ਦਾ ਮੋਡ। ਠੀਕ ਹੈ ਜੀ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜਾ ਆਰਗੂਮੈਂਟ ਆਫ Z-2 ਹੈ ਇਹ ਬਰਾਬਰ ਆ ਜਾਏਗਾ ਆਪਣੇ ਕੋਲ tan ਇਨਵਰਸ। ਇਸ ਤੋਂ ਪਹਿਲਾਂ ਰਾਜੇ ਸਾਨੂੰ ਜਿਹੜਾ ਹੈ ਇਹਦੇ ਵਿੱਚ ਰੀਅਲ ਅਤੇ ਇਮੈਜਨਰੀ ਪਾਰਟ ਜਿਹੜਾ ਉਹ ਡਿਫਰੈਂਟ ਕਰ ਲੈਣੇ ਪੈਣੇ। Z ਨੂੰ ਅਸੀਂ ਕੀ ਲਿਖ ਸਕਦੇ ਹਾਂ, x ਪਲਸ ਆਈਟਾ ਵੀ ਲਿਖ ਸਕਦੇ ਹਾਂ। ਤਾਂ ਮੈਂ ਇੱਥੇ x ਪਲਸ ਆਈਟਾ ਵਾਈ ਜਿਹੜਾ Z ਦੀ ਜਗ੍ਹਾ ਲਿਖਤਾ, ਅਤੇ ਰੀਅਲ ਅਤੇ ਇਮੈਜਨਰੀ ਪਾਰਟ ਨੂੰ ਵੀ ਮੈਂ ਕੀ ਕਰ ਲਿਆ, ਅਲੱਗ-ਅਲੱਗ ਲਿਖ ਲਿਆ। ਸਿਮਿਲਰਲੀ ਜਿਹੜਾ ਸਾਡੇ ਕੋਲ ਆਰਗੂਮੈਂਟ ਆਫ Z-6 ਹੈ ਉਹਨੂੰ ਵੀ ਮੈਂ ਜਿਹੜਾ ਇੱਥੇ ਇਸ ਤਰ੍ਹਾਂ ਰੀਅਲ ਅਤੇ ਇਮੈਜਨਰੀ ਪਾਰਟ ਜਿਹੜੇ ਆ ਅਲੱਗ-ਅਲੱਗ ਕਰਕੇ ਮੈਂ ਲਿਖ ਲਿਆ x-6 ਪਲਸ ਆਈਟਾ ਵਾਈ। ਹੁਣ ਜੇ ਅਗਰ ਗੱਲ ਕਰੀਏ ਆਰਗੂਮੈਂਟ ਆਫ x-2 ਪਲਸ ਆਈਟਾ ਵਾਈ, ਤਾਂ ਆ x-2 ਰੀਅਲ ਪਾਰਟ ਆ, ਵਾਈ ਆਪਣੇ ਕੋਲ ਇਮੈਜਨਰੀ ਪਾਰਟ ਹੈ। ਤਾਂ ਕਾਹਦੇ ਬਰਾਬਰ ਹੋਊ, tan ਇਨਵਰਸ ਮੋਡੂਲਸ ਆਫ y/x। y/x ਕਿੰਨਾ ਆਪਣੇ ਕੋਲ x-2, x ਦਾ ਮਤਲਬ ਹੁੰਦਾ ਰੀਅਲ ਪਾਰਟ। ਤਾਂ ਆਪਾਂ ਇੱਥੇ ਕੀ ਲਿਖਾਂਗੇ, ਇਹਦਾ ਫਾਰਮੂਲਾ tan ਇਨਵਰਸ y/x-6 ਦੇ ਬਰਾਬਰ ਆ ਗਿਆ। ਤਾਂ ਜੇ ਹੁਣ ਕੀ ਕਰਾਂਗੇ ਅਸੀਂ ਜਸਟ ਇਹਦੀ ਵੈਲਿਊਜ਼ ਜਿਹੜੀਆਂ ਨੇ ਸਬਸਟੀਟਿਊਟ ਕਰ ਦਾਂਗੇ ਇਸ ਜਿਹੜੀ ਹੈ ਪਹਿਲੀ ਇਕੁਏਸ਼ਨ ਦੇ ਵਿੱਚ। ਤਾਂ ਆਪਣੇ ਕੋਲ ਆ ਗਿਆ y/x-2 ਦੇ ਬਰਾਬਰ, ਇਹ ਆ ਗਿਆ ਆਪਣੇ ਕੋਲ tan ਇਨਵਰਸ y/x-6 ਦੇ ਬਰਾਬਰ। ਤਾਂ ਫਸਟ ਇਕੁਏਸ਼ਨ ਆਪਣੇ ਕੋਲ ਕਿੰਨੀ ਆ ਗਈ, tan ਇਨਵਰਸ y/x-2 ਮਾਈਨਸ tan ਇਨਵਰਸ y/x-6। ਰਾਜੇ ਆਪਣੇ ਕੋਲ ਇੱਕ ਫਾਰਮੂਲਾ ਹੁੰਦਾ tan ਇਨਵਰਸ A ਮਾਈਨਸ tan ਇਨਵਰਸ B ਦਾ ਫਾਰਮੂਲਾ, ਉਹ ਫਾਰਮੂਲਾ ਹੁੰਦਾ tan ਇਨਵਰਸ ਬ੍ਰੈਕਟ A ਮਾਈਨਸ B/1 ਮਾਈਨਸ AB ਦੇ ਬਰਾਬਰ ਹੁੰਦਾ ਹੈ। ਤਾਂ ਇਹ ਫਾਰਮੂਲਾ ਅਸੀਂ ਇੱਥੇ ਯੂਜ਼ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ tan ਇਨਵਰਸ ਫਿਰ ਕੀ ਲਿਖਾਂਗੇ A ਮਾਈਨਸ B। ਆ ਆਪਣੇ ਕੋਲ A ਹੈ, ਇਹ ਆਪਣੇ ਕੋਲ ਕੀ ਹੈ B। ਤਾਂ A ਮਾਈਨਸ B ਕਿੰਨਾ ਆ ਗਿਆ, ਉਹ ਆ ਗਿਆ ਰਾਜੇ y/x-2 ਮਾਈਨਸ y/x-6 ਡਿਵਾਈਡਡ ਬਾਈ 1 ਪਲਸ A ਇੰਟੂ B y/x-2 x-6 ਜਿਹੜਾ ਆਪਣੇ ਕੋਲ ਆ ਗਿਆ। ਤਾਂ ਆਹ ਫਾਰਮੂਲਾ ਜਿਹੜਾ ਹਮੇਸ਼ਾ ਯਾਦ ਰੱਖਣਾ, tan ਇਨਵਰਸ A ਮਾਈਨਸ tan ਇਨਵਰਸ B ਦਾ ਫਾਰਮੂਲਾ। ਫਰਦਰ ਇਹਨੂੰ ਸੋਲਵ ਆਊਟ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ ਜੇ tan ਇਨਵਰਸ। ਹੁਣ ਜੇ ਇੱਕ ਚੀਜ਼ ਜਿਹੜੀ ਅਸੀਂ ਮਿਸ ਕਰ ਦਿੱਤੀ ਉਹ ਹੈਗੀ ਕਿ ਆਹ ਜਿਹੜੀ ਇਕੁਏਸ਼ਨ ਦੇ ਜਿਹੜੀ ਆ 2π ਦੇ ਬਰਾਬਰ ਹੈ। ਤਾਂ ਇੱਥੇ ਜਿਹੜਾ ਆਉਣਾ ਸੀ ਸਾਡੇ ਕੋਲ ਉਹ ਆਉਣਾ ਸੀਗਾ ਬਰਾਬਰ ਹੈ 2π ਦੇ। ਇਹ ਇਕੁਏਸ਼ਨ 1 ਬਣ ਗਈ ਸਾਡੇ ਕੋਲ। ਆਹ ਸਾਡੇ ਕੋਲ ਫਸਟ ਇਕੁਏਸ਼ਨ ਜਿਹੜੀ ਬਣ ਗਈ। ਹੁਣ ਇਹ ਫਸਟ ਇਕੁਏਸ਼ਨ ਦੇ ਵਿੱਚ ਅਸੀਂ ਜਦੋਂ ਵੈਲਿਊ ਸਬਸਟੀਟਿਊਟ ਕੀਤੀ ਤਾਂ ਇੱਥੇ ਆਪਣੇ ਕੋਲ 2π ਲਿਖ ਸਕਦੇ ਹਾਂ। ਤਾਂ ਆਹ ਆਪਣੇ ਕੋਲ tan ਇਨਵਰਸ ਕੀ ਬਣ ਗਿਆ, tan ਇਨਵਰਸ ਉੱਪਰ ਸਾਡੇ ਕੋਲ ਕੀ ਬਣ ਗਿਆ, ਐਲਸੀਅਮ ਲੈ ਲਾਂਗੇ। ਐਲਸੀਅਮ ਲੈ ਕੇ ਮਲਟੀਪਲਾਈ ਕਰਕੇ ਸਾਰਾ ਕੁਝ ਕਲੀਅਰ ਕਰਕੇ ਸਾਡੇ ਕੋਲ ਬਣ ਗਿਆ ਰਾਜੇ yx ਮਾਈਨਸ 6y ਮਾਈਨਸ xy ਅਤੇ ਨਾਲ ਕੀ ਆ ਗਿਆ ਪਲੱਸ 2y ਅਤੇ ਨੀਚੇ ਆਪਣੇ ਕੋਲ ਕੀ ਆ ਗਿਆ x-2 ਇੰਟੂ x-6 ਪਲੱਸ y ਸਕੇਅਰ ਦੇ। ਅਤੇ ਆਹ ਜਿਹੜਾ ਆ ਕੈਂਸਲ ਆਊਟ ਹੋ ਗਈ ਜਦੋਂ ਅਸੀਂ ਐਲਸੀਅਮ ਜਿਹੜਾ ਲਵਾਂਗੇ ਉਸ ਟਾਈਮ 'ਤੇ। ਤਾਂ ਰਾਜੇ ਹੁਣ ਮੈਂ ਕੀ ਕਰੂੰਗਾ, x-2 ਅਤੇ x-6 ਦਾ ਜਿਹੜਾ ਉਹ ਖੋਲ੍ਹ ਦੂੰਗਾ ਬਰੈਕਟ। ਤਾਂ ਆਪਣੇ ਕੋਲ ਕੀ ਆ ਜੂ x ਸਕੇਅਰ ਮਾਈਨਸ 6x ਮਾਈਨਸ 2x ਅਤੇ ਕੀ ਬਣ ਗਿਆ ਮਾਈਨਸ 8x
प्लस ਦਾ ਕੀ ਬਣ ਗਿਆ 12 ਆ ਗਿਆ। ਦੇਖੇ ਆ ਆਪਣੇ ਕੋਲ ਕੀ ਹੋ ਗਏ ਕੈਂਸਲ ਆਊਟ ਹੋ ਗਏ। ਉੱਪਰ ਕੀ ਬਣ ਗਿਆ ਆਪਣੇ ਕੋਲ ਮਾਈਨਸ ਦਾ 8 ਆਪਣੇ ਕੋਲ ਕੀ ਬਣ ਗਿਆ ਉੱਪਰ ਬਣ ਗਿਆ ਰਾਜੇ ਮਾਈਨਸ ਦਾ 4y ਉੱਪਰ ਕੈਂਸਲ ਆਊਟ ਹੋ ਕੇ ਸਾਰਾ ਕੁਝ ਬਣ ਗਿਆ ਮਾਈਨਸ ਦਾ 4y ਬਣ ਗਿਆ। ਤੇ ਨੀਚੇ ਸੇ ਆਪਣੇ ਕੋਲ ਕੀ ਬਣ ਗਿਆ x² ਮਾਈਨਸ 8y प्लस 12 प्लस वाई स्क्वेयर बराबर किस दे आ गया ये सब वो आ गया राजे 2 पाई दे 2 पाई दे इक्वल आ गया ना सारा अपने कोल ही क्योंकि 2 पाई दे इक्वल ही है सारी इक्वेशन 2 पाई दे। हुण असीं tan इनवर्स नूं जिहड़ा दूसरी साइड लै जांगे तो अपने कोल की बन जू वो बन जू tan 2 पाई इज इक्वल टू -4y डिवाइडेड बाय x² माइनस 8x प्लस 12 प्लस वाई स्क्वेयर ਜਿਹੜੀ ਰਜੇ ਆ ਸਾਰੀ ਟਰਮ ਹੈ ਇਹ ਇੱਧਰ ਜਾ ਵੜੂਗੀ ਇਹਦੇ ਨਾਲ ਮਲਟੀਪਲਾਈ ਹੋ ਜੂਗੀ 2 ਪਾਈ ਨਾਲ tan 2 ਪਾਈ ਨਾਲ ਤੇ tan 2 ਪਾਈ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਕੀ ਹੁੰਦੀ ਹੈ 0 ਤਾਂ ਆ ਸਾਰੀ ਵੈਲਿਊ ਕੀ ਹੋ ਗਈ ਖਤਮ ਹੋ ਗਈ ਕੀ ਬਣ ਗਈ 0 ਬਣ ਗਈ। ਆ ਸਾਰਾ ਕੁਝ ਆਪਣੇ ਕੋਲ ਕੀ ਬਣ ਗਿਆ 0 ਤਾਂ 0 ਬਰਾਬਰ -4y ਦੇ ਤਾਂ y ਕਿੰਨਾ ਆ ਗਿਆ 0 ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ x ਐਕਸਿਸ। ਤਾਂ ਆਨਸਰ ਕੀ ਆ ਗਿਆ x ਐਕਸਿਸ ਆ ਗਿਆ। ਤਾਂ ਇਸ ਤਰ੍ਹਾਂ ਰਜੇ ਅਗਰ ਤੁਹਾਨੂੰ ਦੋ ਆਪਸ਼ਨਾਂ ਸਿਮਿਲਰ ਹੋਣ ਸਿਮਿਲਰ ਜਿਹੜੀਆਂ ਸਟਰਕਚਰ ਦੀਆਂ ਹੋਣ ਤਾਂ ਉਸ ਟਾਈਮ 'ਤੇ ਸਾਨੂੰ ਪੂਰਾ ਜਿਹੜਾ ਹੱਲ ਕਰਨਾ ਪੈਣਾ। ਅਸੀਂ ਕੀ ਕੀਤਾ ਅਸੀਂ ਕੁਛ ਨਹੀਂ ਕੀਤਾ ਅਸੀਂ ਸਿਰਫ z ਦੀ ਜਗ੍ਹਾ 'ਤੇ x ਪਲਸ ਆਈਟਾ ਵਾਈ ਪੁੱਟ ਕੀਤਾ ਤੇ ਆਰਗੂਮੈਂਟ ਦੀ ਜਿਹੜੀ ਪ੍ਰੋਪਰਟੀ ਉਹਦੀ ਵਰਤੋਂ ਕੀਤੀ ਕੁਛ ਨਹੀਂ ਕੀਤਾ। ਤੇ ਕਾ ਫਾਰਮੂਲਾ ਯੂਜ਼ ਕੀਤਾ tan ਇਨਵਰਸ a ਮਾਈਨਸ tan ਇਨਵਰਸ b ਜਿਹੜਾ ਸਾਡੇ ਕੋਲ ਬਰਾਬਰ ਹੁੰਦਾ ਹੈ a ਮਾਈਨਸ b ਅਪੋਨ 1 ਪਲਸ a ਇੰਟੂ b tan ਇਨਵਰਸ ਦੇ। ਤਾਂ ਇਹ ਜਿਹੜੀਆਂ ਫਾਰਮੂਲੇਜ਼ ਨੇ ਇਹ ਯਾਦ ਰੱਖਣੇ ਨੇ ਇਹਨਾਂ ਨੂੰ ਧਿਆਨ ਰੱਖਣਾ ਹੈ। ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਤੁਹਾਨੂੰ ਪੇਪਰ ਦੇ ਵਿੱਚ ਆਉਂਦੇ ਹੀ ਆਉਂਦੇ ਨੇ ਰਜੇ। ਅਤੇ ਹੁਣ ਅਸੀਂ ਜਿਹੜਾ ਸਾਡਾ ਮੇਨ ਟਾਈਟਲ ਦਾ ਟੌਪਿਕ ਹੈ ਡੀਮਾਈਵਰਸ ਥਿਊਰਮ ਜਿਹੜੀ ਅਸੀਂ ਕਰਨੀ ਆ ਡੀਮਾਈਵਰਸ ਥਿਊਰਮ ਰਜੇ ਜਿਹੜੀ ਅਸੀਂ ਉਹ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਕਰਾਂਗੇ। ਅਗਰ ਇਸ ਦੀ ਸਟੇਟਮੈਂਟ ਦੀ ਗੱਲ ਕਰੀਏ ਤਾਂ ਡੀਮਾਈਵਰਸ ਥਿਊਰਮ ਦੀ ਜਿਹੜੀ ਸਟੇਟਮੈਂਟ ਹੈ ਉਹ ਹੈ ਕਿ ਇਟ ਇਜ਼ ਟਰੂ ਫॉर all real numbers। ਇਹ ਸਾਰੇ ਰੀਅਲ ਨੰਬਰਸ ਵਾਸਤੇ ਕੀ ਨੇ ਟਰੂ ਹੈ ਡੀਮਾਈਵਰਸ ਥਿਊਰਮ। ਤਾਂ ਕਿਸ ਤਰ੍ਹਾਂ ਰਜੇ ਸਾਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਹਨੂੰ ਪਾਰਟ ਦੇ ਵਿੱਚ ਡਿਵਾਈਡ ਕਰ ਲਾਂਗੇ। ਪਾਰਟ 1 ਅਸੀਂ ਕਰਾਂਗੇ ਪਾਰਟ 1 ਜਿਹੜਾ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਫॉर ਆਲ ਇੰਟੀਜਰਸ ਵਾਸਤੇ। ਇੰਟੀਜਰਸ ਦੇ ਵਿੱਚ ਹੁਣ ਹੋਲ ਨੰਬਰ ਨੈਚੁਰਲ ਨੰਬਰ ਵੀ ਆ ਗਏ ਤਾਂ ਅਸੀਂ ਡਿਸਕਸ ਕਰਾਂਗੇ ਫॉर ਆਲ ਇੰਟੀਜਰਸ ਵਾਸਤੇ ਤਾਂ ਇਸ ਕੇਸ ਦੇ ਵਿੱਚ ਕੀ ਹੈ ਜੇ ਸਾਡੇ ਕੋਲ ਇਹਦੀ ਸਟੇਟਮੈਂਟ ਕੀ ਹੈ ਸਟੇਟਮੈਂਟ ਅਸੀਂ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ। ਸਟੇਟਮੈਂਟ ਦੇ ਵਿੱਚ ਕੀ ਹੈ ਕਿ ਇਟ ਇਜ਼ ਡਿਫਾਈਨਡ ਐਜ਼ ਇਫ n ਬਿਲੋਂਗਸ ਟੂ z ਕਿਉਂਕਿ ਅਸੀਂ ਸਭ ਤੋਂ ਪਹਿਲਾਂ ਇੰਟੀਜਰ ਕਰ ਰਹੇ ਹਾਂ। ਇਫ n ਬਿਲੋਂਗਸ ਟੂ z then cos थीटा प्लस आइटा साइन थीटा दी पावर n इज इक्वल टू होवेगी रजे cos n थीटा प्लस आइटा साइन n थीटा दे। ਤਾਂ ਡੀਮਾਈਵਰਸ ਥਿਊਰਮ ਕੀ ਕਹਿੰਦੀ ਸਾਡੇ ਕੋਲ ਕਿ ਅਗਰ ਸਾਡੇ ਕੋਲ ਰਜੇ n ਜਿਹੜਾ ਹੈ ਉਹ ਬਿਲੋਂਗ ਕਰਦਾ ਹੈ ਇੰਟੀਜਰਸ ਨੂੰ ਤੇ ਸਾਡੇ ਕੋਲ ਫਿਰ cos ਥੀਟਾ ਪਲਸ ਆਈਟਾ ਸਾइन ਥੀਟਾ ਦੀ ਜਿਹੜੀ ਪਾਵਰ ਹੋਵੇਗੀ ਉਹ ਕੀ ਹੋਵੇਗੀ ਉਹ ਆ ਜਾਵੇਗੀ ਸਾਡੇ ਕੋਲ ਐਂਗਲ ਦੇ ਵਿੱਚ ਆ ਜਾਵੇਗੀ। ਹੁਣ ਦੇਖੋ ਪਾਵਰ ਕਿੰਨੀ ਸੀਗੀ n ਜਿਹਨੂੰ ਅਸੀਂ ਇੰਟੀਜਰ ਮੰਨਿਆ ਪਾਵਰ ਕਿੱਥੇ ਆ ਗਈ ਐਂਗਲ ਦੇ ਵਿੱਚ ਆ ਗਈ। ਤਾਂ ਇਹ ਰਜੇ ਆਪਣੇ ਕੋਲ ਕੀ ਹੈ ਡੀਮਾਈਵਰਸ ਥਿਊਰਮ ਫਾਰ n ਬਿਲੋਂਗਸ ਟੂ z। ਇਹ ਆਪਣੇ ਕੋਲ ਪਹਿਲਾ ਜਿਹੜਾ ਪਾਰਟ ਹੈ। ਐਗਜ਼ਾਮਪਲ ਦੇਖ ਲੈਂਦੇ ਕਿ ਕਿਸ ਤਰ੍ਹਾਂ ਇਹ ਥਿਊਰਮ ਵਰਕ ਕਰਦੀ ਹੈ ਇੰਟੀਜਰਸ ਵਾਸਤੇ। ਫੋਰ ਐਗਜ਼ਾਮਪਲ ਸਾਡੇ ਕੋਲ ਰਜੇ ਇਸ ਤਰ੍ਹਾਂ ਦਾ ਕੋਈ ਕੁਐਸਚਨ ਆਫ cos ਥੀਟਾ ਪਲਸ ਆਈਟਾ ਸਾइन ਥੀਟਾ ਦੀ ਪਾਵਰ ਜਿਹੜੀ ਹੈ ਆਪਣੇ ਕੋਲ ਕਿਊਬ ਦੇ ਰੱਖੀ ਹੈ ਕਿ ਇਸ ਨੂੰ ਸੋਲਵ ਕਰੋ ਤਾਂ ਅਸੀਂ ਕੀ ਯੂਜ਼ ਕਰਾਂਗੇ ਡੀਮਾਈਵਰਸ ਥਿਊਰਮ ਕੀ ਕਹਿੰਦੀ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ cos 3 ਥੀਟਾ ਪਲਸ ਆਈਟਾ ਸਾइन 3 ਥੀਟਾ ਇਸ ਤਰ੍ਹਾਂ ਲਿਖ ਦਾਂਗੇ ਤਾਂ ਇਹ ਆਪਣੇ ਕੋਲ ਕੀ ਆ ਗਿਆ ਆਨਸਰ ਆ ਗਿਆ। ਹੁਣ ਇੱਥੇ ਥੀਟਾ ਕੁਝ ਵੀ ਹੋ ਸਕਦਾ ਹੈ ਥੀਟਾ ਆਪਣੇ ਕੋਲ ਕੀ ਹੋ ਸਕਦਾ ਹੈ ਆਲ ਵੈਲਿਊ ਕੁਝ ਵੀ ਹੋ ਸਕਦਾ ਹੈ ਥੀਟਾ। ਤਾਂ ਰਜੇ ਇਹ ਆਪਣੇ ਕੋਲ ਕੀ ਹੈ ਇੰਟੀਜਰਸ ਵਾਸਤੇ ਕੀ ਹੈ ਡੀਮਾਈਵਰਸ ਥਿਊਰਮ ਹੈ ਜੋ ਪਾਵਰ ਹੈ ਉਹ ਐਂਗਲ ਵਿੱਚ ਮਲਟੀਪਲਾਈ ਹੋ ਜੂ। ਇਹ ਅਸੀਂ ਪਾਰਟ ਕੀਤਾ ਇੰਟੀਜਰਸ ਲਈ। ਪਰ
ਇੱਥੇ ਕੁਝ ਗੱਲਾਂ ਇਹੋ ਜਿਹੀਆਂ ਧਿਆਨ ਰੱਖਣ ਵਾਲੀਆਂ ਨੇ ਰਾਜੇ, ਜੇ ਤੁਸੀਂ ਉਹਨਾਂ ਗੱਲਾਂ ਨੂੰ ਮਿਸ ਕਰ ਦਿੱਤਾ ਤਾਂ ਤੁਹਾਡਾ ਕੁਐਸਚਨ ਜਿਹੜਾ ਉਹ ਗਲਤ ਹੋ ਜਾਣਾ। ਤਾਂ ਇੱਥੇ ਜਿਹੜੀ ਧਿਆਨ ਰੱਖਣ ਵਾਲੀ ਗੱਲ ਉਹ ਕੀ ਹੈ, ਸਭ ਤੋਂ ਪਹਿਲੀ ਗੱਲ ਜਿਹੜੀ ਧਿਆਨ ਰੱਖਣ ਵਾਲੀ ਹੈ, ਜਿਹੜਾ ਇਹ ਰਿਜ਼ਲਟ ਹੈ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ n ਇਜ਼ ਇਕੁਅਲ ਟੂ cos n ਥੀਟਾ ਪਲਸ ਆਇਟਾ ਸਾਈਨ ਥੀਟਾ, ਜਿਹੜਾ ਇਹ ਆਪਣੇ ਕੋਲ ਰਿਜ਼ਲਟ ਹੈ ਰਾਜੇ, ਇਹ ਉਦੋਂ ਹੀ ਵੈਲਿਡ ਹੈ ਜਦੋਂ ਥੀਟਾ ਜਿਹੜਾ ਸੇਮ ਹੋਵੇ ਦੋਨਾਂ ਸਾਈਡ 'ਤੇ, ਦੋਨਾਂ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਨਾਲ। ਕਿਸ ਤਰ੍ਹਾਂ ਦੇਖਦੇ ਹਾਂ, ਕਹਿੰਦੇ ਜੇ ਇਸ ਤਰ੍ਹਾਂ ਹੋਵੇ ਸਾਡੇ ਕੋਲ ਕਿ cos ਥੀਟਾ ਪਲਸ ਆਇਟਾ ਸਾਈਨ ਅਲਫਾ ਦੀ ਪਾਵਰ n, ਇਸ ਤਰ੍ਹਾਂ ਆਪਾਂ ਨੂੰ ਕੋਈ ਦੇ ਰੱਖਿਆ ਹੋਵੇ ਅਤੇ ਕਹਿ ਦਿੱਤਾ ਜਾਵੇ ਵੀ ਥੀਟਾ ਜਿਹੜਾ ਅਲਫਾ ਦੇ ਬਰਾਬਰ ਨਹੀਂ ਹੈ, ਤਾਂ ਇਸ ਕੇਸ ਦੇ ਵਿੱਚ ਰਾਜੇ ਆਪਣੇ ਕੋਲ ਆ ਨਾਟ ਇਕੁਅਲ ਟੂ ਹੋਊਗਾ cos n ਥੀਟਾ ਪਲਸ ਆਇਟਾ ਸਾਈਨ n ਅਲਫਾ ਦੇ, ਸਾਡੇ ਇਹ ਬਰਾਬਰ ਜਿਹੜੇ ਆ ਉਹ ਨਹੀਂ ਹੋ ਸਕਦੇ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ cos ਨਾਲ ਥੀਟਾ ਐਂਗਲ ਲੱਗੇ ਤਾਂ ਸਾਈਨ ਨਾਲ ਵੀ ਐਂਗਲ ਜਿਹੜਾ ਕੀ ਹੋਣਾ ਚਾਹੀਦਾ, ਥੀਟਾ ਹੀ ਹੋਣਾ ਚਾਹੀਦਾ, ਸੇਮ ਹੋਣਾ ਚਾਹੀਦਾ। ਜੇ cos 30 ਹੈ ਤਾਂ ਸਾਈਨ ਵੀ 30 ਹੀ ਹੋਣਾ ਚਾਹੀਦਾ। ਇਹ ਸੀਗੀ ਜਿਹੜੀ ਆਪਣੇ ਕੋਲ ਪਹਿਲੀ ਕੰਡੀਸ਼ਨ। ਜਿਹੜੀ ਦੂਸਰੀ ਕੰਡੀਸ਼ਨ ਕੀ ਹੈ ਰਾਜੇ, ਦੂਸਰੀ ਕੁਐਸਚਨ ਕੀ ਹੈ, ਦੂਸਰੀ ਗੱਲ ਦਾ ਜਿਹੜਾ ਧਿਆਨ ਰੱਖਣਾ ਹੈ ਉਹ ਇਹ ਹੈ ਕਿ ਆਇਟਾ ਜਿਹੜਾ ਹੈ ਉਹ ਹਮੇਸ਼ਾ ਸਾਈਨ ਦੇ ਨਾਲ ਹੀ ਹੋਣਾ ਚਾਹੀਦਾ। ਆਇਟਾ ਹੋਰ ਕਿਸੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਨਾਲ ਨਹੀਂ ਲੱਗਿਆ ਹੋਣਾ ਚਾਹੀਦਾ। ਆਇਟਾ ਜਿਹੜਾ ਉਹ ਕਿਹਦੇ ਨਾਲ ਲੱਗਿਆ ਹੋਣਾ ਚਾਹੀਦਾ, ਸਾਈਨ ਨਾਲ। ਕਿਸ ਤਰ੍ਹਾਂ, ਅਗਰ ਸਾਡੇ ਕੋਲ ਇਸ ਤਰ੍ਹਾਂ ਕੋਈ ਇਕੁਏਸ਼ਨ ਬਣ ਜੇ ਕਿ ਸਾਈਨ ਥੀਟਾ ਪਲਸ ਆਇਟਾ cos ਥੀਟਾ ਦੀ ਪਾਵਰ n, ਤਾਂ ਇਸ ਤਰ੍ਹਾਂ ਦੀ ਇਕੁਏਸ਼ਨ ਆਪਣੇ ਕੋਲ ਜੇ ਅਗਰ ਆ ਜਾਏ ਤਾਂ ਉਹ ਬਰਾਬਰ ਨਹੀਂ ਹੋਵੇਗੀ ਸਾਈਨ n ਥੀਟਾ ਪਲਸ ਆਇਟਾ cos n ਥੀਟਾ ਦੇ, ਤਾਂ ਇਹ ਰਾਜੇ ਟਰੂ ਨਹੀਂ ਹੈ। ਠੀਕ ਹੈ ਜੀ। ਤਾਂ ਸਭ ਤੋਂ ਪਹਿਲੀ ਗੱਲ ਕੀ ਸੀਗੀ ਕਿ ਐਂਗਲ ਜਿਹੜਾ ਹੋਣਾ ਚਾਹੀਦਾ ਉਹ ਸੇਮ ਹੋਣਾ ਚਾਹੀਦਾ। ਜੇ ਐਂਗਲ ਸੇਮ ਨਹੀਂ ਹੈ ਤਾਂ ਆਹ ਵੈਲਿਡ ਨਹੀਂ ਹੈ। ਦੂਸਰੀ ਅਸੀਂ ਚੀਜ਼ ਦਾ ਧਿਆਨ ਰੱਖਣਾ ਵੀ ਜਿਹੜਾ ਆਇਟਾ ਹੈ ਉਹ ਹਮੇਸ਼ਾ ਕਿਹਦੇ ਨਾਲ ਲੱਗਿਆ ਹੋਣਾ ਚਾਹੀਦਾ, ਸਾਈਨ ਨਾਲ। ਜੇ ਉਹ ਆਇਟਾ cos ਨਾਲ ਲੱਗਿਆ ਤਾਂ ਉਹ ਆਪਣੇ ਕੋਲ ਟਰੂ ਮੰਨੀ ਨਹੀਂ ਜਾਏਗੀ। ਇੱਕ ਹੋਰ ਗੱਲ ਜਿਹੜੀ ਹੈ ਰਾਜੇ ਇੱਥੇ ਮੈਂ ਦੱਸਣੀ ਚਾਹੁੰਦਾ ਹੈ ਕਿ ਅਸੀਂ ਜਿਹੜਾ ਹੈ ਇਸ ਪ੍ਰੋਬਲਮ ਨੂੰ ਸੋਲਵ ਕਰਕੇ ਲਿਖ ਸਕਦੇ ਹਾਂ। ਇਨ ਕੇਸ ਜੇ ਸਾਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਆ ਜਾਵੇ ਵੀ ਸਾਈਨ ਥੀਟਾ ਪਲਸ ਆਇਟਾ cos ਥੀਟਾ ਦੀ ਪਾਵਰ n, ਇਸ ਤਰ੍ਹਾਂ ਦੀ ਸਟੇਟਮੈਂਟ ਆ ਜਾਵੇ ਤਾਂ ਸਾਨੂੰ ਪਤਾ ਰਹੇ ਕਿ ਆਪਣੇ ਕੋਲ ਸਾਈਨ 90 ਮਾਈਨਸ ਥੀਟਾ ਜੋ ਹੈ ਉਹ ਬਰਾਬਰ ਕਿਸ ਦੇ ਹੁੰਦਾ ਹੈ, cos ਥੀਟਾ ਦੇ, ਅਤੇ cos 90 ਮਾਈਨਸ ਥੀਟਾ ਜੋ ਬਰਾਬਰ ਹੁੰਦਾ ਹੈ ਉਹ ਹੁੰਦਾ ਹੈ ਸਾਈਨ ਥੀਟਾ ਦੇ। ਫਸਟ ਕੁਆਡਰੈਂਟ ਦੇ ਵਿੱਚ ਜਿਹੜੀ ਇਹ ਗੱਲ ਕਰ ਰਿਹਾ ਹਾਂ। ਤਾਂ ਰਾਜੇ ਇੱਥੇ ਅਸੀਂ ਕੀ ਕਰਾਂਗੇ, ਸਾਈਨ ਥੀਟਾ ਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ, ਮੈਂ ਨੈਕਸਟ ਜਿਹੜੀ ਆ ਲਾਈਨ 'ਚ ਲਿਖ ਦਿੰਦਾ। ਸਾਈਨ ਥੀਟਾ ਦੀ ਜਗ੍ਹਾ 'ਤੇ ਅਸੀਂ ਕੀ ਲਿਖ ਸਕਦੇ ਹਾਂ, ਉਹ ਲਿਖ ਸਕਦੇ ਹਾਂ cos ਬ੍ਰੈਕਟ ਸਟਾਰਟ cos π/2 ਮਾਈਨਸ ਥੀਟਾ ਪਲਸ ਆਇਟਾ ਸਾਈਨ π/2 ਮਾਈਨਸ ਥੀਟਾ ਦੀ ਹੋਲ ਪਾਵਰ n। ਹੁਣ ਇੱਥੇ ਅਸੀਂ ਡੀ ਮੋਇਵਰਸ ਥਿਊਰਮ ਜਿਹੜੀ ਆ ਯੂਜ਼ ਕਰ ਸਕਦੇ ਹਾਂ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਚੈੱਕ ਕੀਤਾ ਐਂਗਲ ਜਿਹੜੇ ਨੇ ਉਹ ਦੋਨਾਂ ਦੇ ਕੀ ਨੇ, ਸੇਮ ਨੇ। ਦੂਸਰੀ ਗੱਲ ਜਿਹੜਾ ਆਇਟਾ ਉਹ ਕਿਹਦੇ ਨਾਲ ਲੱਗਿਆ, ਸਾਈਨ ਦੇ ਨਾਲ। ਤਾਂ ਸਾਡੇ ਕੋਲ ਜਿਹੜੀਆਂ ਦੋਨੇ ਕੰਡੀਸ਼ਨ ਉੱਪਰ ਡਿਸਕਸ ਕੀਤੀਆਂ ਉਹ ਆਪਣੇ ਕੋਲ ਕੀ ਹੋ ਰਹੀਆਂ ਨੇ, ਫੁੱਲਫਿਲ ਹੋ ਰਹੀਆਂ ਨੇ ਕਿ ਆਪਣਾ ਆਇਟਾ ਜਿਹੜਾ ਹੈ ਉਹ ਸਾਈਨ ਨਾਲ ਹੋਣਾ ਚਾਹੀਦਾ ਅਤੇ ਐਂਗਲ ਜਿਹੜਾ ਉਹ ਸੇਮ ਹੋਣਾ ਚਾਹੀਦਾ। ਤਾਂ ਜਦੋਂ ਅਸੀਂ ਡੀ ਮੋਇਵਰਸ ਥਿਊਰਮ ਦਾ ਯੂਜ਼ ਕਰਾਂਗੇ ਤਾਂ ਸਾਡੇ ਕੋਲ ਕੀ ਆ ਜੂ, cos n ਇੰਟੂ π/2 ਮਾਈਨਸ ਥੀਟਾ ਪਲਸ ਆਇਟਾ ਸਾਈਨ ਪਲਸ ਆਇਟਾ ਸਾਈਨ n ਇੰਟੂ π/2 ਮਾਈਨਸ ਥੀਟਾ। ਇਹ ਆਪਣੇ ਕੋਲ ਕੀ ਆ ਜੂ, ਡੀ ਮੋਇਵਰਸ ਥਿਊਰਮ ਕਰਕੇ ਯੂਜ਼ ਕਰਕੇ ਆਨਸਰ ਆ ਜੂ। ਲੇਕਿਨ ਅਜੇ ਇੱਥੇ ਇੱਕ ਮੈਂ ਗੱਲ ਦੱਸਣੀ ਚਾਹੁੰਦਾ, ਜਿਹੜਾ ਇਹ ਆਨਸਰ ਆਊਗਾ ਇਸ ਤਰ੍ਹਾਂ 90 ਮਾਈਨਸ ਥੀਟਾ ਨੂੰ ਕਨਵਰਟ ਕਰਕੇ ਸਾਈਨ ਨੂੰ cos ਅਤੇ cos ਨੂੰ ਸਾਈਨ 'ਚ, ਇਹ ਆਨਸਰ ਜਿਹੜਾ ਆਪਣੀ ਆਪਸ਼ਨਸ ਦੇ ਨਾਲ ਹੋ ਸਕਦਾ ਮੈਚ ਨਾ ਕਰੇ। ਤਾਂ ਅਜੇ ਇਹ ਉਦੋਂ ਹੀ ਯੂਜ਼ ਕਰਨਾ ਜਦੋਂ ਤੁਹਾਨੂੰ ਆਪਸ਼ਨਸ ਦੇ ਵਿੱਚ ਜਿਹੜਾ ਆਨਸਰ ਦੇ ਰੱਖਿਆ ਹੈ ਉਹ ਮੈਚ ਕਰ ਰਿਹਾ ਹੋਵੇ, ਨਹੀਂ ਤਾਂ ਕੋਈ ਹੋਰ ਮੈਥਡ ਜਿਹੜਾ ਉਸ 'ਤੇ ਅਪਲਾਈ ਕਰਕੇ ਉਸ ਕੁਐਸਚਨ ਨੂੰ ਜਿਹੜਾ ਸੋਲਵ ਕਰ ਲੈਣਾ ਹੈ। ਇੱਕ ਸਾਡੇ ਕੋਲ ਹੋਰ ਇੰਪੋਰਟੈਂਟ ਗੱਲ ਹੈ ਰਾਜੇ ਜਿਸ ਦਾ ਅਸੀਂ ਧਿਆਨ ਰੱਖਣਾ। ਥਰਡ ਸਾਡੇ ਕੋਲ ਜਿਹੜੀ ਕੰਡੀਸ਼ਨ ਹੈ ਜਾਂ ਫਿਰ ਤੇ ਕਹਿ ਸਕਦੇ ਹਾਂ ਥਰਡ ਸਾਡੇ ਕੋਲ ਜਿਹੜੀ ਕੁਐਸਚਨ ਆ ਉਹ ਹੈ ਕਿ ਜਿਹੜਾ ਆਪਣੇ ਕੋਲ ਰਾਜੇ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ n ਹੈ। ਅਸੀਂ ਕਿਹਾ ਵੀ ਇੱਥੇ ਜਿਹੜਾ ਥੀਟਾ ਸੇਮ ਹੋਣਾ ਚਾਹੀਦਾ, ਆਇਟਾ cos ਨਾ ਹੋਣਾ ਚਾਹੀਦਾ। ਇੱਥੇ ਰਾਜੇ ਜੇ ਮੰਨ ਲਓ ਆਹ ਪਲਸ ਦੀ ਜਗ੍ਹਾ 'ਤੇ ਸਾਨੂੰ ਮਾਈਨਸ ਦਿੱਤਾ ਤਾਂ ਉਸ ਕੇਸ ਦੇ ਵਿੱਚ ਵੀ ਜਿਹੜਾ ਸਾਡੇ ਕੋਲ ਡੀ ਮੋਇਵਰਸ ਥਿਊਰਮ ਜਿਹੜੀ ਹੈ ਵੈਲਿਡ ਹੋ ਜਾਏਗੀ। ਤਾਂ ਜਦੋਂ ਸਾਡੇ ਕੋਲ ਇੱਥੇ ਪਲਸ ਹੈ ਤਾਂ ਇਹ ਪਲਸ ਸੀਗਾ ਤਾਂ ਅਸੀਂ ਕਿਹਾ ਵੀ ਜਿਹੜੀ n ਆ ਜਿਹੜੀ ਪਾਵਰ ਹੈ
ਇਹ ਪਾਵਰ ਜਿਹੜੀ ਬਾਹਰ ਆਵੇਗੀ, ਇਹ ਜਿਹੜੀ ਪਾਵਰ n ਹੈ ਇਹ ਆਪਣੇ ਕੋਲ ਐਂਗਲ ਨਾਲ ਮਲਟੀਪਲਾਈ ਹੋ ਜਾਏਗੀ। ਲੇਕਿਨ ਜਦੋਂ ਮਾਈਨਸ ਦਿੱਤਾ ਹੈਗਾ ਤਾਂ ਮਾਈਨਸ ਦੇ ਕੇਸ ਦੇ ਵਿੱਚ ਵੀ ਇਹ ਜਿਹੜੀ ਇੱਕ ਡੀ ਮੋਇਵਰਸ ਥਿਊਰਮ ਹੈ ਉਹ ਵੈਲਿਡ ਹੋਵੇਗੀ। ਕਿਸ ਤਰ੍ਹਾਂ ਰਾਜੇ, ਸਾਨੂੰ ਪਤਾ ਹੈ ਕਿ ਜਿਹੜਾ cos ਮਾਈਨਸ ਥੀਟਾ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ cos ਥੀਟਾ ਦੇ 4th ਕੁਆਡਰੈਂਟ ਦੀ ਗੱਲ ਕਰ ਰਹੇ ਹਾਂ, ਅਤੇ ਜਿਹੜਾ ਸਾਈਨ ਮਾਈਨਸ ਥੀਟਾ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਮਾਈਨਸ ਸਾਈਨ ਥੀਟਾ ਦੇ ਵਿੱਚ। ਤਾਂ ਰਾਜੇ ਇੱਥੇ ਅਸੀਂ ਕੀ ਲਿਖ ਸਕਦੇ ਹਾਂ, ਇਸ ਨੂੰ ਲਿਖ ਸਕਦੇ ਹਾਂ cos ਮਾਈਨਸ ਥੀਟਾ ਪਲੱਸ ਆਈਟਾ ਸਾਈਨ ਮਾਈਨਸ ਥੀਟਾ ਦੀ ਹੋਲ ਪਾਵਰ n। ਹੁਣ ਜਦੋਂ ਅਸੀਂ ਸਾਈਨ ਮਾਈਨਸ ਥੀਟਾ ਨੂੰ ਓਪਨ ਕਰਾਂਗੇ ਤਾਂ ਸਾਡੇ ਕੋਲ ਇੱਥੇ ਮਾਈਨਸ ਆ ਜਾਏਗਾ, ਤਾਂ ਇਹ ਦੁਬਾਰਾ ਫੇਰ ਤੋਂ ਆਹੀ ਜਿਹੜੀ ਹੈ ਆਪਣੇ ਕੋਲ ਕੰਡੀਸ਼ਨ ਬਣ ਜਾਏਗੀ। ਤਾਂ ਰਾਜੇ ਹੁਣ ਇੱਥੇ ਕੀ ਕਰ ਸਕਦੇ ਹਾਂ ਆਪਾਂ, ਡੀ ਮੋਇਵਰਸ ਥਿਊਰਮ ਅਪਲਾਈ ਕਰ ਸਕਦੇ ਹਾਂ ਕਿਉਂਕਿ ਐਂਗਲ ਵੀ ਸੇਮ ਹੈ, ਆਇਟਾ ਜਿਹੜਾ ਸਾਈਨ ਨਾਲ ਲੱਗਿਆ ਅਤੇ ਇੱਥੇ ਪਲੱਸ ਦਾ ਨਿਸ਼ਾਨ ਹੈ, ਤਾਂ ਆਪਣੇ ਕੋਲ ਕੀ ਆ ਗਿਆ cos ਮਾਈਨਸ n ਥੀਟਾ ਪਲੱਸ ਆਇਟਾ ਸਾਈਨ ਮਾਈਨਸ n ਥੀਟਾ। ਤਾਂ ਕਿਹਦੇ ਕੋਲ ਆ ਗਿਆ, ਇਹ ਆ ਗਿਆ cos n ਥੀਟਾ ਮਾਈਨਸ ਆਇਟਾ ਸਾਈਨ n ਥੀਟਾ ਦੇ ਬਰਾਬਰ ਆਪਣੇ ਕੋਲ ਆਨਸਰ ਆ ਗਿਆ। ਤਾਂ ਇਸ ਲਈ ਰਾਜੇ ਜਦੋਂ ਆਪਣੇ ਕੋਲ ਮਾਈਨਸ ਹੁੰਦਾ ਹੈ ਤਾਂ ਅਸੀਂ ਡਾਇਰੈਕਟ ਜਿਹੜਾ ਹੈ ਉਹ ਕੀ ਲਿਖ ਲੈਂਦੇ ਹਾਂ, ਜਦੋਂ ਆਪਣੇ ਕੋਲ ਇੱਥੇ ਮਾਈਨਸ ਹੋਵੇ ਤਾਂ ਅਸੀਂ ਡਾਇਰੈਕਟ ਲਿਖ ਲੈਂਦੇ ਹਾਂ cos n ਥੀਟਾ ਮਾਈਨਸ ਆਇਟਾ ਸਾਈਨ n ਥੀਟਾ। ਲੇਕਿਨ ਉਹ ਬਣਿਆ ਕਿਵੇਂ ਆ, ਮਾਈਨਸ ਦੇ ਸਾਈਨ ਦੇ ਨਾਲ ਬਣਿਆ, ਕਿ ਮਾਈਨਸ ਦੇ ਸਾਈਨ ਨਾਲ ਕੋਈ ਰੂਲ ਨਹੀਂ ਹੈ, ਅਸੀਂ ਜਸਟ ਕੀ ਕੀਤਾ, ਆਹ cos ਥੀਟਾ ਦੀ ਜਗ੍ਹਾ 'ਤੇ cos ਮਾਈਨਸ ਥੀਟਾ ਲਿਖਤਾ ਅਤੇ ਸਾਈਨ ਥੀਟਾ ਦੀ ਜਗ੍ਹਾ 'ਤੇ ਸਾਈਨ ਮਾਈਨਸ ਥੀਟਾ ਲਿਖਤਾ, ਅਤੇ ਵਿਚਾਲੇ ਅਸੀਂ ਪਲੱਸ ਯੂਜ਼ ਕਰਕੇ ਡੀ ਮੋਇਵਰਸ ਥਿਊਰਮ ਅਪਲਾਈ ਹੋ ਗਈ, ਜਦ ਕਿ ਡੀ ਮੋਇਵਰਸ ਥਿਊਰਮ ਹਮੇਸ਼ਾ ਪਲੱਸ 'ਤੇ ਹੀ ਅਪਲਾਈ ਹੋਵੇਗੀ। ਅੱਜ ਜੇ ਆਪਣੇ ਕੋਲ ਮਾਈਨਸ ਹੈ ਤਾਂ ਉਸ ਨੂੰ ਪਲੱਸ ਕਿਸ ਤਰ੍ਹਾਂ ਬਣਾਉਣਾ ਹੈ ਇਹ ਮੈਂ ਤੁਹਾਨੂੰ ਦੱਸ ਦਿੱਤਾ। ਇਸ ਥਰਡ ਜਿਹੜੀ ਆਪਣੇ ਕੋਲ ਐਕਸਪ੍ਰੈਸ਼ਨ ਹੈ, ਤਾਂ ਇਸ ਜਿਹੜੀਆਂ ਕੁਐਸਚਨਸ ਨੇ ਅਤੇ ਇਹ ਜਿਹੜੀ ਸਾਡੇ ਕੋਲ ਡੀ ਮੋਇਵਰਸ ਥਿਊਰਮ ਦਾ ਪਹਿਲਾ ਪਾਰਟ ਹੈ ਫॉर ਆਲ ਇੰਟੀਜਰਸ ਵਾਸਤੇ, ਤਾਂ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣਾ ਹੈ, ਇਹ ਬਹੁਤ ਹੀ ਇੰਪੋਰਟੈਂਟ ਜਿਹੜੇ ਸਾਡੇ ਕੋਲ ਰਿਜ਼ਲਟਸ ਨੇ ਰਾਜੇ ਬਹੁਤ ਯੂਜ਼ ਹੁੰਦੇ ਨੇ ਕੁਐਸਚਨਸ ਦੇ ਵਿੱਚ, ਤਾਂ ਇਹਨਾਂ ਨੂੰ ਜਿਹੜਾ ਵਾਰ-ਵਾਰ ਪ੍ਰੈਕਟਿਸ ਕਰਨਾ ਹੈ। ਦੋ ਤਰ੍ਹਾਂ ਦੇ ਕੁਐਸਚਨ ਨੇ ਸਾਡੇ ਕੋਲ ਇੱਥੇ, ਕਹਿੰਦੇ ਫਾਈਂਡ ਕਰੋ x ਕਿਊਬ ਨੂੰ ਫਾਰ x ਇਜ਼ ਇਕੁਅਲ ਟੂ -1/2 ਪਲੱਸ ਸਕੁਅਰ ਰੂਟ ਆਫ 3/2 ਆਇਟਾ। ਤਾਂ ਰਾਜੇ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਆ ਇਹ ਜਿਹੜੀ ਸ਼ਕਲ ਨਜ਼ਰ ਆ ਰਹੀ ਹੈ ਇਸ ਕੁਐਸਚਨ ਦੀ, ਇਸ ਨੂੰ ਦੇਖ ਕੇ ਅਗਰ ਤੁਹਾਨੂੰ ਕੁਝ ਯਾਦ ਆ ਰਿਹਾ ਤਾਂ ਇਹ ਕੁਐਸਚਨ ਜਿਹੜਾ ਉਹ 1 ਸੈਕਿੰਡ ਦੇ ਵਿੱਚ ਜਿਹੜਾ ਹੱਲ ਹੋ ਜਾਏਗਾ। ਸਾਨੂੰ ਪਤਾ ਹੈ ਰਾਜੇ ਕਿ ਕਿਊਬ ਰੂਟ ਆਫ ਜਿਹੜਾ ਯੂਨਿਟੀ ਹੈ ਓਮੇਗਾ ਉਹ ਬਰਾਬਰ ਕਿਸ ਦੇ ਹੁੰਦਾ ਹੈ, ਉਹ ਹੁੰਦਾ ਹੈ -1 ਪਲੱਸ ਸਕੁਅਰ ਰੂਟ ਆਫ 3 ਆਇਟਾ ਡਿਵਾਈਡਡ ਬਾਈ 2 ਦੇ। ਤਾਂ ਇਹ ਜਿਹੜੀ ਸਾਡੇ ਕੋਲ ਆਪਣੇ ਕੋਲ x ਦੀ ਵੈਲਿਊ ਦੇ ਰੱਖੀ ਹੈ, ਇਸ ਨੂੰ ਅਸੀਂ ਜਿਹੜਾ ਹੈ 2 ਕਾਮਨ ਲੈ ਕੇ ਓਮੇਗਾ ਵਾਂਗੂ ਹੀ ਬਣਾ ਲਵਾਂਗੇ, ਸਕੁਅਰ ਰੂਟ ਆਫ 3/2 ਇੰਟੂ ਆਇਟਾ। ਤਾਂ ਇਹ ਆਪਣੇ ਕੋਲ ਕਿਹਦੀ ਵੈਲਿਊ ਦੇ ਰੱਖੀ ਹੈ, ਓਮੇਗਾ ਦੀ ਵੈਲਿਊ ਜਿਹੜੀ ਆ ਦੇ ਰੱਖੀ ਹੈ। ਅਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਓਮੇਗਾ ਦਾ ਕਿਊਬ ਕਰਾਂਗੇ, ਕਿਉਂਕਿ ਅਸੀਂ ਫਾਈਂਡ ਕੀ ਕਰਨਾ x ਕਿਊਬ, ਮਤਲਬ ਕਿ ਇਹਦਾ ਕਿਊਬ ਫਾਈਂਡ ਆਊਟ ਕਰਨਾ ਹੈ। ਇੱਕ ਤਰੀਕਾ ਤਾਂ ਇਹ ਆ ਵੀ ਇਹਦਾ ਕਿਊਬ ਕਰਨ ਬੈਠ ਜਾਓ, ਆਰਾਮ ਨਾਲ ਰੋਟੀ ਚਾਹ ਪਾਣੀ ਲੈ ਕੇ ਆਰਾਮ ਨਾਲ ਬੈਠੇ ਰਹੋ ਅਤੇ ਇਹਨੂੰ ਕਿਊਬ ਕਰੋ, ਠੀਕ ਹੈ ਜੀ। ਫਾਈਂਡ ਕਰੋ a ਕਿਊਬ ਪਲੱਸ b ਕਿਊਬ, ਫਿਰ ਉਸ ਤੋਂ ਬਾਅਦ 3a ਸਕੁਅਰ b 3b ਸਕੁਅਰ a, ਆਰਾਮ ਨਾਲ ਕਰੀ ਚੱਲੋ। ਦੂਸਰਾ ਤਰੀਕਾ ਕੀ ਹੈ ਕਿ ਪ੍ਰੋਪਰਟੀਜ਼ ਦਾ ਯੂਜ਼ ਕਰਕੇ ਹੀ ਇਸ ਕੁਐਸਚਨ ਨੂੰ ਸੋਲਵ ਕੀਤਾ ਜਾ ਸਕਦਾ ਹੈ। ਤਾਂ ਆਪਾਂ ਨੂੰ ਪਤਾ ਹੈ ਕਿ ਇਸ ਦੇ ਟਰਮ ਦੇ ਜਗ੍ਹਾ 'ਤੇ ਅਸੀਂ ਕੀ ਪੁੱਟ ਕਰ ਸਕਦੇ ਹਾਂ, ਓਮੇਗਾ, ਅਤੇ ਉਸ ਦਾ ਕੀ ਫਾਈਂਡ ਆਊਟ ਕਰਨਾ, ਕਿਊਬ। ਤਾਂ ਆਪਾਂ ਨੂੰ ਪਤਾ ਹੈ ਓਮੇਗਾ ਕਿਊਬ ਕਿਹਦੇ ਬਰਾਬਰ ਹੁੰਦਾ, 1 ਦੇ। ਤਾਂ ਆਨਸਰ ਕਿੰਨਾ ਆ ਗਿਆ, 1 ਆ ਗਿਆ। ਨੈਕਸਟ ਜਿਹੜਾ ਕੁਐਸਚਨ ਰਾਜੇ ਇਹ ਥੋੜ੍ਹਾ ਜਿਹਾ ਅਲੱਗ ਹੈ। ਇਸ ਕੁਐਸਚਨ ਦੇ ਵਿੱਚ ਅਸੀਂ ਅਗਰ ਦੇਖੀਏ ਕਿ ਅਗਰ ਇਸ ਨੂੰ ਬਣਾਉਣਾ ਚਾਹੀਏ ਤਾਂ ਆਪਣੇ ਕੋਲ ਨਹੀਂ ਬਣੇਗਾ ਓਮੇਗਾ ਵਰਗੀ ਜਿਹੜੀ ਆਪਣੇ ਕੋਲ ਜਿਹੜੀ ਆ ਟਰਮ ਹੈ ਉਹ ਨਹੀਂ ਬਣੇਗੀ। ਤਾਂ ਇਸ ਕੇਸ ਦੇ ਵਿੱਚ ਅਸੀਂ ਜਿਹੜਾ ਉਹ ਫਾਈਂਡ ਆਊਟ ਕਰਨਾ x ਕਿਊਬ। ਤਾਂ ਇਸ ਕੇਸ ਦੇ ਵਿੱਚ ਅਸੀਂ ਕੀ ਕਰਾਂਗੇ, ਇਸ ਕੇਸ ਦੇ ਵਿੱਚ ਰਾਜੇ ਹਮੇਸ਼ਾ ਯਾਦ ਰੱਖਿਓ ਅਸੀਂ ਬਣਾਵਾਂਗੇ ਇਹਨੂੰ ਪੋਲਰ ਫਾਰਮ ਦੇ ਵਿੱਚ। ਕੁਐਸਚਨਸ ਜਿਹੜੇ ਨੇ ਬਹੁਤ ਜ਼ਿਆਦਾ ਸੋਲਵ ਹੁੰਦੇ ਨੇ ਪੋਲਰ ਫਾਰਮ ਦੇ ਵਿੱਚ ਕਨਵਰਟ ਕਰਨ ਤੋਂ ਬਾਅਦ। ਪੋਲਰ ਫਾਰਮ ਕੀ ਹੁੰਦੀ ਹੈ ਕਿਸੇ ਵੀ ਕੰਪਲੈਕਸ ਨੰਬਰ ਦੀ, ਉਹ ਹੁੰਦੀ z=r cos ਥੀਟਾ ਪਲੱਸ ਆਇਟਾ ਸਾਈਨ ਥੀਟਾ। ਸਾਨੂੰ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, 2। ਇੱਕ ਤਾਂ r ਮਤਲਬ ਕਿ ਮੋਡ ਦੀ, ਅਤੇ ਦੂਜਾ ਥੀਟਾ ਮਤਲਬ ਆਰਗੂਮੈਂਟ ਦੀ। ਤਾਂ ਹੁਣ ਆਪਾਂ ਕੀ ਕਰਾਂਗੇ, ਇੱਥੋਂ ਸਾਨੂੰ ਪਤਾ ਇਹ ਆਪਣੇ ਕੋਲ ਕੀ ਹੈ, ਰੀਅਲ ਪਾਰਟ ਆ ਗਈ, ਆਪਣੇ ਕੋਲ 1/2 ਕੀ ਹੈ, ਇਮੈਜਨਰੀ ਪਾਰਟ। ਤਾਂ ਆਪਾਂ ਨੂੰ ਸਿਰਫ r ਦੀ ਵੈਲਿਊ ਕੱਢਣ ਵਾਸਤੇ ਰੀਅਲ ਅਤੇ ਇਮੈਜਨਰੀ ਪਾਰਟ ਦੀ ਹੀ ਜ਼ਰੂਰਤ ਹੁੰਦੀ ਹੈ। ਤਾਂ r ਕਿੰਨਾ ਆ ਗਿਆ, ਉਹ ਆ ਗਿਆ ਸਕੁਅਰ ਰੂਟ ਆਫ ਰੀਅਲ ਪਾਰਟ ਦਾ ਸਕੁਅਰ ਮਤਲਬ 3/4 ਪਲੱਸ ਇਮੈਜਨਰੀ ਪਾਰਟ ਦਾ ਸਕੁਅਰ ਮਤਲਬ 1/4। ਤਾਂ ਕਿੰਨਾ ਆ ਗਿਆ ਰਾਜੇ, ਆਪਣੇ ਕੋਲ ਆਨਸਰ ਆ ਗਿਆ, r ਆ ਗਿਆ 1 ਆ ਗਿਆ। ਹੁਣ ਕੀ ਫਾਈਂਡ ਆਊਟ ਕਰਨਾ, ਥੀਟਾ ਕਾਹਦੇ ਬਰਾਬਰ ਹੁੰਦਾ ਹੈ, ਉਹ ਆਪਾਂ ਚੈੱਕ ਕਰਦੇ ਹਾਂ ਵੀ ਕਿਹੜੇ ਕੁਆਡਰੈਂਟ 'ਚ ਜਾਂ ਕਿਹੜੀ ਐਕਸਿਸ ਦੇ ਉੱਪਰ ਸਾਡਾ ਜਿਹੜਾ ਪੁਆਇੰਟ ਲਾਈ ਕਰਦਾ। ਇਹ ਲਾਈ ਕਰਦਾ ਆਪਣੇ ਫਸਟ ਕੁਆਡਰੈਂਟ 'ਚ, ਕਿਉਂਕਿ x ਵੀ ਪੋਜ਼ੀਟਿਵ ਹੈ ਅਤੇ y ਵੀ ਜਿਹੜਾ ਸਾਡੇ ਕੋਲ ਪੋਜ਼ੀਟਿਵ ਹੈ। ਇਹਨੂੰ ਲਿਖ ਸਕਦੇ ਹਾਂ ਸਕੁਅਰ ਰੂਟ ਆਫ 3/2 1/2
ਕੌਮਾ 1/2 ਇਸ ਨੂੰ ਐਜ਼ ਅ ਪੁਆਇੰਟ ਅਸੀਂ ਕੰਪਲੈਕਸ ਨੰਬਰ ਨੂੰ ਆਰਗਨ ਪਲੇਨ ਦੇ ਵਿੱਚ ਲਿਖ ਸਕਦੇ ਹਾਂ। ਹੁਣ ਸਾਡੇ ਕੋਲ ਥੀਟਾ ਕਿਹਦੇ ਬਰਾਬਰ ਹੈ, ਉਹ ਬਰਾਬਰ ਹੈ tan ਇਨਵਰਸ ਮੋਡੂਲਸ ਆਫ y ਅਪੋਨ x, ਮਤਲਬ 1/2 ਅਪੋਨ ਸਕੇਅਰ ਰੂਟ ਆਫ 3/2। ਤਾਂ ਸਾਡੇ ਕੋਲ ਕਿੰਨਾ ਆ ਗਿਆ ਰਾਜੇ, ਇਹ ਆ ਗਿਆ ਆਪਣੇ ਕੋਲ 1/ਸਕੇਅਰ ਰੂਟ ਆਫ 3 ਆ ਗਿਆ। ਤੇ 1/ਸਕੇਅਰ ਰੂਟ ਆਫ 3 ਕਿਸ ਦੇ ਬਰਾਬਰ ਹੁੰਦਾ ਹੈ, ਉਹ ਬਰਾਬਰ ਹੁੰਦਾ tan 30 ਡਿਗਰੀ। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 30 ਡਿਗਰੀ। ਤਾਂ ਥੀਟਾ ਵੀ ਕੱਢ ਲਿਆ ਸੀ ਰਾਜੇ, ਤੇ ਅਸੀਂ ਫਾਈਂਡ ਆਊਟ ਕਰ ਲਿਆ ਆਰ ਵੀ। ਤਾਂ ਦੋਨੇ ਟਰਮਸ ਜਿਹੜੀਆਂ ਨੇ ਸਾਨੂੰ ਫਾਈਂਡ ਆਊਟ ਹੋ ਚੁੱਕੀਆਂ ਨੇ ਇਸ ਨੂੰ ਪੋਲਰ ਫਾਰਮ ਦੇ ਵਿੱਚ ਕਨਵਰਟ ਕਰਨ ਲਈ। ਤਾਂ ਪੋਲਰ ਫਾਰਮ ਦੇ ਜਦੋਂ ਅਸੀਂ ਕਨਵਰਟ ਕੀਤਾ ਤਾਂ ਸਾਡੇ ਕੋਲ ਜਿਹੜਾ ਆ ਗਿਆ ਆਪਣੇ ਕੋਲ ਕੰਪਲੈਕਸ ਨੰਬਰ 1 cos 30 ਡਿਗਰੀ ਪਲਸ ਆਇਟਾ ਸਾਈਨ 30 ਡਿਗਰੀ। ਇਹ ਆਪਣੇ ਕੋਲ x ਜਿਹੜਾ ਹੈ ਪੋਲਰ ਫਾਰਮ ਦੇ ਵਿੱਚ ਅਸੀਂ ਲਿਖ ਲਿਆ। ਹੁਣ ਜੇ ਅਸੀਂ ਫਾਈਂਡ ਕੀ ਕਰਨਾ, ਅਸੀਂ ਫਾਈਂਡ ਕਰਨਾ x ਕਿਊਬ। ਤਾਂ x ਕਿਊਬ ਕਿਸ ਦੇ ਬਰਾਬਰ ਆ ਜਾਊਗਾ, ਉਹ ਬਰਾਬਰ ਆ ਜਾਊਗਾ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ 3 ਦੇ। ਥੀਟਾ ਕਿੰਨਾ 30 ਡਿਗਰੀ, ਤਾਂ ਇੱਥੇ ਜਿਹੜਾ ਸਾਈਨ ਦੇ ਨਾਲ ਵੀ ਅਸੀਂ ਕਿੰਨਾ ਪੁੱਟ ਕਰਾਂਗੇ 30 ਡਿਗਰੀ ਹੀ ਪੁੱਟ ਕਰਾਂਗੇ। ਹੁਣ ਅਸੀਂ ਕੀ ਯੂਜ਼ ਕਰਾਂਗੇ, ਡਿਮਾਈਵਰਸ ਥਿਊਰਮ। ਡਿਮਾਈਵਰਸ ਥਿਊਰਮ ਕੀ ਕਹਿੰਦੀ ਹੈ, ਉਹ ਕਹਿੰਦੀ ਹੈ ਵੀ ਜੇ ਆਪਣੇ ਕੋਲ n ਜਿਹੜਾ ਬਿਲੋਂਗ ਕਰਦਾ ਇੰਟੀਜਰ ਨੂੰ ਤੇ ਆਇਟਾ ਜਿਹੜਾ ਹੈ ਸਾਈਨ ਨਾਲ ਹੈ ਤੇ ਐਂਗਲ ਜਿਹੜੇ ਸੇਮ ਹੋਣੇ ਚਾਹੀਦੇ ਨੇ, ਤਾਂ ਆਪਾਂ ਇਹਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ cos 3 × 30 ਡਿਗਰੀ ਪਲਸ ਆਇਟਾ ਸਾਈਨ 3 × 30 ਡਿਗਰੀ ਦੇ। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ cos 90 ਡਿਗਰੀ ਪਲਸ ਆਇਟਾ ਸਾਈਨ 90 ਡਿਗਰੀ। ਤਾਂ ਸਾਨੂੰ ਪਤਾ ਹੈ cos 90 ਡਿਗਰੀ ਕਿੰਨਾ ਹੁੰਦਾ ਹੈ 0, ਸਾਈਨ 90 ਡਿਗਰੀ ਕਿੰਨਾ ਹੁੰਦਾ 1। ਤਾਂ ਆਨਸਰ ਕਿੰਨਾ ਆ ਗਿਆ, ਆਇਟਾ ਆਨਸਰ ਆ ਗਿਆ। ਤਾਂ ਰਾਜੇ ਇੱਦਾਂ ਅਸੀਂ ਪੋਲਰ ਫਾਰਮ ਦੇ ਵਿੱਚ ਜਿਹੜਾ ਕਨਵਰਟ ਕਰਕੇ ਬੜੇ ਹੀ ਆਸਾਨ ਤਰੀਕੇ ਦੇ ਨਾਲ ਇਹੋ ਜਿਹੇ ਕੁਐਸਚਨਸ ਨੂੰ ਸੋਲਵ ਕਰ ਸਕਦੇ ਹਾਂ ਡਿਮਾਈਵਰਸ ਥਿਊਰਮ ਦੀ ਮਦਦ ਦੇ ਨਾਲ। ਤਾਂ ਕੁਐਸਚਨਸ ਜਿਹੜੇ ਨੇ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਖੁਦ ਬ ਖੁਦ ਜਿਹੜਾ ਹੈ ਰਾਜੇ ਇਹ ਸਾਰੇ ਸਟੈਪਸ ਯਾਦ ਹੋ ਜਾਣਗੇ, ਪਰ ਜਿਹੜਾ ਹੈ ਪ੍ਰੈਕਟਿਸ ਜ਼ਰੂਰ ਕਰਨੀ ਹੈ। ਇਸੇ ਟੌਪਿਕ ਦੇ ਨਾਲ ਰਿਲੇਟਡ ਸਾਡੇ ਕੋਲ ਇੱਕ ਹੋਰ ਐਗਜ਼ਾਮਪਲ ਹੈ। ਕਹਿੰਦੇ ਫਾਈਂਡ ਕਰੋ x ਦੀ ਪਾਵਰ 15 ਨੂੰ ਫਾਰ x = 1 ਪਲਸ ਆਇਟਾ ਬਾਈ ਸਕੇਅਰ ਰੂਟ ਆਫ 2, ਅਤੇ ਇਸ ਨੂੰ ਅਸੀਂ 1/ਸਕੇਅਰ ਰੂਟ ਆਫ 2 ਪਲਸ ਆਇਟਾ ਬਾਈ ਸਕੇਅਰ ਰੂਟ ਆਫ 2 ਵੀ ਲਿਖ ਸਕਦੇ ਹਾਂ। ਤਾਂ ਇਸ ਨੂੰ ਵੀ ਅਸੀਂ ਰਾਜੇ ਡਿਮਾਈਵਰਸ ਥਿਊਰਮ ਦੀ ਮਦਦ ਦੇ ਨਾਲ ਹੀ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਨੂੰ ਕਨਵਰਟ ਕਰਾਂਗੇ ਪੋਲਰ ਫਾਰਮ ਦੇ ਵਿੱਚ। ਉਸ ਲਈ ਸਾਨੂੰ ਚਾਹੀਦੀਆਂ ਨੇ ਦੋ ਚੀਜ਼ਾਂ, ਇੱਕ r ਤੇ ਇੱਕ ਥੀਟਾ। r ਸਾਡੇ ਕੋਲ ਹੁੰਦਾ ਰੀਅਲ ਪਾਰਟ ਦਾ ਸਕੇਅਰ, ਉਹ ਆ ਗਿਆ 1/2 ਪਲਸ ਇਮੈਜਨਰੀ ਪਾਰਟ ਦਾ ਸਕੇਅਰ, ਉਹ ਵੀ ਆ ਗਿਆ 1/2। ਤਾਂ r ਆ ਗਿਆ 1। ਥੀਟਾ ਸਾਡੇ ਕੋਲ ਰਾਜੇ ਫਸਟ ਕੁਆਡਰੈਂਟ 'ਚ ਹੁੰਦਾ tan ਇਨਵਰਸ y/x, ਤਾਂ ਉਹ ਆਪਣੇ ਕੋਲ ਕਿੰਨਾ ਆ ਗਿਆ 45 ਡਿਗਰੀ ਆ ਗਿਆ। ਤਾਂ ਥੀਟਾ ਵੀ ਆ ਗਿਆ, r ਵੀ ਆ ਗਿਆ। ਤਾਂ ਹੁਣ ਇਸ ਨੂੰ ਕਿੱਦਾਂ ਅਸੀਂ ਪੋਲਰ ਫਾਰਮ 'ਚ ਲਿਖ ਸਕਦੇ ਹਾਂ cos 45 ਡਿਗਰੀ। 45 ਡਿਗਰੀ ਨੂੰ ਅਸੀਂ ਰਾਜੇ π/4 ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ, π/4 ਪਲਸ ਆਇਟਾ ਸਾਈਨ π/4। ਇਹ ਅਸੀਂ ਵੈਲਿਊ ਫਾਈਂਡ ਆਊਟ ਕਰ ਲਈ x ਦੀ ਇਨ ਪੋਲਰ ਫਾਰਮ। ਲੇਕਿਨ ਸਾਨੂੰ x ਦੀ 15 ਫਾਈਂਡ ਆਊਟ ਕਰਨ ਲਈ ਕਿਹਾ ਗਿਆ, ਤਾਂ cos π/4 ਪਲਸ ਆਇਟਾ ਸਾਈਨ π/4 ਦੀ ਪਾਵਰ ਕਿੰਨੀ ਆ ਜੂ 15। ਹੁਣ ਇੱਥੇ ਅਸੀਂ ਡਿਮਾਈਵਰਸ ਥਿਊਰਮ ਯੂਜ਼ ਕਰਾਂਗੇ, ਤਾਂ ਆਪਣੇ ਕੋਲ cos 15 π/4 ਪਲਸ ਆਇਟਾ ਸਾਈਨ 15 π/4। ਜਦੋਂ ਅਸੀਂ ਡਿਮਾਈਵਰਸ ਥਿਊਰਮ ਅਪਲਾਈ ਕੀਤੀ ਰਾਜੇ, ਸਭ ਤੋਂ ਪਹਿਲਾਂ ਅਸੀਂ ਦੇਖਿਆ n ਸਾਡੇ ਕੋਲ ਇੰਟੀਜਰ ਹੈ ਤੇ ਜਿਹੜਾ ਐਂਗਲ ਹੈ ਉਹ ਸੇਮ ਹੈ ਸਾਈਨ ਤੇ cos ਦੋਨਾਂ ਨਾਲ, ਤੇ ਆਇਟਾ ਜਿਹੜਾ ਹੈ ਉਹ ਸਾਈਨ ਦੇ ਨਾਲ ਹੀ ਲੱਗਿਆ ਹੋਇਆ, ਤੇ ਨਾਲ ਸਾਡੇ ਕੋਲ ਦੋਨਾਂ ਵਿਚਾਲੇ ਨਿਸ਼ਾਨ ਜਿਹੜਾ ਹੈ ਉਹ ਪਲੱਸ ਦਾ ਆਪਰੇਸ਼ਨ ਹੈ। ਤਾਂ ਇਹ ਸਾਰੀਆਂ ਟਰਮਸ ਜਿਹੜੀਆਂ ਨੇ ਉਹ ਫੁੱਲਫਿਲ ਹੁੰਦੀਆਂ ਨੇ ਡਿਮਾਈਵਰਸ ਥਿਊਰਮ ਲਗਾਉਣ ਲਈ। ਤਾਂ ਅਸੀਂ ਅਪਲਾਈ ਕਰਨ ਤੋਂ ਬਾਅਦ 15 π/4 ਪਲਸ ਆਇਟਾ ਸਾਈਨ 15 π/4 ਆ ਗਿਆ। 15 π/4 ਜਿਹੜਾ ਹੈ ਉਹ ਸਾਡੇ ਕੋਲ ਰਿਪਰੈਜ਼ੈਂਟ ਕਰਦਾ ਹੈ 675 ਡਿਗਰੀ ਨੂੰ, ਮਤਲਬ ਕਿ cos 675 ਡਿਗਰੀ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤੇ ਸਾਈਨ 675 ਡਿਗਰੀ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਅਸੀਂ ਜਿਹੜਾ ਹੈ ਇਸ ਨੂੰ ਲਿਖ ਸਕਦੇ ਹਾਂ cos 4π ਮਾਈਨਸ π/4 ਪਲਸ ਆਇਟਾ ਸਾਈਨ 4π ਮਾਈਨਸ π/4 ਦੇ ਬਰਾਬਰ। ਰਾਜੇ 15 π/4 675 ਹੁੰਦਾ ਹੈ, 4π ਆਪਣੇ ਕੋਲ ਕਿੰਨਾ ਆ ਗਿਆ 720 ਡਿਗਰੀ। ਜਦੋਂ ਅਸੀਂ 720 ਡਿਗਰੀ ਚੋਂ 45 ਡਿਗਰੀ ਮਾਈਨਸ ਕੀਤਾ ਤਾਂ ਆਪਣੇ ਕੋਲ ਕਿੰਨਾ ਆਇਆ 675 ਡਿਗਰੀ। ਤਾਂ ਇਸੇ ਕਰਕੇ ਮੈਂ ਜਿਹੜਾ ਹੈ 675 ਡਿਗਰੀ ਨੂੰ ਕੀ ਲਿਖਿਆ 720 ਡਿਗਰੀ ਮਾਈਨਸ 45 ਡਿਗਰੀ। ਹੁਣ ਸਾਨੂੰ ਪਤਾ ਰਾਜੇ ਕਿ 720 ਡਿਗਰੀ ਮਾਈਨਸ ਥੀਟਾ, ਉਹ 720 ਡਿਗਰੀ ਮਾਈਨਸ ਥੀਟਾ ਇਹ ਆਪਣੇ ਕੋਲ ਐਂਗਲ ਲਾਈ ਕਰਦਾ ਹੈ ਫੋਰਥ ਕੁਆਡਰੈਂਟ 'ਚ, ਤੇ ਫੋਰਥ ਦੇ ਵਿੱਚ cos ਕੀ ਹੁੰਦਾ ਹੈ ਪੋਜ਼ਿਟਿਵ, ਸਾਈਨ ਕੀ ਹੁੰਦਾ ਹੈ ਨੈਗੇਟਿਵ। ਤਾਂ ਇੱਥੋਂ ਆਪਣੇ ਕੋਲ ਕੀ ਆ ਗਿਆ cos ਪੋਜ਼ਿਟਿਵ ਆ ਗਿਆ π/4 ਤੇ ਸਾਈਨ ਕੀ ਆ ਗਿਆ ਨੈਗੇਟਿਵ ਸਾਈਨ π/4 ਆ ਗਿਆ।
ਇਸ ਤੋਂ ਬਾਅਦ ਰਾਜੇ ਆਪਣੇ ਕੋਲ cos π/4 ਦੀ ਜਿਹੜੀ ਵੈਲਿਊ ਹੁੰਦੀ ਹੈ cos 45 ਡਿਗਰੀ ਦੀ ਵੈਲਿਊ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਕਿੰਨੀ ਹੁੰਦੀ ਹੈ, ਉਹ ਹੁੰਦੀ ਹੈ ਆਪਣੇ ਕੋਲ 1/√2 ਤੇ ਮਾਈਨਸ ਆਇਟਾ 1/√2 ਦੇ। ਹੁਣ ਤੱਕ ਅਸੀਂ ਡੀ ਮੋਇਵਰਸ ਥਿਊਰਮ ਦੇ ਵਿੱਚ ਪੜ੍ਹਿਆ ਕਿ ਡੀ ਮੋਇਵਰਸ ਥਿਊਰਮ ਜਿਹੜੀ ਹੈ ਉਹ ਸਾਰੇ ਹੀ ਰੀਅਲ ਨੰਬਰ ਲਈ ਕੀ ਹੈ, ਡਿਫਾਈਨਡ ਹੈ। ਤਾਂ ਅਸੀਂ ਕੀ ਕੀਤਾ, ਪਾਰਟ ਦੇ ਵਿੱਚ ਡਿਵਾਈਡ ਕਰ ਲਿਆ ਇਸ ਥਿਊਰਮ ਨੂੰ। ਫਸਟ ਪਾਰਟ ਦੇ ਵਿੱਚ ਅਸੀਂ ਪੜ੍ਹਿਆ ਸੀ ਇੰਟੀਜਰਸ ਬਾਰੇ, ਡੀ ਮੋਇਵਰਸ ਥਿਊਰਮ ਦੀ ਕੀ ਸਟੇਟਮੈਂਟ ਹੈ। ਸੈਕੰਡ ਪਾਰਟ ਜਿਹੜਾ ਸਾਡੇ ਕੋਲ, ਉਹਦੇ ਵਿੱਚ ਅਸੀਂ ਪੜ੍ਹਾਂਗੇ ਰੈਸ਼ਨਲ ਨੰਬਰ ਲਈ ਸਾਡੀ ਡੀ ਮੋਇਵਰਸ ਥਿਊਰਮ ਕਿਸ ਤਰ੍ਹਾਂ ਡਿਫਾਈਨਡ ਹੁੰਦੀ ਹੈ। ਤਾਂ ਸਟੇਟਮੈਂਟ ਸਾਨੂੰ ਦੇ ਰੱਖੀ ਹੈ ਕਿ ਫॉर n ਬਿਲੋਂਗਸ ਟੂ Q ਮਾਈਨਸ Z। ਇਹਦਾ ਮਤਲਬ ਹੈ ਰਾਜੇ ਕਿ n ਜਿਹੜਾ ਉਹ ਰੈਸ਼ਨਲ ਨੰਬਰ ਨੂੰ ਬਿਲੋਂਗ ਕਰ ਰਿਹਾ, ਪਰ ਉਹਦੇ ਵਿੱਚ ਇੰਟੀਜਰਸ ਨਹੀਂ ਹੋਣੇ ਚਾਹੀਦੇ, ਕਿਉਂਕਿ ਇੰਟੀਜਰਸ ਬਾਰੇ ਅਸੀਂ ਆਲਰੇਡੀ ਅਲੱਗ ਤੋਂ ਪੜ੍ਹ ਰਿਹਾ। ਤਾਂ ਅਸੀਂ ਇੱਥੇ ਸਿਰਫ ਫ੍ਰੈਕਸ਼ਨਸ ਵਾਲੀਆਂ ਟਰਮ ਦੀ ਗੱਲ ਕੀਤੀ ਹੈ। ਤਾਂ ਕਹਿੰਦੇ ਦੈਨ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ p/q ਹੈਜ਼ q different roots out of which one root is cos p theta by q plus iota sin p theta by q where q ਜਿਹੜਾ ਉਹ 0 ਵੀ ਨਹੀਂ ਹੋਣਾ ਚਾਹੀਦਾ, ਜੇ ਕਿਉਂਕਿ ਜਿਹੜਾ q 0 ਹੋ ਗਿਆ, ਡਿਨੋਮੀਨੇਟਰ 0 ਹੋ ਗਿਆ, ਤਾਂ ਇਹ ਨਾਟ ਡਿਫਾਈਨਡ ਵਾਲੀ ਕੰਡੀਸ਼ਨ ਬਣ ਜਾਣੀ ਹੈ। ਤੇ ਜੇ q 1 ਜਾਂ -1 ਹੋ ਗਿਆ, ਅਗਰ q 1 ਹੋ ਗਿਆ ਫਿਰ ਤਾਂ ਰਾਜੇ ਉਹ ਇੰਟੀਜਰ ਹੀ ਬਣ ਜਾਣਾ, ਜੋ ਕਿ ਅਸੀਂ ਕਿਹਾ ਵੀ ਇੰਟੀਜਰ ਨਹੀਂ ਇਨਕਲੂਡ ਕਰਨਾ, ਅਸੀਂ ਆਲਰੇਡੀ ਉਸ ਬਾਰੇ ਅਲੱਗ ਤੋਂ ਪੜ੍ਹ ਚੁੱਕੇ ਹਾਂ। ਤਾਂ ਇਸ ਕਰਕੇ ਜਿਹੜਾ ਸਾਡੇ ਕੋਲ q ਹੈ, ਡਿਨੋਮੀਨੇਟਰ ਹੈ ਪਾਵਰ ਦਾ, ਉਹ ਸਾਡੇ ਕੋਲ 0 ਵੀ ਨਹੀਂ ਹੋਣਾ ਚਾਹੀਦਾ ਤੇ 1 ± 1 ਵੀ ਨਹੀਂ ਹੋਣਾ ਚਾਹੀਦਾ। ਤਾਂ ਸਟੇਟਮੈਂਟ ਕੀ ਕਹਿਣਾ ਚਾਹ ਰਹੀ ਹੈ, ਸਟੇਟਮੈਂਟ ਕਹਿਣਾ ਚਾਹ ਰਹੀ ਹੈ ਵੀ ਸਾਡੇ ਕੋਲ ਜਿਹੜੀ ਆ ਜਿਹੜੀ ਆਪਣੀ ਕੋਲ ਡੀ ਮੋਇਵਰਸ ਥਿਊਰਮ ਹੈ, ਉਹ ਕਹਿੰਦੇ ਡਿਫਾਈਨਡ ਹੋਊਗੀ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ p/q ਦੇ ਵਿੱਚ ਫਾਰਮ ਦੇ ਵਿੱਚ। ਤੇ ਕਹਿੰਦੇ ਉਹਦੇ ਕਿੰਨੇ ਰੂਟਸ ਹੋਣਗੇ, q ਡਿਫਰੈਂਟ ਰੂਟਸ ਹੋਣਗੇ। ਇਹ q ਡਿਫਰੈਂਟ ਰੂਟਸ ਦਾ ਮਤਲਬ ਇਹ ਹੈ ਕਿ ਇੱਕ 1 ਆ ਗਿਆ, ਫਿਰ 2 ਆ ਗਿਆ, ਫਿਰ 2 ਨਹੀਂ ਆ ਸਕਦਾ, ਡਿਫਰੈਂਟ ਰੂਟਸ ਹੋਣਗੇ, ਸਾਰੇ ਦੇ ਸਾਰੇ ਹੀ ਰੂਟਸ ਜਿਹੜੇ ਹੋਣਗੇ। ਤੇ ਕਹਿੰਦੇ ਉਹਨਾਂ ਵਿੱਚੋਂ ਜਿਹੜੇ ਰੂਟਸ ਨੇ q, ਉਹਨਾਂ ਵਿੱਚੋਂ ਇੱਕ ਰੂਟ ਜਿਹੜਾ ਹੋਊਗਾ ਉਹ ਹੋਊਗਾ cos p θ/q ਪਲਸ ਆਇਟਾ ਸਾਈਨ p θ/q। ਤਾਂ ਦੇਖ ਲੈਂਦੇ ਰਾਜੇ ਇਹ ਥਿਊਰਮ ਕਿਸ ਤਰ੍ਹਾਂ ਡਿਫਾਈਨਡ ਹੁੰਦੀ ਹੈ, ਪ੍ਰੂਫ ਇਸ ਦਾ ਦੇਖ ਲੈਂਦੇ ਹਾਂ। ਇਸ ਜਿਹੜੀ ਇਹ ਥਿਊਰਮ ਹੈ, ਇਸ ਦਾ ਜਿਹੜਾ ਪ੍ਰੂਫ ਹੈ ਜਾਂ ਆਪਾਂ ਕਹਿ ਸਕਦੇ ਹਾਂ ਸਟੈਪਸ ਨੇ, ਉਹਨਾਂ ਸਟੈਪਸ ਦੇ ਵਿੱਚ ਹੀ ਅਸੀਂ ਜਿਹੜਾ ਕੁਐਸਚਨ ਨੂੰ ਸੋਲਵ ਆਊਟ ਕਰਨਾ ਹੈ। ਸਪੋਜ਼ ਸਾਡੇ ਕੋਲ ਕੋਈ ਐਗਜ਼ਾਮਪਲ ਹੈ, ਮੈਂ ਹਰ ਚੀਜ਼ ਦਾ ਮਤਲਬ ਸਮਝਾਉਣਾ ਹੈ ਵੀ ਤੁਹਾਨੂੰ ਇੱਥੇ ਕਿਉਂ ਡਿਫਰੈਂਟ ਰੂਟਸ ਦਾ ਕੀ ਮਤਲਬ ਹੈ, ਕਿਉਂ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਇਹਦੇ ਕਿੰਨੇ ਰੂਟਸ ਆਉਣਗੇ ਇਸ ਜਿਹੜੀ ਆਪਣੇ ਕੋਲ ਐਕਸਪ੍ਰੈਸ਼ਨ ਹੈ। ਤਾਂ ਉਹ ਸਾਰੀਆਂ ਚੀਜ਼ਾਂ ਬਾਰੇ ਮੈਂ ਹੁਣੀ ਦੱਸਦਾ ਐਗਜ਼ਾਮਪਲ ਦੀ ਹੈਲਪ ਦੇ ਨਾਲ। ਤਾਂ ਐਗਜ਼ਾਮਪਲ ਆ ਸਾਡੇ ਕੋਲ, ਸਾਨੂੰ ਕਹਿ ਦਿੱਤਾ ਜਾਵੇ ਵੀ 1 ਦਾ ਜਿਹੜਾ ਕਿਊਬ ਰੂਟ ਪਤਾ ਕਰੋ, 1 ਦਾ ਕਿਊਬ ਰੂਟ ਪਤਾ ਕਰੋ। ਤਾਂ 1 ਦਾ ਜਦੋਂ ਕਿਊਬ ਰੂਟ ਪਤਾ ਕਰਾਂਗੇ ਤਾਂ ਆਪਣੇ ਕੋਲ ਨੰਬਰ ਆਫ ਰੂਟਸ ਜਿਹੜੇ ਆਉਣਗੇ ਉਹ ਕਿੰਨੇ ਆਉਣਗੇ, ਉਹ 3 ਆਉਣਗੇ। ਠੀਕ ਹੈ ਜੀ, ਕਿਹੜੇ ਕਿਹੜੇ, 1 ਓਮੇਗਾ ਸਕੁਅਰ ਆਲਰੇਡੀ ਅਸੀਂ ਬਹੁਤ ਡਿਸਕਸ ਕੀਤਾ ਡਿਟੇਲ ਦੇ ਵਿੱਚ। ਅਗਰ ਸਾਨੂੰ ਕਹਿ ਦਿੱਤਾ ਜਾਵੇ ਵੀ 2 ਦਾ ਤੁਸੀਂ ਕਿਊਬ ਰੂਟ ਪਤਾ ਕਰੋ, ਤਾਂ 2 ਦਾ ਜਿਹੜਾ ਕਿਊਬ ਰੂਟ ਹੈ ਉਹਦੇ ਵਾਸਤੇ ਜਿਹੜੇ ਨੰਬਰ ਆਫ ਰੂਟਸ ਆਉਣਗੇ ਉਹ ਆਪਣੇ ਕੋਲ ਕਿੰਨੇ ਆਉਣਗੇ, ਉਹ ਵੀ 3 ਆਉਣਗੇ ਰਾਜੇ। ਕਿਹੜੇ ਕਿਹੜੇ ਆਉਣਗੇ, 2 ਦੀ ਪਾਵਰ 1/3, 2 ਦੀ ਪਾਵਰ 1/3 ਓਮੇਗਾ, 2 ਦੀ ਪਾਵਰ 1/3 ਓਮੇਗਾ ਸਕੁਅਰ, ਇਹ ਵੀ ਅਸੀਂ ਆਲਰੇਡੀ ਡਿਸਕਸ ਕੀਤਾ। ਅਗਰ ਆਪਾਂ ਇੱਕ ਹੋਰ ਐਗਜ਼ਾਮਪਲ ਦੇਖੀਏ, ਉਹਦੇ ਵਿੱਚ ਕਹਿ ਦੇਣ ਕਿ ਸਾਨੂੰ 8 ਦਾ ਜਿਹੜਾ ਕਿਊਬ ਰੂਟ ਪਤਾ ਕਰਨਾ ਹੈ, ਤਾਂ ਇਹਦੇ ਕਿੰਨੇ ਨੰਬਰ ਆਫ ਰੂਟਸ ਆਉਣਗੇ, ਇਹਦੇ ਵੀ ਨੰਬਰ ਆਫ ਰੂਟਸ ਸਾਡੇ ਕੋਲ ਰਾਜੇ ਆਉਣਗੇ 3 ਆਉਣਗੇ। ਕਿਹੜੇ ਕਿਹੜੇ, ਇੱਕ ਤਾਂ ਆਜੂ ਆਪਣੇ ਕੋਲ 2, ਦੂਸਰਾ ਅਗਲਾ ਕਿਹੜਾ ਆਜੂ ਆਪਣੇ ਕੋਲ 2 ਓਮੇਗਾ, ਤੇ ਫਿਰ ਅਗਲਾ ਆਜੂ 2 ਓਮੇਗਾ ਸਕੁਅਰ। ਇਹ ਤਾਂ ਚਲੋ ਮੰਨ ਲਿਆ ਆਪਾਂ ਕਿਊਬ ਰੂਟ ਦੇ ਵਿੱਚ ਦੇਖ ਰਹੇ ਸੀ। ਹੁਣ ਅਸੀਂ ਮੰਨ ਲਓ ਕਹਿ ਦਿੱਤਾ ਜਾਵੇ ਕਿ ਤੁਸੀਂ 4 ਦਾ ਜਿਹੜਾ ਸਕੁਅਰ ਰੂਟ ਕਰੋ, 4 ਦਾ ਸਕੁਅਰ ਰੂਟ ਕੀਤਾ ਤਾਂ ਸਾਨੂੰ ਪਤਾ ਨੰਬਰ ਆਫ ਰੂਟਸ ਕਿੰਨੇ ਆਉਣਗੇ, ਨੰਬਰ ਆਫ ਰੂਟਸ ਆਉਣਗੇ ਰਾਜੇ 2। ਕਿਹੜੇ ਕਿਹੜੇ ਆਉਣਗੇ, +2 ਤੇ -2। ਤੇ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ, ਜੇ ਸਾਨੂੰ ਕਹਿ ਦਿੱਤਾ ਜਾਵੇ ਕਿ 16 ਦਾ ਕਿਊਬ ਰੂਟ ਪਤਾ ਕਰਨਾ ਹੈ, ਤਾਂ 16 ਦਾ ਕਿਊਬ ਰੂਟ ਸਾਨੂੰ ਪਤਾ ਕਿੰਨਾ ਆ ਜਾਏਗਾ, ਉਹ ਆ ਜਾਏਗਾ 16 ਦੀ ਪਾਵਰ 1/3, 16 ਦੀ ਪਾਵਰ 1/3 ਓਮੇਗਾ, 16 ਦੀ ਪਾਵਰ 1/3 ਓਮੇਗਾ ਸਕੁਅਰ। ਤਾਂ ਨੰਬਰ ਆਫ ਰੂਟਸ ਕਿੰਨੇ ਆ ਗਏ, 3। ਤਾਂ ਰਾਜੇ ਜਿਹੜੇ ਨੰਬਰ ਆਫ ਰੂਟਸ ਨੇ, ਤੁਸੀਂ ਧਿਆਨ ਦਿਓ, ਨੰਬਰ ਆਫ ਰੂਟਸ ਨੇ ਜਿਹੜੇ ਨੇ ਉਹ ਕਿਸ ਚੀਜ਼ 'ਤੇ ਡਿਪੈਂਡ ਕਰਦੇ ਨੇ। ਤਾਂ ਜਿਹੜੇ ਨੰਬਰ ਆਫ ਰੂਟਸ ਨੇ ਉਹ ਡਿਪੈਂਡ ਕਰਦੇ ਨੇ ਜਿਹੜੀ ਪਾਵਰ ਹੈ ਉਹਦੇ ਡਿਨੋਮੀਨੇਟਰ 'ਤੇ। ਤਾਂ ਰਾਜੇ ਇੱਥੇ ਸਾਡੇ ਕੋਲ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ, ਅਗਰ ਅਸੀਂ p/q ਇਸ ਐਕਸਪ੍ਰੈਸ਼ਨ ਨੂੰ ਦੇਖੀਏ ਤਾਂ ਇਹਦੇ ਵਿੱਚ ਜਿਹੜਾ ਡਿਨੋਮੀਨੇਟਰ ਹੈ q, ਓਨੇ ਹੀ ਨੰਬਰ ਆਫ ਕੀ ਹੋਣਗੇ ਸਾਡੇ ਕੋਲ, ਰੂਟਸ ਹੋਣਗੇ। ਤਾਂ ਚਾਹੇ ਜਦੋਂ ਅਸੀਂ ਕਿਊਬ ਰੂਟ ਫਾਈਂਡ ਆਊਟ ਕਰਨਾ ਹੈ, ਤੇ ਚਾਹੇ ਅਸੀਂ ਸਕੁਅਰ ਰੂਟ ਫਾਈਂਡ ਆਊਟ ਕਰਨਾ ਹੈ, ਤੇ ਚਾਹੇ ਅਸੀਂ ਕੋਈ ਵੀ ਜਿਹੜਾ ਰੂਟ ਫਾਈਂਡ ਆਊਟ ਕਰਨਾ ਹੈ ਰਾਜੇ, ਤਾਂ ਉਸ ਟਾਈਮ ਦੇ ਉੱਪਰ ਜਿਹੜਾ ਡਿਨੋਮੀਨੇਟਰ ਹੋਵੇਗਾ ਉਹ ਉਹੀ ਕੀ ਹੋਊਗਾ, ਨੰਬਰ ਆਫ ਰੂਟਸ ਦੇ ਇਕੁਅਲ ਹੋਵੇਗਾ।
ਤਾਂ ਇੱਥੋਂ ਰਾਜੇ ਸਾਨੂੰ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਜਿਹੜੇ ਨੰਬਰ ਆਫ ਰੂਟਸ ਨੇ ਉਹ ਡਿਪੈਂਡ ਕਰਦੇ ਨੇ ਕਿਊ ਦੇ ਉੱਪਰ, ਅਤੇ ਸਾਨੂੰ ਜਿਹੜਾ ਪੀ ਤੋਂ ਕੋਈ ਮਤਲਬ ਨਹੀਂ, ਪੀ ਕੁਛ ਵੀ ਹੋ ਸਕਦਾ, ਪੀ ਕੋਈ ਵੀ ਇੰਟੀਜਰਸ ਹੋ ਸਕਦਾ, ਪੀ ਕੋਈ ਵੀ ਇੰਟੀਜਰ ਹੋ ਸਕਦਾ, ਤਾਂ ਸਾਨੂੰ ਇਹਦੇ ਤੋਂ ਕੋਈ ਮਤਲਬ ਨਹੀਂ। ਨੰਬਰ ਆਫ ਰੂਟਸ ਜਿਹੜੇ ਆ ਉਹ ਡਿਪੈਂਡ ਕਿਸ 'ਤੇ ਕਰਦੇ ਆ, ਉਹ ਡਿਪੈਂਡ ਕਰਦੇ ਆ ਜਿਹੜੀ ਕਿਊ ਦੀ ਵੈਲਿਊ ਹੋਊਗੀ, ਸਿਰਫ ਉਹਦੇ ਉੱਤੇ ਡਿਪੈਂਡ ਕਰਦੇ ਆ, ਪੀ ਤੋਂ ਕੀ ਹੁੰਦੇ ਆ ਉਹ ਇੰਡੀਪੈਂਡੈਂਟ ਹੁੰਦੇ ਨੇ। ਹੁਣ ਅਸੀਂ ਪ੍ਰੋਸੀਜਰ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਉਹ ਕਿਊ ਰੂਟਸ ਜਿਹੜੇ ਅਸੀਂ ਫਾਈਂਡ ਆਊਟ ਕਰਨੇ, ਕਿਊ ਡਿਫਰੈਂਟ ਰੂਟਸ ਜਿਹੜੇ ਅਸੀਂ ਫਾਈਂਡ ਆਊਟ ਕਰਨੇ ਨੇ ਉਹਨਾਂ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਪ੍ਰੋਸੀਜਰ ਜਿਹੜਾ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ, ਉਹ ਸਟੈਪਸ ਦੇ ਵਿੱਚ ਹੀ ਅਸੀਂ ਫੋਲੋ ਕਰਨਾ ਹੁੰਦਾ ਹੈ, ਜਿਹੜੇ ਸਟੈਪਸ ਅਸੀਂ ਯੂਜ਼ ਕਰਕੇ ਕੁਐਸਚਨ ਨੂੰ ਵੀ ਸੋਲਵ ਕਰ ਸਕਦੇ ਹਾਂ ਰਾਜੇ। ਤਾਂ ਪ੍ਰੋਸੀਜਰ ਸਾਡੇ ਕੋਲ ਕੀ ਹੈ, ਕਿਹਦੇ ਵਾਸਤੇ ਯੂਜ਼ ਕਰ ਰਹੇ ਹਾਂ ਪ੍ਰੋਸੀਜਰ, ਟੂ ਫਾਈਂਡ ਦਾ ਡਿਫਰੈਂਟ ਕਿਊ ਰੂਟਸ for cos theta plus iota sin theta ਦੀ ਪਾਵਰ p ਬਾਈ q। ਤਾਂ ਸਾਨੂੰ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ ਜੋ q ਦੀ ਵੈਲਿਊ ਹੋਵੇਗੀ ਉਹੀ ਆਪਣੇ ਕੋਲ ਨੰਬਰ ਆਫ ਰੂਟਸ ਦੀ ਵੈਲਿਊ ਹੋਵੇਗੀ। ਤਾਂ ਪ੍ਰੋਸੀਜਰ ਸਾਡੇ ਕੋਲ ਹੈ ਫਾਈਂਡ ਆਊਟ ਕਰਨ ਵਾਸਤੇ। ਸਟੇਟਮੈਂਟ ਅਸੀਂ ਜਿਹੜੀ ਉਹ ਆਲਰੇਡੀ ਡਿਸਕਸ ਕਰ ਲਈ ਹੈ। ਪ੍ਰੋਸੀਜਰ ਦੇ ਵਿੱਚ ਸਾਡੇ ਕੋਲ ਸਟੈਪ 1 ਜਿਹੜਾ ਹੈ, ਸਟੈਪ 1 ਰਾਜੇ ਕੀ ਹੈ, ਸਟੈਪ 1 ਹੈਗਾ ਗਾ ਐਲੀਮੀਨੇਟ P। ਤਾਂ P ਨੂੰ ਜਿਹੜਾ ਹੈ ਐਲੀਮੀਨੇਟ ਕਰਨਾ, ਇਹ ਸਾਡੇ ਕੋਲ ਸਟੈਪ 1 ਹੈ। ਇਸ ਜਿਹੜੀ ਸਟੇਟਮੈਂਟ ਦੇ ਵਿੱਚ ਸਾਨੂੰ ਐਕਸਪ੍ਰੈਸ਼ਨ ਦੇ ਰੱਖੀ ਹੈ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ p ਬਾਈ q, ਇਹਦੇ ਵਿੱਚੋਂ ਅਸੀਂ ਜਿਹੜਾ ਹੈ P ਨੂੰ ਐਲੀਮੀਨੇਟ ਕਰ ਦੇਣਾ ਹੈ। ਕਿਸ ਤਰ੍ਹਾਂ ਐਲੀਮੀਨੇਟ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕੀ ਹੈ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ p ਬਾਈ q। ਹੁਣ ਅਸੀਂ ਇਸ ਨੂੰ ਐਲੀਮੀਨੇਟ ਕਰਨਾ, ਸਾਨੂੰ ਪਤਾ ਹੈ P ਕੀ ਹੈ, ਐਨੀ ਇੰਟੀਜਰ, ਸਾਡੇ ਕੋਲ ਕੋਈ ਵੀ ਇੰਟੀਜਰ ਦੀ ਜਿਹੜੀ ਵੈਲਿਊ ਹੈ ਉਹ ਸਾਨੂੰ ਕੀ ਦੇ ਰੱਖੀ ਹੈ p। ਤਾਂ ਅਸੀਂ ਕੀ ਕਰਾਂਗੇ ਜੇ p ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ cos ਸਾਈਨ ਥੀਟਾ p ਦੀ ਹੋਲ ਪਾਵਰ 1 ਬਾਈ q, ਤਾਂ ਉਹੀ ਜਿਹੜਾ ਸਾਡੇ ਕੋਲ ਸੇਮ ਐਕਸਪ੍ਰੈਸ਼ਨ ਬਣ ਜਾਏਗਾ। ਉਸ ਤੋਂ ਬਾਅਦ ਰਾਜੇ ਅਸੀਂ ਕੀ ਕਰਾਂਗੇ, ਇੱਥੇ ਯੂਜ਼ ਕਰਾਂਗੇ ਡੀਮਾਈਵਰਸ ਥਿਓਰਮ ਨੂੰ। ਡੀਮਾਈਵਰਸ ਥਿਓਰਮ ਕੀ ਕਹਿੰਦੀ ਹੈ ਕਿ ਜਿਹੜੀ ਸਾਡੇ ਕੋਲ ਪਾਵਰ ਹੈ ਉਹ ਆਪਣੇ ਕੋਲ ਐਂਗਲ ਨਾਲ ਕੀ ਹੋ ਜਾਊਗੀ, ਮਲਟੀਪਲਾਈ ਹੋ ਜਾਊਗੀ। ਤਾਂ ਆਪਣੇ ਕੋਲ ਕੀ ਆ ਗਿਆ, ਐਲੀਮੀਨੇਟ ਹੋ ਗਿਆ p, ਆਪਣੇ ਕੋਲ cos p ਥੀਟਾ ਪਲਸ ਆਇਟਾ ਸਾਈਨ p ਥੀਟਾ ਦੀ ਹੋਲ ਪਾਵਰ 1 ਅਪੋਨ q। ਤਾਂ ਇਹ ਆਪਣਾ ਜਿਹੜਾ ਸਟੈਪ 1 ਹੈ ਸਕਸੈਸਫੁਲ ਹੋ ਗਿਆ, p ਅਸੀਂ ਕੀ ਕਰ ਦਿੱਤਾ, ਪਾਵਰ ਦੇ ਵਿੱਚੋਂ ਐਲੀਮੀਨੇਟ ਕਰ ਦਿੱਤਾ। ਸਟੈਪ 2 ਸਾਡੇ ਕੋਲ ਕੀ ਹੈ, ਸਟੈਪ 2 ਆ ਰਾਜੇ ਕਹਿੰਦੇ ਵੀ ਜਿਹੜੇ ਸਾਡੇ ਕੋਲ ਸਾਈਨ ਤੇ cos ਨੇ ਇਹ ਪੀਰੀਓਡਿਕ ਫੰਕਸ਼ਨ ਨੇ ਅਤੇ ਇਹਨਾਂ ਦਾ ਪੀਰੀਅਡ ਕੀ ਹੁੰਦਾ ਹੈ 2π ਹੁੰਦਾ। ਤਾਂ ਸਟੈਪ 2 ਆਪਾਂ ਕੀ ਕਰਾਂਗੇ, ਐਡ ਪੀਰੀਅਡ ਆਫ 2πk, ਆਪਾਂ 2πk ਪੀਰੀਅਡ ਐਡ ਕਰ ਦਾਂਗੇ ਤਾਂ ਸਾਡੇ ਕੋਲ ਕੀ ਬਣ ਜੂ ਐਕਸਪ੍ਰੈਸ਼ਨ, ਸਾਡੇ ਕੋਲ ਬਣ ਜੂਗਾ cos p ਥੀਟਾ ਪਲਸ 2πk ਪਲਸ ਆਇਟਾ ਸਾਈਨ p ਥੀਟਾ ਪਲਸ 2πk, ਅਤੇ ਇਹਨਾਂ ਦੀ ਹੋਲ ਪਾਵਰ ਕਿੰਨੀ ਆਪਣੇ ਕੋਲ 1 ਅਪੋਨ q। ਤਾਂ ਰਾਜੇ ਹੁਣ ਆਪਣੇ ਕੋਲ ਸੈਕਿੰਡ ਸਟੈਪ ਵੀ ਕੀ ਆ ਚੁੱਕਿਆ ਕਿ ਅਸੀਂ ਜਿਹੜਾ ਉਹਨੂੰ ਪੀਰੀਅਡ ਨੂੰ ਐਡ ਕਰ ਦਿੱਤਾ। ਨੈਕਸਟ ਜਿਹੜਾ ਸਾਡੇ ਕੋਲ ਰਾਜੇ ਥਰਡ ਸਟੈਪ ਹੈ, ਥਰਡ ਸਟੈਪ ਦੇ ਵਿੱਚ ਅਸੀਂ ਕੀ ਕਰਾਂਗੇ, ਥਰਡ ਸਟੈਪ ਦੇ ਵਿੱਚ ਅਸੀਂ ਜਿਹੜੀ 1/q ਪਾਵਰ ਹੈ ਉਹਨੂੰ ਅਸੀਂ ਕੀ ਕਰਾਂਗੇ, ਐਲੀਮੀਨੇਟ ਕਰਾਂਗੇ, ਉਹਨੂੰ ਨੀਚੇ ਜਿਹੜਾ ਹੈ ਮਲਟੀਪਲਾਈ ਕਰਾਂਗੇ। ਸਟੈਪ 3 ਸਾਡੇ ਕੋਲ ਕੀ ਹੈ, ਸਟੈਪ 3 ਦੇ ਵਿੱਚ ਅਸੀਂ ਕੀ ਕਰਾਂਗੇ, ਆ 1/q ਹੈ ਜਿਹੜਾ ਇਹਨੂੰ ਮਲਟੀਪਲਾਈ ਕਰ ਦਾਂਗੇ ਡੀਮਾਈਵਰਸ ਥਿਓਰਮ ਦੀ ਮਦਦ ਦੇ ਨਾਲ। ਤਾਂ ਸਟੈਪ 3 'ਚ ਅਗੇਨ ਅਸੀਂ ਡੀਮਾਈਵਰਸ ਥਿਓਰਮ ਅਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜੂ cos p ਥੀਟਾ ਪਲਸ 2πk ਡਿਵਾਈਡਡ ਬਾਈ q, ਕਿਉਂਕਿ ਅਸੀਂ ਮਲਟੀਪਲਾਈ ਕੀਤਾ 1/q ਨੂੰ ਨਾ, ਤਾਂ 1/q ਜਦੋਂ ਅਸੀਂ ਮਲਟੀਪਲਾਈ ਕਰਾਂਗੇ 1 ਉੱਪਰ ਨਿਊਮੀਨੇਟਰ ਨਾਲ ਮਲਟੀਪਲਾਈ ਹੋ ਜੂ ਤਾਂ p ਥੀਟਾ ਪਲਸ 2πk ਹੀ ਆ ਜੂ, ਅਤੇ ਨੀਚੇ ਕੀ ਆ ਜੂ q ਪਲਸ ਆਇਟਾ ਸਾਈਨ, ਇੱਥੇ ਵੀ ਆਪਣੇ ਕੋਲ ਕੀ ਬਣ ਜੂ p ਥੀਟਾ ਪਲਸ 2πk ਡਿਵਾਈਡਡ ਬਾਏ q। ਇਹ ਆਪਣੇ ਕੋਲ ਰਜੇ ਆ ਚੁੱਕੀ ਹੈ ਐਕਸਪ੍ਰੈਸ਼ਨ। ਤਾਂ ਇਹ ਆਪਣੇ ਕੋਲ ਸਟੈਪਸ ਸੀਗੇ ਕਿ ਕਿਸ ਤਰ੍ਹਾਂ ਪ੍ਰੋਸੀਜਰ ਫਾਈਂਡ ਆਊਟ ਕਰਨਾ ਹੈ ਕਿਊ ਰੂਟਸ ਦਾ, ਪਰ ਹਜੇ ਆਪਣੇ ਕੋਲ ਕਿਊ ਰੂਟਸ ਤਾਂ ਨਹੀਂ ਆਏ। ਅਸੀਂ ਉਸ ਪੋਜੀਸ਼ਨ 'ਚ ਹੁਣ ਪਹੁੰਚ ਚੁੱਕੇ ਹਾਂ ਵੀ ਜਿੱਥੋਂ ਅਸੀਂ ਰੂਟਸ ਜਿਹੜੇ ਆ ਫਾਈਂਡ ਆਊਟ ਕਰ ਸਕਦੇ ਹਾਂ ਬਾਏ ਸਬਸਟੀਟਿਊਟਿੰਗ k ਇਜ਼ ਇਕੁਅਲ ਟੂ 0 ਤੋਂ ਲੈ ਕੇ q ਮਾਈਨਸ 1। k ਨੂੰ ਜਿਹੜਾ ਹੈ ਅਸੀਂ 0 1 2 ਅਪ ਟੂ ਸੋ ਐਨ q ਮਾਈਨਸ 1 ਤੱਕ ਸਬਸਟੀਟਿਊਟ ਕਰ ਸਕਦੇ ਹਾਂ। ਜਦ ਕਿ ਆਪਾਂ ਨੂੰ ਕੀ ਕਿਹਾ ਗਿਆ ਸੀ, ਅਸੀਂ ਕਿੰਨੇ ਰੂਟ ਫਾਈਂਡ ਕਰਨੇ ਨੇ, ਕਿਊ ਰੂਟ ਫਾਈਂਡ ਆਊਟ ਕਰਨੇ ਨੇ, ਉਹ ਵੀ ਡਿਫਰੈਂਟ ਸੇਮ ਨਹੀਂ ਹੋਣੇ ਚਾਹੀਦੇ। ਤਾਂ ਇੱਥੇ ਮੈਂ q ਮਾਈਨਸ 1 ਲਿਖ ਰਿਹਾ, ਤਾਂ ਇਹ ਕਿਸ ਤਰ੍ਹਾਂ ਪੋਸੀਬਲ ਹੈ,
ਤਾਂ ਰਾਜੇ ਅਸੀਂ ਆਲਰੇਡੀ ਜਾਣਦੇ ਹਾਂ ਕਿ ਅਗਰ ਅਸੀਂ ਨੰਬਰ ਨੂੰ ਸਟਾਰਟ ਕਰਦੇ ਹਾਂ 1 ਤੋਂ ਤਾਂ ਉੱਥੇ ਰਾਜੇ ਆਪਣੇ ਕੋਲ Q-1 ਰੂਟ ਬਣਦੇ ਆ। ਅਗਰ ਅਸੀਂ 1 ਤੋਂ ਸਟਾਰਟ ਕਰੀਏ, 0 ਨੂੰ ਇੱਕ ਵਾਰ ਭੁੱਲ ਜਾਈਏ, ਤਾਂ ਸਾਡੇ ਕੋਲ ਨੰਬਰ ਆਫ ਇੱਥੇ ਰੂਟਸ ਕਿੰਨੇ ਬਣਦੇ ਨੇ Q-1। ਪਰ ਜੇ ਅਸੀਂ 0 ਨੂੰ ਇਨਕਲੂਡ ਕਰੀਏ ਤਾਂ ਇੱਕ ਨੰਬਰ ਹੋਰ ਐਡ ਹੋ ਗਿਆ, ਤਾਂ ਆਪਣੇ ਕੋਲ ਕਿੰਨੇ ਆ ਗਏ ਇੱਥੇ Q ਰੂਟਸ ਜਿਹੜੇ ਆ ਜਾਣਗੇ। ਤਾਂ ਇਸੇ ਲਈ ਜਿਹੜੀ K ਦੀ ਵੈਲਿਊ ਹੈ ਉਹ ਅਸੀਂ 0 ਤੋਂ ਸਟਾਰਟ ਕਰਦੇ ਹਾਂ, ਤਾਂ ਉਦੋਂ ਅਸੀਂ Q-1 ਨੰਬਰ ਆਫ ਟਰਮਸ ਤੱਕ ਜਿਹੜਾ ਲਿਖਦੇ ਹਾਂ। ਤਾਂ ਇੱਥੇ ਹੁਣ ਅਸੀਂ ਕੀ ਕਰਾਂਗੇ, 1 ਬਾਏ 1 ਇਹ ਜਿਹੜੀ ਸਾਡੇ ਕੋਲ ਐਕਸਪ੍ਰੈਸ਼ਨ ਹੈ, ਐਕਸਪ੍ਰੈਸ਼ਨ 1, ਇਹਦੇ ਵਿੱਚ 1 ਬਾਏ 1 ਅਸੀਂ K ਦੀ ਵੈਲਿਊ ਸਬਸਟੀਟਿਊਟ ਕਰਦੇ ਜਾਵਾਂਗੇ। ਤਾਂ ਸਾਡੇ ਕੋਲ ਕਿੰਨੇ ਨੰਬਰ ਆਫ ਰੂਟਸ ਆ ਜਾਣਗੇ, Q ਰੂਟਸ ਆ ਜਾਣਗੇ। ਕਿਉਂ? ਕਿਉਂਕਿ ਨੰਬਰ ਆਫ ਟਰਮਸ ਕਿੰਨੀਆਂ ਨੇ ਇੱਥੇ ਸਾਡੇ ਕੋਲ, ਇਹ ਕਿੰਨੀਆਂ ਟਰਮਸ ਨੇ, ਇਹ Q ਟਰਮਸ ਨੇ। ਤਾਂ ਨੰਬਰ ਆਫ ਰੂਟਸ ਵੀ ਕਿੰਨੇ ਆਉਣਗੇ, Q ਆਉਣਗੇ। ਤਾਂ K ਦੀ ਵੈਲਿਊ ਜਿਹੜੀ ਅਸੀਂ ਸਭ ਤੋਂ ਪਹਿਲਾਂ 0 ਸਬਸਟੀਟਿਊਟ ਕਰਾਂਗੇ। K ਦੀ ਵੈਲਿਊ ਜਦੋਂ ਅਸੀਂ 0 ਸਬਸਟੀਟਿਊਟ ਕਰਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ ਰਾਜੇ, ਐਕਸਪ੍ਰੈਸ਼ਨ 1 ਉਹ ਆ ਜਾਊਗੀ cos, ਨੈਕਸਟ ਕੀ ਆ ਜਾਊਗਾ ਆਪਣੇ ਕੋਲ P ਥੀਟਾ ਅਪੋਨ Q ਪਲੱਸ, ਇਹਨੂੰ ਬ੍ਰੈਕਟ 'ਚ ਲਿਖ ਲਓ, ਆਇਟਾ ਸਾਈਨ P ਥੀਟਾ ਬਾਏ Q। ਤਾਂ ਤੁਸੀਂ ਧਿਆਨ ਦਿਓਗੇ ਤੇ ਜਦੋਂ ਅਸੀਂ ਡੀ ਮੋਇਵਰਸ ਥਿਊਰਮ ਦੀ ਜਿਹੜੀ ਸਟੇਟਮੈਂਟ ਲਿਖੀ ਸੀ ਤਾਂ ਉਦੋਂ ਮੈਂ ਕਿਹਾ ਸੀਗਾ ਕਿ ਭਾਈ ਸਾਡੇ ਕੋਲ ਜਿਹੜੇ ਨੰਬਰ ਆਫ ਰੂਟਸ ਨੇ ਉਹ Q ਨੇ ਡਿਫਰੈਂਟ, ਤੇ ਪਰ ਉਹਨਾਂ ਵਿੱਚੋਂ ਇੱਕ ਰੂਟ ਹੋਊਗਾ cos P ਥੀਟਾ ਬਾਏ Q ਪਲੱਸ ਆਇਟਾ ਸਾਈਨ P ਥੀਟਾ ਬਾਏ Q। ਇਹ ਮੈਂ ਸਟੇਟਮੈਂਟ ਦੇ ਵਿੱਚ ਲਿਖਿਆ ਸੀ। ਤਾਂ ਤੁਹਾਡੇ ਕੋਲ ਦੇਖ ਲਓ ਆਹ ਰੂਟ ਆਪਣੇ ਕੋਲ ਆ ਗਏ ਜੀ। ਅਸੀਂ ਆਲਰੇਡੀ ਜਾਣਦੇ ਸੀ ਕਿ ਇੱਕ ਰੂਟ ਤਾਂ ਸਾਡੇ ਕੋਲ P cos P ਥੀਟਾ ਬਾਏ Q ਪਲੱਸ ਆਇਟਾ ਸਾਈਨ P ਥੀਟਾ ਬਾਏ Q ਹੋਵੇਗਾ ਹੀ ਹੋਵੇਗਾ, ਤੇ ਉਹ ਅਸੀਂ ਆਪਾਂ ਲੈ ਵੀ ਆਏ ਉਸ ਦੀ ਵੈਲਿਊ। ਹੁਣ ਰਾਜੇ ਆਪਾਂ ਨੂੰ ਪਤਾ ਹੈ ਅਸੀਂ ਜਿਹੜਾ ਹੈ ਸਿਸ ਥੀਟਾ ਨੂੰ ਜਿਹੜਾ ਹੈ ਉਹ ਲਿਖ ਸਕਦੇ ਸੀ cos ਥੀਟਾ ਪਲੱਸ ਆਇਟਾ ਸਾਈਨ ਥੀਟਾ ਦੀ ਫਾਰਮ ਦੇ ਵਿੱਚ। ਤਾਂ ਆਪਾਂ ਇੱਥੇ ਕੀ ਲਿਖਾਂਗੇ, ਇੱਥੇ ਸਿਸ ਦੀ ਫਾਰਮ ਦੇ ਵਿੱਚ ਹੀ ਇਸ ਨੂੰ ਲਿਖਾਂਗੇ। ਤਾਂ ਸਾਡੇ ਕੋਲ ਕਿੰਨਾ ਆਜੂ, ਸਿਸ P ਥੀਟਾ ਅਪੋਨ Q, ਇਸ ਤਰ੍ਹਾਂ ਵੀ ਅਸੀਂ ਇਹਨੂੰ ਲਿਖ ਸਕਦੇ ਹਾਂ। ਨੈਕਸਟ ਅਸੀਂ K ਦੀ ਵੈਲਿਊ ਕਿੰਨੀ ਸਬਸਟੀਟਿਊਟ ਕਰਾਂਗੇ, 1। ਰਾਜੇ ਜਿਹੜਾ ਇਹ ਪ੍ਰੋਸੀਜਰ ਹੈ, ਤੁਸੀਂ ਸੋਚ ਰਹੇ ਹੋਗੇ ਕਿ ਇੰਨਾ ਲੈਂਥੀ ਜਿਹੜਾ ਸਾਨੂੰ ਪ੍ਰੋਸੈਸ ਕਿਉਂ ਸਮਝਾਇਆ ਜਾ ਰਿਹਾ। ਜਦੋਂ ਅਸੀਂ ਕੁਐਸਚਨ ਨੂੰ ਸੋਲਵ ਕਰਾਂਗੇ, ਇਹ ਜਦੋਂ ਖਤਮ ਹੋਊਗਾ ਹੁਣੀ ਮੈਂ ਤੁਹਾਨੂੰ ਕੁਐਸਚਨ ਵੀ ਸੋਲਵ ਕਰਕੇ ਦਿਖਾਊਂਗਾ, ਤਾਂ ਉਹਦੇ ਵਿੱਚ ਜਿਹੜਾ ਹੈ ਮੈਂ ਤੁਹਾਨੂੰ ਦਿਖਾਊਂਗਾ ਕਿ ਪ੍ਰੋਸੀਜਰ ਦੇ ਥਰੂ ਹੀ, ਜਿਵੇਂ ਸਟੈਪ 1 ਸੀਗਾ ਸਾਡੇ ਕੋਲ, ਸਟੈਪ 1 ਦੇ ਵਿੱਚ ਅਸੀਂ ਕੀ ਕੀਤਾ ਸੀ, P ਨੂੰ ਐਲੀਮੀਨੇਟ ਕੀਤਾ ਸੀ। ਤਾਂ ਜਿਹੜਾ ਕੁਐਸਚਨ ਹੋਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ P ਦੀ ਜੋ ਵੀ ਵੈਲਿਊ ਹੈ 3 7 9 -3 ਜੋ ਵੀ ਵੈਲਿਊ ਹੈ ਉਹਨੂੰ ਐਲੀਮੀਨੇਟ ਕਰਨਾ ਤੇ P ਦੀ ਵੈਲਿਊ 1 ਲੈ ਕੇ ਆਉਣੀ ਹੈ ਉੱਪਰ। ਤੇ ਜੇ P ਦੀ ਵੈਲਿਊ ਆਲਰੇਡੀ 1 ਹੈ ਤਾਂ ਸਟੈਪ 1 ਜਿਹੜਾ ਹੈ ਅਸੀਂ ਉਹਨੂੰ ਕੀ ਕਰ ਦੇਣਾ, ਸਕਿਪ ਕਰ ਦੇਣਾ। ਸਟੈਪ 2 ਸਾਡੇ ਕੋਲ ਕੀ ਸੀਗਾ, ਸਟੈਪ 1 ਸੀਗਾ ਐਲੀਮੀਨੇਟ ਕਰੋ P ਨੂੰ, ਤੇ ਲੇਕਿਨ ਜੇ ਸਾਡੇ ਕੋਲ P ਦੀ ਵੈਲਿਊ ਪਹਿਲਾਂ ਹੀ 1 ਦੇ ਰੱਖੀ ਹੋਊਗੀ ਕੁਐਸਚਨ ਦੇ ਵਿੱਚ, ਤਾਂ ਅਸੀਂ ਕੀ ਕਰਨਾ, ਸਿੱਧਾ ਸਟੈਪ 2 ਤੋਂ ਸ਼ੁਰੂ ਕਰਨਾ। ਸਟੈਪ 2 ਕੀ ਹੈ, ਪੀਰੀਅਡ ਐਡ ਕਰਨਾ 2 ਪਾਈ K। ਤਾਂ ਉਸ ਕੁਐਸਚਨ ਜੋ ਸਾਡੇ ਕੋਲ ਕੁਐਸਚਨ ਹੋਊਗਾ ਜਿਹੜਾ ਮੈਂ ਤੁਹਾਨੂੰ ਅੱਗੇ ਕਰਵਾਉਣ ਜਾ ਰਿਹਾ ਹੁਣ ਇਸ ਤੋਂ ਬਾਅਦ, ਤਾਂ ਉਹਦੇ ਵਿੱਚ ਸਟੈਪ 2 ਅਸੀਂ ਫੋਲੋ ਕਰਾਂਗੇ, ਉਹਦੇ ਵਿੱਚ ਐਡ ਕਰਾਂਗੇ ਪੀਰੀਅਡ 2 ਪਾਈ K। ਪੀਰੀਅਡ ਐਡ ਕਰਨ ਤੋਂ ਬਾਅਦ ਫਿਰ ਅਸੀਂ ਥਰਡ ਸਟੈਪ ਯੂਜ਼ ਕਰਾਂਗੇ। ਥਰਡ ਸਟੈਪ ਦੇ ਵਿੱਚ ਅਸੀਂ ਕੀ ਕੀਤਾ ਸੀ, ਆ 1 ਬਾਈ Q ਨੂੰ ਕੀ ਕੀਤਾ ਸੀ, ਪਾਵਰ ਦੇ ਨਾਲ ਮਲਟੀਪਲਾਈ ਕਰ ਦਿੱਤਾ ਸੀ। ਤਾਂ ਇਸੇ ਤਰ੍ਹਾਂ ਹੀ ਤੁਸੀਂ ਜਿਹੜਾ ਕੁਐਸਚਨ ਜਿਹੜਾ ਸੋਲਵ ਕਰਨਾ ਸੇਮ ਪ੍ਰੋਸੀਜਰ ਰਾਹੀਂ। ਤਾਂ ਇਹ ਪ੍ਰੋਸੀਜਰ ਇੰਪੋਰਟੈਂਟ ਹੈ। ਇੱਥੇ ਜਿਹੜੀਆਂ ਟਰਮਸ ਨੇ ਉਹ ਕੁਐਸਚਨ ਦੇ ਵਿੱਚ ਹੋ ਸਕਦਾ ਹੈ ਹੋਰ ਟਰਮਸ ਦਿੱਤੀਆਂ ਹੋਣ ਸਟੇਟਮੈਂਟ 'ਚ, ਲੇਕਿਨ ਪ੍ਰੋਸੀਜਰ ਜਿਹੜਾ ਉਹ ਕੀ ਰਹੇਗਾ, ਸੇਮ ਦਾ ਸੇਮ ਰਹੇਗਾ। ਇਸ ਕਰਕੇ ਪ੍ਰੋਸੀਜਰ ਇੰਪੋਰਟੈਂਟ ਹੈ। ਹੁਣ ਸਾਨੂੰ Q ਰੂਟਸ ਫਾਈਂਡ ਆਊਟ ਕਰਨੇ ਨੇ, ਤਾਂ K ਦੀ ਵੈਲਿਊ ਅਸੀਂ Q-1 ਤੱਕ ਲੈ ਕੇ ਜਾਵਾਂਗੇ। ਜੇ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ 3 ਰੂਟ ਫਾਈਂਡ ਆਊਟ ਕਰਨੇ ਨੇ, 3 ਰੂਟ ਫਾਈਂਡ ਆਊਟ ਕਰਨੇ ਨੇ, ਤਾਂ ਅਸੀਂ K ਦੀ ਵੈਲਿਊ ਕਿੰਨੀ ਲੈਂਦੇ, 0 1 ਤੇ 2 ਤੱਕ। ਜੇ ਸਾਨੂੰ ਕਹਿ ਦੇਣ 7 ਰੂਟ ਫਾਈਂਡ ਆਊਟ ਕਰੋ, ਤਾਂ ਅਸੀਂ K ਦੀ ਵੈਲਿਊ ਕਿੱਥੋਂ ਤੱਕ ਲੈ ਕੇ ਜਾਂਦੇ, 4 5 6 ਤੱਕ। ਤਾਂ ਇਸੇ ਤਰ੍ਹਾਂ ਤੁਸੀਂ ਇਹ ਜਿਹੜੀ ਆਪਣੇ ਕੋਲ ਐਕਸਪ੍ਰੈਸ਼ਨ ਹੈ, ਐਕਸਪ੍ਰੈਸ਼ਨ ਜਿਹੜੀ ਆਪਣੇ ਕੋਲ ਦੇ ਰੱਖੀ ਹੈ ਫਸਟ ਐਕਸਪ੍ਰੈਸ਼ਨ, ਇਹਦੀ ਹੈਲਪ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਰੂਟਸ ਤੱਕ ਤੁਹਾਨੂੰ ਕਿਹਾ ਜਾਵੇ ਉਹ ਫਾਈਂਡ ਆਊਟ ਜਿਹੜੇ ਕਰ ਸਕਦੇ ਆ। ਜਿਹੜੀ ਐਕਸਪ੍ਰੈਸ਼ਨ 1 ਹੈ ਰਾਜੇ, ਅਸੀਂ ਇਸ ਨੂੰ ਇੱਕ ਸਿੰਪਲੈਸਟ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ, ਸਿਸ P ਥੀਟਾ ਪਲੱਸ 2 ਪਾਈ K ਡਿਵਾਈਡਡ ਬਾਏ Q। ਇਹਨੂੰ ਇਸ ਫਾਰਮ ਦੇ ਵਿੱਚ ਵੀ ਅਸੀਂ ਲਿਖ ਸਕਦੇ ਹਾਂ, ਕਿਉਂਕਿ ਸਾਨੂੰ ਪਤਾ ਸਿਸ ਥੀਟਾ ਜਿਹੜਾ ਹੁੰਦਾ ਹੈ ਉਹ ਸਿਸ ਥੀਟਾ ਬਰਾਬਰ ਹੁੰਦਾ cos ਥੀਟਾ ਪਲੱਸ ਆਇਟਾ ਸਾਈਨ ਥੀਟਾ ਦੇ। ਤਾਂ K ਦੀ ਵੈਲਿਊ ਅਸੀਂ ਅਗਰ 1 ਸਬਸਟੀਟਿਊਟ ਕਰਾਂਗੇ ਤਾਂ ਸਾਡੇ ਕੋਲ, ਮੈਂ ਡਾਇਰੈਕਟ ਹੁਣ ਸਿਸ ਦੀ ਫਾਰਮ 'ਚ ਹੀ ਲਿਖ ਰਿਹਾ, ਕਿਉਂਕਿ ਸਿਸ ਦੀ ਫਾਰਮ ਦੇ ਵਿੱਚ ਲਿਖ ਕੇ ਹੀ ਸਾਡੇ ਕੋਲ ਇੱਕ ਹੋਰ ਰਿਜ਼ਲਟ ਜਿਹੜਾ ਬਣੇਗਾ ਸਿਸ ਦੀ। ਤਾਂ ਮੈਂ ਕੀ ਬਣ ਜੂ ਆਪਣੇ ਕੋਲ, ਸਿਸ P ਥੀਟਾ ਪਲੱਸ 2 ਪਾਈ ਡਿਵਾਈਡਡ ਬਾਈ Q। ਤੇ ਰਾਜੇ ਇੱਕ ਨਾ ਅਸੀਂ ਫਾਰਮੂਲਾ ਪ੍ਰੋਪਰਟੀਜ਼ ਪੜ੍ਹੀ ਸੀਗੀ, ਪ੍ਰੋਪਰਟੀ ਕੀ ਪੜ੍ਹੀ ਸੀ, ਸਿਸ ਦੀ ਪ੍ਰੋਪਰਟੀ ਪੜ੍ਹੀ ਸੀ। ਸਿਸ ਦੀ ਪ੍ਰੋਪਰਟੀ ਸੀਗੀ ਕਿ ਸਿਸ ਥੀਟਾ 1 ਇੰਟੂ ਸਿਸ ਥੀਟਾ 2 ਉਹ ਬਰਾਬਰ ਸੀਗਾ ਸਿਸ ਥੀਟਾ 1 ਪਲੱਸ ਥੀਟਾ 2 ਦੇ। ਜਾਂ ਫਿਰ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਸਿਸ ਥੀਟਾ 1 ਪਲੱਸ ਥੀਟਾ 2 ਬਰਾਬਰ ਹੈ ਸਿਸ ਥੀਟਾ 1 ਇੰਟੂ ਸਿਸ ਥੀਟਾ 2 ਦੇ। ਇਸ ਤਰ੍ਹਾਂ ਵੀ ਅਸੀਂ ਇਹਨੂੰ ਲਿਖ ਸਕਦੇ ਹਾਂ, ਚਾਹੇ
सिस थीटा 1 इंटू सिस थीटा 2 इज इक्वल टू सिस थीटा प्लस थीटा 2 लिख लो, या फिर सिस थीटा 1 प्लस थीटा 2 इज इक्वल टू सिस थीटा 1 इंटू सिस थीटा 2 लिख लो। दोनों ही ਇੱਕੋ ਹੀ ਗੱਲ ਹੈ। ਹੁਣ ਇੱਥੇ ਰਜੇ ਮੈਂ ਇਸ ਨੂੰ ਜਿਹੜੀ ਆ ਸਾਡੇ ਕੋਲ ਟਰਮ ਹੈ ਇਸ ਨੂੰ ਮੈਂ ਇੱਥੇ ਸਾਈਡ ਤੇ ਤੁਹਾਨੂੰ ਜਿਹੜਾ ਉਹ ਐਕਸਪਲੇਨ ਕਰਦਾ ਪੀ ਥੀਟਾ ਬਾਈ ਕਿਊ प्लस 2 पाई बाय क्यू मैं इस तरह लिख सकता हाँ। तो आ फार्मूला जोड़ा है आप इतने यूज़ करांगे तो अपने कोल की आ जाऊ, इसनों मैं लिख सकता हाँ सिस पी थीटा बाय क्यू इंटू सिस 2 पाई बाय क्यू इस तरह लिख सकता हाँ। ये अपना यूज़ करके लिख सकते हाँ बाय यूजिंग दिस प्रॉपर्टी ऑफ सिस। तो थर्ड अपने कोल के दी वैल्यू जो असी सबसीट्यूट की 2 तो के दी जो सबसीट्यूट की 2 वैल्यू फस्ट जी एक्सप्रैशन दे तो साढ़े कोल सिस आ गया पी थीटा प्लस 4 पाई डिवाइडेड बाय क्यू। तो ये अपने को लेके ना जो सिस पी थीटा बाय क्यू इंटू सिस 4 पाई अपॉन क्यू। हुण रजे इत्थों 4 पाई अपॉन जिहड़ा साडे कोल क्यू है मैनूं सानूं पता है कि कॉस थीटा प्लस आयटा साइन थीटा इनू असी ई दी पावर आयटा थीटा भी लिख सकते हैं। कॉस 2 थीटा प्लस आयटा साइन 2 थीटा इनू असी की लिख सकते हैं ई दी पावर आयटा 2 थीटा लिख सकते हैं। तो ई दी पावर आयटा 2 थीटा नूं मैं इस तरह भी लिख सकता हाँ होल पावर 2 दे। तो सानू ये भी पता रहे कि जिहड़ी सिस हुंदा है सिस बराबर हुंदा है सिस थीटा बराबर हुंदा ई दी पावर आयटा थीटा दे। तो इत्थे अपने कोल मैं इसनूं की लिख सकता हाँ सिस थीटा दी पावर 2 इस तरह भी लिख सकता हाँ। तो रजे जिहड़ी अपने कोल आह एंगल दे विच नाल मल्टीप्लीकेशन हुंदी है एंगल दे नाल जो मल्टीप्लाई हुंदी है अपने कोल नंबर उहनूं असीं पावर दे विच भी लिख सकते हाँ। तो यह जिहड़ा अपने कोल सिस 4 पाई इंटू क्यू 4 पाई डिवाइडेड बाय क्यू अपने कोल इहदे विच इसनूं असीं किस तरह लिखिआ सी इहनूं असीं लिखिआ सीगा सिस 2 पाई इहनूं असीं लिखिआ सी सिस 4 पाई बाय क्यू नूं असीं लिखिआ सी सिस 2 इंटू 2 पाई बाय क्यू की फॉर्म के विच। तो जिहड़ा हा 2 है इनू मैं इस तरह भी लिख सकता हाँ सिस 2 पाई बाय क्यू की पावर 2। हुण जदों असीं आपां जदों सिस नूं असीं ओपन करांगे तो साडे कोल जिहड़ा है आह जिहड़ा एंगल दे नाल मल्टीप्लाई हो जाएगा तो की बन जाएगा 4 पाई बाय क्यू बन जाएगा। तो इसलिए मैं सिस 4 पाई बाय क्यू की जगह ते की लिख सकता हाँ सिस 2 पाई बाय क्यू दा स्क्वायर। ये मैं क्यों लिख रहा हाँ ये तुहानूं हुणी पता चल जाएगा क्योंकि मैं इत्थे एक प्रॉपर्टी जिहड़ी आ वो भी तुहानूं डिफाइन करनी है बाय यूजिंग दिस। हुण जे इसे तरह ही असीं जिहड़ी के दी वैल्यूज़ ने वो भरते जावांगे ते साडे कोल जिहड़े आह एक्सप्रैशन जिहड़ी आउंदे जाणगे रूट्स आउंदे जाणगे। तां हुण असीं जगर रीजन मैं तुहानूं दस्सां कि मैं क्यों जिहड़ी है इस तरह इस टर्म ਦੇ ਵਿੱਚ ਇਹਨਾਂ ਨੂੰ ਤੋੜ ਕੇ ਲਿਖਿਆ ਸਿਸ ਇਨਟੂ ਸਿਸ ਫਾਰਮ ਦੇ ਵਿੱਚ। ਤਾਂ ਉਹਦਾ ਰੀਜ਼ਨ ਇਹ ਹੈ ਕਿ ਰਜੇ ਜੇ ਤੁਸੀਂ ਦੇਖੋ ਤਾਂ ਜਿਹੜੀ ਆ ਸਾਡੇ ਕੋਲ ਐਕਸਪ੍ਰੈਸ਼ਨ ਆ ਸਾਰੀ ਜਦੋਂ ਅਸੀਂ रूट आ रूट्स ने साढ़े को जो के फस्ट रूट 0th रूट फस्ट रूट सैकेंड रूट इदा असीं रूट फाइंड आउट करांगे तो एंड ते के दी वैल्यू कितनी भरांगे के -1 भरांगे। तो अपने को कितना जू सिस पी थीटा प्लस 2 पाई तो इत्थे क्या जू क्यू -1 डिवाइडेड बाय क्यू अपने को ये आ जूगा किहड़ा रूट आ जू क्यूथ रूट आ गया है ना। आपने को किसी जीरोथ रूट अपने को फस्ट रूट आ गया सैकेंड रूट आ गया तो आपने को क्यूथ रूट आ गया। तो आप देखांगे रजे जदों असी इन्हां सारे रूट्स नूं अगर असी लाइन दे विच लिख लीए एक लाइन दे विच सीरीज़ दे विच लिख लीए तो अपने को की आ गया सिस पी थीटा बाय क्यू कॉमा सिस पी थीटा बाय क्यू इंटू सिस 2 पाई बाय क्यू तो अपने को सैकेंड रूट की आ वाला वो आ जाओ अपने को सिस पी थीटा बाय क्यू इंटू सिस 2 पाई बाय क्यू दी पावर स्क्वायर। तो जो असी अगला लिखांगे रजे नैक्सट असी रूट लिखांगे इस तरह सारे रूट असी लिख लाँगे क्यू रूट जिहड़े ने आपां लिख रहे ने क्यू -1 टर्म तिकर जावांगे। तो अपने कोल रजे इत्थे की बन रही है इत्थे बन रही है अपने कोल जीपी सीरीज़। तो कॉमन रेशो कितनी बन रही है कॉमन रेशो इस सीरीज़ की जिहड़ी बन रही है वो की बन रही है अपने कोल वो बन रही है रजे सिस 2 पाई बाय क्यू ये अपने को आ गया कॉमन रेशो आ गया इस सीरीज़ की। तो असीं कहांगे जिहड़े क्यूथ रूट जिहड़े ने वो अपने कोल की ने इन जीपी ने तो उन्हां दी कॉमन रेशो कितनी है वो हैगी अपने कोल 2 पाई अपॉन
ਕਿਊ। ਇਹ ਤਾਂ ਕਰਕੇ ਮੈਂ ਜਿਹੜਾ ਇਸ ਨੂੰ ਇਸ ਤਰ੍ਹਾਂ ਲਿਖਿਆ ਸੀ ਤਾਂ ਕਿ ਤੁਹਾਨੂੰ ਜਿਹੜਾ ਮੈਂ ਦੱਸ ਸਕਾਂ ਇੱਕ ਇਸ ਰਿਜ਼ਲਟ ਬਾਰੇ। ਤਾਂ ਰਾਜੇ ਆਹ ਸਾਡੇ ਕੋਲ ਕਿਹੜੇ ਕੀ ਆ ਗਏ ਨੇ, ਇਹ ਆ ਗਏ ਨੇ ਆਪਣੇ ਕੋਲ ਕਿਊ ਰੂਟਸ ਆ ਗਏ ਨੇ। ਤਾਂ ਤੁਸੀਂ ਕੇ ਦੀ ਵੈਲਿਊਜ਼ ਜਿਹੜੀਆਂ ਨੇ ਉਹ ਜਿੰਨੀ ਚਾਹੀਦੀ ਉਨੀ ਭਰਦੇ ਜਾਓਗੇ, ਤੁਹਾਡੇ ਕੋਲ ਓਨੇ ਨੰਬਰ ਆਫ ਰੂਟਸ ਜਿਹੜੇ ਆ ਉਹ ਰੂਟਸ ਜਿਹੜੇ ਤੁਹਾਡੇ ਕੋਲ ਆ ਜਾਣਗੇ। ਸਾਡੇ ਕੋਲ ਇੱਕ ਐਗਜ਼ਾਮਪਲ ਹੈ। ਇਹ ਐਗਜ਼ਾਮਪਲ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਫਾਈਂਡ ਦਾ ਰੂਟਸ ਆਫ 1 ਦੀ ਪਾਵਰ 1/4। ਤਾਂ ਫੋਰਥ ਰੂਟ ਜਿਹੜਾ ਪਤਾ ਕਰਨਾ ਹੈ ਇਸ ਯੂਨਿਟੀ ਦਾ। ਤਾਂ ਇਹਨੂੰ ਕਰਨ ਦੇ ਰਾਜੇ ਦੋ ਮੈਥਡ ਨੇ। ਮੈਥਡ 1 ਕੀ ਹੈ, ਸਿੰਪਲੀ ਜਿਹੜਾ ਆਪਾਂ ਕੀ ਕਰਾਂਗੇ 1 ਦੀ ਪਾਵਰ 1/4 ਨੂੰ ਸਬਸਟੀਟਿਊਟ ਕਰ ਦਾਂਗੇ x ਦੇ ਇਕੁਅਲ। ਤਾਂ ਸਾਡੇ ਕੋਲ x ਦੀ ਪਾਵਰ 4 ਇਜ਼ ਇਕੁਅਲ ਟੂ ਕਿਹਦੇ ਆ ਜੋ 1 ਦੇ, ਤੇ x ਦੀ ਪਾਵਰ 4 ਮਾਈਨਸ 1 ਕਿੰਨਾ ਆ ਗਿਆ 0 ਦੇ। ਫਸਟ ਮੈਥਡ ਕੀ ਹੈ, ਬਾਈ ਫੈਕਟਰਾਈਜੇਸ਼ਨ ਅਸੀਂ ਸੋਲਵ ਕਰ ਸਕਦੇ ਹਾਂ। ਤਾਂ ਆਪਣੇ ਕੋਲ ਕਿੰਨੇ ਫੈਕਟਰ ਬਣ ਗਏ x ਸਕੁਅਰ ਮਾਈਨਸ 1 x ਸਕੁਅਰ ਪਲੱਸ 1 ਇਜ਼ ਇਕੁਅਲ ਟੂ 0 ਦੇ। ਤਾਂ ਇੱਥੋਂ ਸਾਡੇ ਕੋਲ x ਸਕੁਅਰ ਮਾਈਨਸ 1 ਵੀ 0 ਆ ਸਕਦਾ ਹੈ ਤੇ x ਸਕੁਅਰ ਪਲੱਸ 1 ਵੀ 0 ਆ ਸਕਦਾ ਹੈ। ਤਾਂ ਰੂਟ ਆਪਣੇ ਕੋਲ ਕੀ ਬਣ ਗਏ, x ਜਾਂ ਤਾਂ ਕੀ ਹੋਊਗਾ ਆਪਣੇ ਕੋਲ ਪਲੱਸ ਮਾਈਨਸ 1 ਤੇ ਜਾਂ ਫਿਰ x ਕੀ ਹੋਊਗਾ ਪਲੱਸ ਮਾਈਨਸ ਆਇਟਾ। ਤਾਂ ਆਪਣੇ ਕੋਲ 4 ਰੂਟ ਕਿੰਨੇ ਆ ਗਏ 1 ਮਾਈਨਸ 1 ਆਇਟਾ ਮਾਈਨਸ ਆਇਟਾ, ਇਹ ਆਪਣੇ ਕੋਲ 4 ਰੂਟ ਆ ਗਏ। ਤਾਂ ਫੋਰਥ ਰੂਟ ਜਿਹੜੇ 4 ਰੂਟ ਨੇ ਆਪਣੇ ਕੋਲ ਕਿੰਨੇ ਆ ਗਏ 1 ਮਾਈਨਸ 1 ਆਇਟਾ ਮਾਈਨਸ ਆਇਟਾ। ਇਹ ਤਰ੍ਹਾਂ ਜੇ ਅਸੀਂ ਫਾਈਂਡ ਆਊਟ ਕੀਤਾ ਮੈਥਡ 1 ਦੇ ਨਾਲ। ਮੈਥਡ 2 ਕੀ ਹੈ, ਜਿਹੜਾ ਅਸੀਂ ਹੁਣੀ ਸਿੱਖਿਆ ਜਿਹੜੀ ਡੀ ਮੋਇਵਰਸ ਥਿਊਰਮ ਅਸੀਂ ਪੜ੍ਹੀ ਹੈ ਉਹਦਾ ਯੂਜ਼ ਕਰਕੇ। ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਿਹਾ ਗਿਆ ਸੀ 1 ਦੇ ਜਿਹੜੇ ਫੋਰਥ ਰੂਟ ਪਤਾ ਕਰਨਾ ਹੈ। ਤਾਂ ਰਾਜੇ ਤੁਹਾਨੂੰ ਪਤਾ ਹੈ ਕਿ ਜਿਹੜਾ ਸਿਸ 0 ਡਿਗਰੀ ਹੈ ਅਸੀਂ ਉਹਨੂੰ ਕੀ ਲਿਖ ਸਕਦੇ ਹਾਂ 1। ਮੈਂ ਆਲਰੇਡੀ ਇਹ ਜਿਹੜਾ ਆਪਣੇ ਕੋਲ ਸਿਸ ਦੀਆਂ ਜਿਹੜੀ ਵੈਲਿਊਜ਼ ਨੇ ਉਹ ਤੁਹਾਨੂੰ ਕਰਵਾਈਆਂ ਸੀ। ਸਿਸ 0 ਡਿਗਰੀ, ਸਿਸ ਪਾਈ ਬਾਈ 2, ਸਿਸ ਮਾਈਨਸ ਪਾਈ ਬਾਈ 2, ਇਹ ਸਾਰੀ ਵੈਲਿਊਜ਼ ਅਸੀਂ ਦੱਸੀਆਂ ਸੀ। ਤਾਂ 1 ਦੀ ਜਗ੍ਹਾ 'ਤੇ ਇਹੀ ਮੈਥਡ ਹੈ ਕੁਐਸਚਨ ਨੂੰ ਸੋਲਵ ਕਰਨ ਦਾ। ਜਿੱਥੇ 1 ਹੋਵੇ ਉੱਥੇ ਅਸੀਂ ਸਿਸ 0 ਡਿਗਰੀ ਲਿਖ ਸਕਦੇ ਹਾਂ। ਤਾਂ ਉਹਦੀ ਪਾਵਰ ਕਿੰਨੀ ਆ 1/2। ਹੁਣ ਅਸੀਂ ਕੀ ਕਰਨਾ ਹੈ, ਅਸੀਂ ਹੁਣ ਪ੍ਰੋਸੀਜਰ ਨੂੰ ਫੋਲੋ ਕਰਨਾ ਹੈ। ਜਿਹੜਾ ਅਸੀਂ ਪ੍ਰੋਸੀਜਰ ਪੜ੍ਹਿਆ ਸੀ ਕਿ ਸਟੈਪ 1 ਸੀ ਸਾਡੇ ਕੋਲ ਸਭ ਤੋਂ ਪਹਿਲਾਂ ਐਲੀਮੀਨੇਟ ਕਰੋ p ਨੂੰ। p ਤਾਂ ਆਲਰੇਡੀ ਐਲੀਮੀਨੇਟ ਹੈ 1। ਹੁਣ ਇਹ ਆਪਣੇ ਕੋਲ ਕਿਊ ਕਿੰਨਾ ਹੈ, ਕਿਊ ਆਪਣੇ ਕੋਲ 4 ਹੈ। ਤਾਂ ਨੰਬਰ ਆਫ ਰੂਟਸ ਵੀ ਕਿੰਨੇ ਹੋਣਗੇ, ਨੰਬਰ ਆਫ ਰੂਟਸ ਵੀ ਕਿੰਨੇ ਹੋਣਗੇ 4 ਹੀ ਹੋਣਗੇ। ਜਿੰਨੀ ਕਿਊ ਦੀ ਵੈਲਿਊ ਉਨੇ ਹੀ ਨੰਬਰ ਆਫ ਰੂਟਸ ਹੋਣਗੇ। ਨੰਬਰ ਆਫ ਰੂਟਸ ਦੇ ਵਿੱਚ p ਦੀ ਕੋਈ ਵੀ ਇੰਪੋਰਟੈਂਸ ਨਹੀਂ ਹੈ। ਤਾਂ ਸਟੈਪ 1 ਆਪਣੇ ਕੋਲ ਆਲਰੇਡੀ ਹੋ ਚੁੱਕਿਆ ਤੇ ਸਟੈਪ 2 ਕੀ ਹੈ ਸਾਡੇ ਕੋਲ, ਸਟੈਪ 2 ਹੈ ਆਪਣੇ ਕੋਲ ਕਿ ਜਿਹੜਾ ਆਪਣੇ ਕੋਲ ਪੀਰੀਅਡ ਹੈ ਉਹਨੂੰ ਐਡ ਕਰੋ। ਤਾਂ ਇਹਦਾ ਪੀਰੀਅਡ ਕਿੰਨਾ ਹੈ ਕਾਸ ਤੇ ਸਾਈਨ ਕੀ ਆਪਣੇ ਕੋਲ ਪੀਰੀਓਡਿਕ ਫੰਕਸ਼ਨ ਹੈ, ਉਹਨਾਂ ਪੀਰੀਅਡ ਹੁੰਦਾ 2πk। ਤਾਂ ਅਸੀਂ ਕੀ ਕਰਾਂਗੇ ਸਿਸ 0 ਡਿਗਰੀ ਪਲੱਸ 2πk, ਸਿਸ 0 ਪਲੱਸ 2πk ਤੇ ਇਹਦੀ ਪਾਵਰ ਕਿੰਨੀ ਆ ਆਪਣੇ ਕੋਲ, ਉਹਦੀ ਪਾਵਰ ਆ ਗਈ 1/4। ਇਹਨਾਂ ਸਾਰਿਆਂ ਦੀ ਪਾਵਰ ਕਿੰਨੀ ਹੈ 1/4 ਆ ਗਈ ਆਪਣੇ ਕੋਲ। ਰਾਜੇ ਹੁਣ ਨੈਕਸਟ ਅਸੀਂ ਕੀ ਕਰਾਂਗੇ, ਇਹਦੀ ਪੂਰੀ ਪਾਵਰ 1/4। ਨੈਕਸਟ ਸਾਡੇ ਕੋਲ ਕੀ ਆ ਗਿਆ ਸਿਸ 2πk ਦੀ ਪਾਵਰ 1/4 ਆ ਗਈ ਆਪਣੇ ਕੋਲ। ਨੈਕਸਟ ਸਾਡੇ ਕੋਲ ਕੀ ਸਟੈਪ ਹੈ, ਨੈਕਸਟ ਅਸੀਂ ਸਟੈਪ 3 ਜਿਹੜਾ ਹੈ ਉਹਦੇ ਵਿੱਚ ਕੀ ਕਰਦੇ ਸੀ ਆਪਾਂ ਫਿਰ ਤੋਂ ਡੀ ਮੋਇਵਰਸ ਥਿਊਰਮ ਅਪਲਾਈ ਕਰਦੇ ਸੀ। ਜਿਹੜੀ 1/4 ਹੈ ਉਹਨੂੰ ਮਲਟੀਪਲਾਈ ਕਰ ਦਿੰਦੇ ਸੀ ਪਾਵਰ ਦੇ ਨਾਲ। ਤਾਂ ਸਾਡੇ ਕੋਲ ਕਿੰਨਾ ਜੋ 2πk ਡਿਵਾਈਡਡ ਬਾਈ 4, ਜਾਂ ਫਿਰ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ ਸਿਸ πk ਡਿਵਾਈਡਡ ਬਾਈ 2 ਲਿਖ ਸਕਦੇ ਹਾਂ। ਹੁਣ ਰਾਜੇ ਆਪਣੇ ਕੋਲ ਜਿਹੜੀ ਆ ਫਾਰਮ ਤਿਆਰ ਹੋ ਚੁੱਕੀ ਹੈ। ਜਸਟ ਅਸੀਂ k ਦੀਆਂ ਵੈਲਿਊਜ਼ ਜਿਹੜੀਆਂ ਸਬਸਟੀਟਿਊਟ ਕਰਨੀਆਂ ਨੇ। ਕਿੰਨੀਆਂ ਵੈਲਿਊ ਸਬਸਟੀਟਿਊਟ ਕਰਨੀਆਂ ਨੇ, ਜਿੰਨੇ ਰੂਟਸ ਨੇ ਉਸ ਤੋਂ ਇੱਕ ਘੱਟ, ਕਿਉਂਕਿ ਅਸੀਂ ਕਿਹਾ ਸੀਗਾ ਕਿ k ਜਿਹੜਾ ਹੈ 0 ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਂਦਾ ਹੈ ਕਿਊ -1 ਤੱਕ ਨੰਬਰ ਆਫ ਟਰਮਸ ਤੱਕ। ਤੇ ਲੇਕਿਨ ਇਹ ਨੰਬਰ ਆਫ ਰੂਟਸ ਕਿੰਨੇ ਨੇ, ਪੂਰੇ ਦੇ ਪੂਰੇ ਇਹ ਕਿਊ ਰੂਟਸ ਨੇ। ਕਿਉਂ 0 ਤੋਂ ਸਟਾਰਟ ਹੁੰਦਾ, 0 ਨੂੰ ਵੀ ਵਿੱਚ ਇਨਕਲੂਡ ਕਰਨਾ ਹੈ। ਤਾਂ ਇੱਥੇ ਆਪਣੇ ਕੋਲ k ਦੀਆਂ ਕਿੰਨੀਆਂ ਵੈਲਿਊਜ਼ ਆ ਜਾਣਗੀਆਂ 0 1 ਤੇ 2 ਤੇ 3, ਕਿਉਂਕਿ ਅਸੀਂ 4 ਰੂਟ ਪਤਾ ਕਰਨੇ ਨੇ ਤਾਂ 3 ਤੱਕ ਜਿਹੜਾ k ਅਸੀਂ ਲਵਾਂਗੇ। ਤਾਂ ਆਪਣੇ ਕੋਲ ਫਸਟ ਐਕਸਪ੍ਰੈਸ਼ਨ ਜਿਹੜਾ ਆ ਚੁੱਕਿਆ ਹੈ। ਇਸ ਤੋਂ ਬਾਅਦ ਅਸੀਂ ਫਸਟ ਐਕਸਪ੍ਰੈਸ਼ਨ 'ਚ k ਦੀ ਵੈਲਿਊ ਸਬਸਟੀਟਿਊਟ ਕਰਾਂਗੇ। ਤਾਂ ਸਾਡੇ ਕੋਲ ਜਿਹੜੇ ਰੂਟਸ ਆ ਜਾਣਗੇ ਉਹ ਕਿਹੜੇ ਆ ਜਾਣਗੇ, ਉਹ ਆ ਜਾਣਗੇ ਸਿਸ 0 ਡਿਗਰੀ ਕਿਉਂਕਿ ਆਪਾਂ k 0 ਹੈ। ਨੈਕਸਟ ਸਿਸ ਆਪਣੇ ਕੋਲ ਕਿੰਨਾ ਆ ਜੂ π/2। ਨੈਕਸਟ ਆਪਣੇ ਕੋਲ ਸਿਸ ਕਿੰਨਾ ਆ ਗਿਆ, ਉਹ ਆ ਗਿਆ ਪਾਈ, ਕਿਉਂਕਿ k ਨੂੰ ਅਸੀਂ 2 ਸਬਸਟੀਟਿਊਟ ਕਰਾਂਗੇ ਤਾਂ 2 ਨਾਲ 2 ਕੈਂਸਲ ਆਊਟ 6 3 π/2। ਤਾਂ ਜਦੋਂ ਸਿਸ ਜਿਹੜੀ 0 ਡਿਗਰੀ ਦੀ ਵੈਲਿਊ ਆਪਣੇ ਕੋਲ ਕਿੰਨੀ ਹੁੰਦੀ ਹੈ 1, ਸਿਸ 0 ਡਿਗਰੀ ਕਿੰਨਾ ਹੁੰਦਾ ਆਪਣੇ ਕੋਲ 1 ਹੁੰਦਾ ਜੀ। ਸਿਸ π/2 ਅਸੀਂ ਕਿੰਨਾ ਪੜ੍ਹਿਆ ਸੀ, ਉਹ ਪੜ੍ਹਿਆ ਸੀ ਆਇਟਾ ਹੁੰਦਾ ਸਾਡੇ ਕੋਲ। ਤੇ ਨੈਕਸਟ ਆਪਣੇ ਕੋਲ ਕਿਸੇ 6π ਆਪਣੇ ਕੋਲ ਕਿੰਨਾ ਹੁੰਦਾ -1, ਕਿਉਂਕਿ ਆਪਾਂ ਨੂੰ ਪਤਾ ਹੈ ਸਿਸ ਥੀਟਾ ਬਰਾਬਰ ਹੁੰਦਾ ਹੈ ਕਾਸ ਥੀਟਾ ਪਲੱਸ ਆਇਟਾ ਸਾਈਨ ਥੀਟਾ ਦੇ। ਤਾਂ ਇੱਥੇ ਥੀਟਾ ਦੀ ਜਿਹੜੀ ਵੈਲਿਊ ਜਿੰਨੀ ਇੱਥੇ ਭਰਾਂਗੇ ਉਨੀ ਹੀ ਇੱਥੇ ਤੇ ਉਨੀ ਇੱਥੇ ਭਰਾਂਗੇ। ਤਾਂ ਤੁਸੀਂ ਵੈਲਿਊ ਸਬਸਟੀਟਿਊਟ ਕਰ ਸਕਦੇ ਹੋ, ਆਲਰੇਡੀ ਆਪਾਂ ਡਿਸਕਸ ਕੀਤਾ ਹੈ। ਸਿਸ 3π/2 ਆਪਣੇ ਕੋਲ ਕਿੰਨਾ ਆ ਗਿਆ 270 ਡਿਗਰੀ, ਉਹ ਆਪਣੇ ਕੋਲ ਕਿੰਨਾ ਹੁੰਦਾ
ਆਇਟਾ ਆਉਂਦਾ। ਇੱਥੇ ਤੁਸੀਂ 270 ਸਬਸਟੀਟਿਊਟ ਜਿਹੜਾ ਉਹ ਕਰਕੇ ਵੀ ਦੇਖ ਸਕਦੇ ਹੋ। ਤਾਂ ਆਪਣੇ ਕੋਲ ਆਹ ਰੂਟਸ ਆ ਗਏ ਨੇ, ਫੋਰਥ ਰੂਟ ਆਫ ਯੂਨਿਟੀ। ਤਾਂ ਦੋਨੇ ਮੈਥਡ ਨਾਲ ਜਿਹੜਾ ਆਂਸਰ ਆਇਆ ਉਹ ਤਾਂ ਸੇਮ ਹੀ ਆਇਆ ਰਾਜੇ, ਪਰ ਪ੍ਰੋਬਲਮ ਕੀ ਹੈ ਕਿ ਜਿਹੜਾ ਫਸਟ ਮੈਥਡ ਹੈ, ਆ ਮੈਥਡ 1 ਹੈ, ਇਹ ਜਦੋਂ ਤੱਕ ਤਾਂ ਅਸੀਂ 2 ਰੂਟ ਫਾਈਂਡ ਆਊਟ ਕਰਨੇ ਆ, 3 ਰੂਟ ਫਾਈਂਡ ਆਊਟ ਕਰਨੇ ਆ, 4 ਰੂਟ ਫਾਈਂਡ ਆਊਟ ਕਰਨੇ ਆ, ਉਦੋਂ ਤੱਕ ਤਾਂ ਇਹ ਬਹੁਤ ਹੀ ਜ਼ਿਆਦਾ ਈਜ਼ੀ ਮੈਥਡ ਹੈ। ਲੇਕਿਨ ਜਦੋਂ ਅਸੀਂ 7th ਰੂਟ ਪਤਾ ਕਰਨਾ ਹੈ, 9th ਰੂਟ ਪਤਾ ਕਰਨਾ ਹੈ, ਉਦੋਂ ਜਿਹੜਾ ਆਹ ਡੀ ਮੋਇਵਰਸ ਥਿਊਰਮ ਦਾ ਮੈਥਡ ਜਿਹੜਾ ਇਹ ਜ਼ਿਆਦਾ ਯੂਜ਼ਫੁਲ ਹੈ। ਇਹ ਮੈਥਡ ਕਿਹੜਾ ਆਪਣੇ ਕੋਲ ਡੀ ਮੋਇਵਰਸ ਥਿਊਰਮ ਵਾਲਾ ਮੈਥਡ ਹੈ, ਅਤੇ ਉਦੋਂ ਇਸ ਮੈਥਡ ਨੂੰ ਜਿਹੜਾ ਅਸੀਂ ਯੂਜ਼ ਕਰਨਾ ਹੈ। ਇਸ ਤਰ੍ਹਾਂ ਹੀ ਯੂਜ਼ ਕਰਨਾ ਹੈ ਕੁਐਸਚਨ ਦੇ ਵਿੱਚ। ਇਹ ਮੈਂ ਤੁਹਾਨੂੰ ਕੁਐਸਚਨ ਜਿਹੜਾ ਕਰਕੇ ਦਿਖਾ ਵੀ ਦਿੱਤਾ। ਤਾਂ ਹੁਣ ਤੱਕ ਅਸੀਂ ਪੜ੍ਹਿਆ ਵੀ ਕਿਸ ਤਰ੍ਹਾਂ ਅਸੀਂ ਡੀ ਮੋਇਵਰਸ ਥਿਊਰਮ ਦੀ ਜਿਹੜੀ ਵਰਤੋਂ ਕਰਕੇ ਫਾਈਂਡ ਆਊਟ ਕਰ ਸਕਦੇ ਹਾਂ ਆਇਟਾ ਦੀ ਜਿਹੜੀ ਪਾਵਰ ਹੈ, ਚਾਹੇ ਉਹ ਫਰੈਕਸ਼ਨ ਹੋਵੇ, ਚਾਹੇ ਉਹ ਪਾਵਰ ਇੰਟੀਜਰ ਹੋਵੇ। ਅਸੀਂ ਸਟਾਰਟ ਕੀਤਾ ਸੀ ਰਾਜੇ ਆਇਟਾ ਤੋਂ, ਇਮੈਜਨਰੀ ਨੰਬਰ ਤੋਂ। ਇਮੈਜਨਰੀ ਨੰਬਰ ਤੋਂ ਸਟਾਰਟ ਕਰਕੇ ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਸੀਗਾ ਕਿ ਕਿਸ ਤਰ੍ਹਾਂ ਅਸੀਂ ਆਇਟਾ ਦੀ ਅਗਰ ਪਾਵਰ ਨੈਚੁਰਲ ਨੰਬਰ ਹੋਵੇ, ਕਿਸ ਤਰ੍ਹਾਂ ਉਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਆਇਟਾ ਸਕੇਅਰ, ਆਇਟਾ ਕਿਊਬ, ਆਇਟਾ 4 ਦੀ ਜਿਹੜੀ ਵੈਲਿਊਜ਼ ਨੇ, ਆਇਟਾ 0 ਦੀ ਵੈਲਿਊਜ਼ ਨੇ ਅਸੀਂ ਫਾਈਂਡ ਆਊਟ ਕੀਤੀਆਂ। ਫਿਰ ਅਸੀਂ ਫਾਈਂਡ ਆਊਟ ਕੀਤਾ ਸੀ ਕਿ ਅਗਰ ਆਇਟਾ ਦੀ ਜਿਹੜੀ ਨੈਗੇਟਿਵ ਪਾਵਰ ਹੋਵੇ, ਕਿਸ ਤਰ੍ਹਾਂ ਉਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਜਿਹੜਾ ਰਾਜੇ ਅਸੀਂ ਫਾਈਂਡ ਆਊਟ ਕੀਤਾ ਵੀ ਜੇ ਆਇਟਾ ਦੀ ਜਿਹੜੀ ਪਾਵਰ ਹੋਵੇ ਉਹ ਫਰੈਕਸ਼ਨ ਦੇ ਵਿੱਚ ਹੋਵੇ ਤਾਂ ਕਿਸ ਤਰ੍ਹਾਂ ਅਸੀਂ ਉਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਉਹ ਅਸੀਂ ਕੀਤਾ ਸੀ ਡੀ ਮੋਇਵਰਸ ਥਿਊਰਮ ਦੀ ਵਰਤੋਂ ਦੇ ਨਾਲ। ਤਾਂ ਸਾਨੂੰ ਅਗਰ ਕੋਈ ਵੀ ਆਇਟਾ ਦੀ ਪਾਵਰ ਆ ਜੇ ਰਾਜੇ ਫਰੈਕਸ਼ਨ ਦੇ ਵਿੱਚ, ਤਾਂ ਅਸੀਂ ਈਜ਼ੀਲੀ ਜਿਹੜਾ ਉਹਨੂੰ ਸੋਲਵ ਆਊਟ ਕਰ ਸਕਦੇ ਹਾਂ। ਸਪੋਜ਼ ਸਾਡੇ ਕੋਲ ਕੋਈ ਐਗਜ਼ਾਮਪਲ ਹੈ ਕਿ ਕਹਿ ਦਿੱਤਾ ਜਾਵੇ ਕਿ ਫਾਈਂਡ ਆਇਟਾ ਦੀ ਪਾਵਰ ਜਿਹੜੀ ਹੈ ਉਹ 1/2 ਹੈ। ਤਾਂ ਅਸੀਂ ਇਹਨਾਂ ਨੂੰ ਕੀ ਕਰਾਂਗੇ, ਡੀ ਮੋਇਵਰਸ ਥਿਊਰਮ ਦੇ ਜਿਹੜੇ ਸਟੈਪਸ ਨੇ, ਪ੍ਰੋਸੀਜਰ, ਉਹਨੂੰ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਆਹ ਵੈਲਿਊਜ਼ ਜਿਹੜੀਆਂ ਲਿਖੀਆਂ ਨੇ ਇਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ। ਅੱਧਾ ਕੁਐਸਚਨ ਇਹਨਾਂ ਵੈਲਿਊਜ਼ ਦੇ ਨਾਲ ਹੀ ਸੋਲਵ ਹੋ ਜਾਂਦਾ ਹੈ। ਆਇਟਾ ਦੀ ਜਗ੍ਹਾ 'ਤੇ ਅਸੀਂ ਕੀ ਲਿਖ ਸਕਦੇ ਹਾਂ, ਅਸੀਂ ਲਿਖ ਸਕਦੇ ਹਾਂ ਸਿਸ π/2 ਅਤੇ ਉਹਦੀ ਪਾਵਰ ਕਿੰਨੀ ਆ ਗਈ 1/2। ਜਦ ਕਿ ਸਾਡਾ ਪਹਿਲਾ ਸਟੈਪ ਕੀ ਹੁੰਦਾ ਸੀ, ਪਹਿਲਾ ਸਟੈਪ ਹੁੰਦਾ ਸੀ ਜਿਹੜੀ ਆਹ ਨਿਊਮੀਨੇਟਰ ਹੈ ਜਿਹਨੂੰ ਅਸੀਂ ਪੀ ਕਿਹਾ ਸੀ, ਉਹਨੂੰ ਅਸੀਂ ਕੀ ਬਣਾਉਣਾ ਹੁੰਦਾ ਸੀ 1। ਇਹਦੇ ਵਿੱਚ ਆਲਰੇਡੀ ਸਾਨੂੰ 1 ਦਿੱਤਾ ਹੋਇਆ, ਤਾਂ ਅਸੀਂ ਸਟੈਪ ਜਿਹੜਾ 2 ਫੋਲੋ ਕਰਾਂਗੇ, ਜਿਹੜਾ ਡੀ ਮੋਇਵਰਸ ਥਿਊਰਮ ਦੇ ਵਿੱਚ ਅਸੀਂ ਪੜ੍ਹਿਆ ਸੀ। ਸਟੈਪ 2 ਕੀ ਕਹਿੰਦਾ ਸੀ, ਸਟੈਪ 2 ਕਹਿੰਦਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਇਹਦੇ ਜਿਹੜੇ ਪੀਰੀਅਡ ਹੈ ਉਹਨੂੰ ਐਡ ਕਰ ਦਿਓ। ਤਾਂ ਅਸੀਂ ਕੀ ਕੀਤਾ, ਪੀਰੀਅਡ ਕਿੰਨਾ ਇਹਦਾ ਸਿਸ π/2 + 2πk ਐਡ ਕਰ ਦਿੱਤਾ ਅਤੇ ਉਹਦੀ ਪਾਵਰ ਕਿੰਨੀ ਹੈ 1/2 ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਨੂੰ ਥੋੜ੍ਹਾ ਜਿਹਾ ਅਰੇਂਜ ਕਰ ਲੈਂਦੇ ਤਾਂ ਸਾਡੇ ਕੋਲ ਆ ਗਿਆ π + 4πk / 2 ਦੀ ਪਾਵਰ 1/2। ਇਹ ਸਾਡੇ ਕੋਲ ਸਟੈਪ 2 ਸੀ। ਸਟੈਪ 3 ਕੀ ਸੀਗਾ ਰਾਜੇ, ਜਦੋਂ ਅਸੀਂ ਪੀਰੀਅਡ ਨੂੰ ਐਡ ਕਰ ਲਿਆ ਉਸ ਤੋਂ ਜਿਹੜੀ ਆਹ ਸਾਡੇ ਕੋਲ 1/q ਹੈ, ਉਹਨੂੰ ਅਸੀਂ ਕੀ ਕਰਨਾ ਸੀ, ਮਲਟੀਪਲਾਈ ਕਰ ਦੇਣਾ ਸੀਗਾ ਇਹਦੇ ਐਂਗਲ ਦੇ ਨਾਲ, ਸਿਸ ਦੇ। ਤਾਂ π + 4πk / ਕਿੰਨਾ ਆ ਜਾਣਾ ਸੀ, 4 ਆ ਜਾਣਾ ਸੀ। ਡੀ ਮੋਇਵਰਸ ਥਿਊਰਮ ਲਗਾ ਕੇ 1/2 ਨੂੰ ਅੰਦਰ ਮਲਟੀਪਲਾਈ ਕਰਤਾ। ਹੁਣ ਜੇ ਇਹ ਤਾਂ ਸਾਡੇ ਕੋਲ ਕੀ ਆ ਗਈ, ਐਕਸਪ੍ਰੈਸ਼ਨ ਆ ਗਈ, ਜਿਸ ਐਕਸਪ੍ਰੈਸ਼ਨ ਦੀ ਵਰਤੋਂ ਦੇ ਨਾਲ ਅਸੀਂ ਅੱਗੇ ਰੂਟਸ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇੱਥੇ ਸਾਨੂੰ ਪਤਾ ਕਿਊ ਦੀ ਵੈਲਿਊ ਕਿੰਨੀ ਹੈ 2, ਤਾਂ ਆਪਣੇ ਕੋਲ ਕਿੰਨੇ ਹੋਣਗੇ 2 ਰੂਟ ਹੋਣਗੇ ਇਸ ਜਿਹੜੀ ਐਕਸਪ੍ਰੈਸ਼ਨ ਦੇ। ਉਹ ਰੂਟ ਕਿਹੜੇ ਕਿਹੜੇ ਹੋਣਗੇ, ਉਹ 0 ਅਤੇ 1 ਜਦੋਂ ਕੇ ਦੀ ਵੈਲਿਊ ਪੁੱਟ ਕਰਾਂਗੇ ਤਾਂ ਸਾਡੇ ਕੋਲ ਜਿਹੜੇ ਰੂਟ ਆਉਣਗੇ ਉਹੀ ਇਸ ਆਇਟਾ ਦੀ ਪਾਵਰ 1/2 ਦਾ ਆਨਸਰ ਹੋਊਗਾ, ਉਹੀ ਇਹਦੇ ਰੂਟ ਹੋਣਗੇ। ਤਾਂ ਕਿੰਨਾ ਆਜੂ ਸਿਸ, ਜਦੋਂ 0 ਪੁੱਟ ਕੀਤਾ ਤਾਂ π/4, ਸਿਸ ਜਦੋਂ ਅਸੀਂ 1 ਪੁੱਟ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ π + 4π/4, ਜਾਂ ਫਿਰ ਇਸ ਨੂੰ ਕੀ ਲਿਖ ਸਕਦੇ ਹਾਂ 5π/4 ਜਿਹੜਾ ਆਪਣੇ ਕੋਲ ਆਨਸਰ ਆ ਗਿਆ। ਤਾਂ ਇਸ ਤਰ੍ਹਾਂ ਜਿਹੜਾ ਅਸੀਂ ਰਾਜੇ ਆਇਟਾ ਦੀ ਜਿਹੜੀ ਫਰੈਕਸ਼ਨ ਹੈ ਉਹ ਪਾਵਰ ਨੂੰ ਵੀ ਸੋਲਵ ਕਰ ਸਕੀ ਡੀ ਮੋਇਵਰਸ ਥਿਊਰਮ ਦੀ ਹੈਲਪ ਦੇ ਨਾਲ। ਤਾਂ ਇਸ ਤਰ੍ਹਾਂ ਹੁਣ ਅਸੀਂ ਕੀ ਕਰਾਂਗੇ, ਨੈਕਸਟ ਜਿਹੜਾ ਸਾਡਾ ਟੌਪਿਕ ਹੈ ਉਹ ਟਰਾਂਸਡੈਂਟਲ ਫੰਕਸ਼ਨ ਹੈ। ਟਰਾਂਸਡੈਂਟਲ ਫੰਕਸ਼ਨ ਰਾਜੇ ਸੈਕਿੰਡ ਲਾਸਟ ਟੌਪਿਕ ਹੈ ਇਸ ਚੈਪਟਰ ਦਾ। ਇਸ ਤੋਂ ਬਾਅਦ ਫੰਡਾਮੈਂਟਲ ਥਿਊਰਮ ਆਫ ਅਲਜੈਬਰਾ ਹੈ। ਤਾਂ ਟਰਾਂਸਡੈਂਟਲ ਫੰਕਸ਼ਨ ਅਸੀਂ ਕਰਾਂਗੇ। ਟਰਾਂਸਡੈਂਟਲ ਫੰਕਸ਼ਨ ਕਰਨ ਤੋਂ ਪਹਿਲਾਂ ਮੈਂ ਆਹ ਸਾਰੀ ਟਰਮਸ ਜਿਹੜੀਆਂ ਰੱਬ ਕਰਦਾ। ਅਸੀਂ ਕਈ ਸਾਰੀ ਐਕਸਪੈਂਸ਼ਨਸ ਜਿਹੜੀਆਂ ਰਾਜੇ ਪੜ੍ਹੀਆਂ ਸੀ, ਜਿਸ ਤਰ੍ਹਾਂ e ਦੀ ਪਾਵਰ x, ਇਹਦੀ ਐਕਸਪੈਂਸ਼ਨ ਹੈ ਸਾਡੇ ਕੋਲ 1 + x ਦੀ ਪਾਵਰ 1/1 ਫੈਕਟੋਰੀਅਲ + x ਦੀ ਪਾਵਰ 2/2 ਫੈਕਟੋਰੀਅਲ + x ਦੀ ਪਾਵਰ 3/3 ਫੈਕਟੋਰੀਅਲ + x ਦੀ ਪਾਵਰ 4/4 ਫੈਕਟੋਰੀਅਲ ਸੋ ਔਨ x ਦੀ ਪਾਵਰ n/n ਫੈਕਟੋਰੀਅਲ ਅਪ ਟੂ ਸੋ ਐਨ। ਇਸ ਅਸੀਂ ਐਕਸਪੈਂਸ਼ਨਸ ਕੀਤੀਆਂ ਸੀ, ਜਿਵੇਂ e ਦੀ x ਦੀ ਐਕਸਪੈਂਸ਼ਨ ਹੋ ਗਈ, ਸਾਈਨ x ਦੀ ਐਕਸਪੈਂਸ਼ਨ ਕੀ ਸੀ ਸਾਡੇ ਕੋਲ, ਉਹ ਸੀਗੀ ਆਪਣੇ ਕੋਲ x ਦੀ ਪਾਵਰ 1/1 ਫੈਕਟੋਰੀਅਲ -x ਦੀ ਪਾਵਰ 3/3 ਫੈਕਟੋਰੀਅਲ x ਦੀ ਪਾਵਰ 5/5 ਫੈਕਟੋਰੀਅਲ x ਦੀ ਪਾਵਰ ਜਿਹੜੀ 7 ਫੈਕਟੋਰੀਅਲ ਅਪ ਟੂ ਸੋ ਐਨ। ਅਤੇ cos x ਦੀ ਐਕਸਪੈਂਸ਼ਨ ਸਾਡੇ ਕੋਲ ਕਿੰਨੀ ਸੀ, ਉਹ ਸੀਗੀ ਆਪਣੇ ਕੋਲ 1 - x ਦੀ ਪਾਵਰ 2/2 ਫੈਕਟੋਰੀਅਲ
प्लस एक्स दी पावर 4 अपॉन 4 फैक्टोरियल माइनस एक्स दी पावर 6 अपॉन 6 फैक्टोरियल प्लस एक्स दी पावर 8 अपॉन 8 फैक्टोरियल ਮਾਈਨਸ ਇਦਾਂ ਅਸੀਂ ਚੱਲਦੇ ਜਾਵਾਂਗੇ। ਤਾਂ ਜੇ ਇਹ ਅਸੀਂ ਐਕਸਪੈਂਸ਼ਨਸ ਪੜ੍ਹੀਆਂ ਸੀਗੀਆਂ ਕਦੋਂ, ਜਦੋਂ ਸਾਡੇ ਕੋਲ e ਦੀ ਪਾਵਰ x ਹੋਵੇ, ਸਾਈਨ ਦੀ ਐਂਗਲ ਦੇ ਵਿੱਚ x ਹੋਵੇ, ਕਾਸ ਦੇ ਐਂਗਲ ਦੇ ਵਿੱਚ x ਹੋਵੇ। ਤਾਂ ਇਹ ਉਦੋਂ ਬਣੀਆਂ ਸੀ ਜਦੋਂ x ਐਜ਼ ਅ ਵੇਰੀਏਬਲ ਅਸੀਂ ਯੂਜ਼ ਕਰਦੇ ਸੀਗੇ ਕਿੰਨਾ ਵਿੱਚ ਆ ਈ ਫੰਕਸ਼ਨ ਐਕਸਪੋਨੈਂਸ਼ੀਅਲ ਦੇ ਵਿੱਚ ਸਾਈਨ, ਕੋਸਾਈਨ, ਲੌਗ ਇਸ ਤਰ੍ਹਾਂ ਦੇ ਫੰਕਸ਼ਨਸ ਦੇ ਵਿੱਚ। ਲੇਕਿਨ ਹੁਣ ਅਸੀਂ ਗੱਲ ਕਰੀਏ ਟਰਾਂਸਡੈਂਟਲ ਫੰਕਸ਼ਨ ਦੀ। ਟਰਾਂਸਡੈਂਟਲ ਫੰਕਸ਼ਨ ਉਹ ਫੰਕਸ਼ਨ ਹੁੰਦੇ ਨੇ ਜਿਨ੍ਹਾਂ ਫੰਕਸ਼ਨ ਦੇ ਵਿੱਚ ਅਸੀਂ ਐਕਸ ਵੇਰੀਏਬਲ ਦੀ ਥਾਂ 'ਤੇ ਆ ਜਿਹੜਾ ਐਕਸ ਵੇਰੀਏਬਲ ਹੈ ਇਹਦੀ ਥਾਂ 'ਤੇ ਉੱਤੇ ਅਸੀਂ ਪੜਾਂਗੇ ਕੰਪਲੈਕਸ ਨੰਬਰ ਨੂੰ, ਕੰਪਲੈਕਸ ਨੰਬਰ ਵੇਰੀਏਬਲ ਨੂੰ ਅਸੀਂ ਹੁਣ ਯੂਜ਼ ਕਰਾਂਗੇ ਐਕਸ ਦੀ ਥਾਂ 'ਤੇ ਕਿਸ ਨੂੰ ਯੂਜ਼ ਕਰਾਂਗੇ, ਕੰਪਲੈਕਸ ਨੰਬਰ ਵੇਰੀਏਬਲ ਨੂੰ, ਜਿਸ ਤਰ੍ਹਾਂ ਕਿ ਈ ਦੀ ਪਾਵਰ ਜ਼ੈਡ ਹੋ ਗਿਆ, ਲੌਗ ਜ਼ੈਡ ਹੋ ਗਿਆ। ਤਾਂ ਇਸ ਤਰ੍ਹਾਂ ਦੇ ਜਿਹੜੇ ਆਪਾਂ ਫੰਕਸ਼ਨਸ ਜਿਹੜੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਟਰਾਂਸਡੈਂਟਲ ਫੰਕਸ਼ਨਸ, ਜਿਨ੍ਹਾਂ ਫੰਕਸ਼ਨ ਦੇ ਵਿੱਚ ਅਸੀਂ ਐਕਸ ਵੇਰੀਏਬਲ ਦੀ ਥਾਂ 'ਤੇ ਕੰਪਲੈਕਸ ਨੰਬਰ ਐਜ਼ ਅ ਵੇਰੀਏਬਲ ਯੂਜ਼ ਕਰਦੇ ਹਾਂ। ਦੈਟ ਫੰਕਸ਼ਨਸ ਆਰ ਕਾਲਡ ਟਰਾਂਸਡੈਂਟਲ ਫੰਕਸ਼ਨਸ। ਟਰਾਂਸਡੈਂਟਲ ਫੰਕਸ਼ਨ ਦੇ ਵਿੱਚ ਸਭ ਤੋਂ ਅਸੀਂ ਪਹਿਲਾਂ ਪੜਾਂਗੇ ਐਕਸਪੋਨੈਂਸ਼ੀਅਲ ਫੰਕਸ਼ਨਸ ਈ ਦੀ ਪਾਵਰ ਜੋ ਹੈ ਆਪਾਂ ਇਸੇ ਯੂਜ਼ ਕਰਾਂਗੇ ਕੰਪਲੈਕਸ ਨੰਬਰ ਐਜ਼ ਅ ਵੇਰੀਏਬਲ। ਤਾਂ ਰਾਜੇ ਈ ਦੀ ਪਾਵਰ ਜ਼ੈਡ ਜਿਹੜੀ ਹੈ ਉਸ ਸਾਡੇ ਕੋਲ ਕਿਸ ਦੇ ਬਰਾਬਰ ਹੁੰਦੀ ਹੈ, ਉਹ ਅਸੀਂ ਜਿਹੜਾ ਇੱਥੇ ਦੇਖ ਲੈਂਦੇ ਹਾਂ। ਈ ਦੀ ਪਾਵਰ ਸਾਡੇ ਕੋਲ ਬਰਾਬਰ ਹੈ ਸਭ ਤੋਂ ਪਹਿਲਾਂ ਜ਼ੈਡ ਦੀ ਜਗ੍ਹਾ 'ਤੇ ਐਕਸ ਪਲਸ ਆਇਟਾ ਵਾਈ। ਸਾਨੂੰ ਪਤਾ ਹੈ ਜਿੱਥੇ ਵੀ ਅਸੀਂ ਅੜ ਜਾਈਏ ਐਕਸ ਪਲਸ ਆਇਟਾ ਵਾਈ ਜ਼ੈਡ ਦੀ ਵੈਲਿਊ ਅਸੀਂ ਸਬਸਟੀਟਿਊਟ ਕਰਨੀ ਹੈ। ਇਹੀ ਸੇਮ ਅਸੀਂ ਪ੍ਰੋਸੀਜਰ ਕੁਐਸਚਨਸ ਦੇ ਵਿੱਚ ਵੀ ਯੂਜ਼ ਕਰਦੇ ਹਾਂ ਕਿ ਜ਼ੈਡ ਦੀ ਜਗ੍ਹਾ 'ਤੇ ਐਕਸ ਪਲਸ ਆਇਟਾ ਵਾਈ ਸਬਸਟੀਟਿਊਟ ਕਰਤਾ। ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਹਾਂ, ਈ ਦੀ ਪਾਵਰ ਐਕਸ ਇੰਟੂ ਈ ਦੀ ਪਾਵਰ ਆਇਟਾ ਵਾਈ ਇਸ ਨੂੰ ਲਿਖ ਸਕਦੇ ਹਾਂ। ਫਿਰ ਇਸ ਨੂੰ ਲਿਖ ਸਕਦੇ ਹਾਂ ਈ ਦੀ ਪਾਵਰ ਐਕਸ ਇੰਟੂ ਈ ਦੀ ਪਾਵਰ ਆਇਟਾ ਵਾਈ। ਸਾਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਇਹਨੂੰ ਈ ਦੀ ਪਾਵਰ ਆਇਟਾ ਵਾਈ ਨੂੰ ਆਇਲਸ ਥਿਊਰਮ ਦੀ ਮਦਦ ਦੇ ਨਾਲ ਲਿਖ ਸਕਦੇ ਹਾਂ, ਕਾਸ ਵਾਈ ਪਲਸ ਆਇਟਾ ਸਾਈਨ ਵਾਈ। ਆਇਲਸ ਥਿਊਰਮ ਅਸੀਂ ਆਲਰੇਡੀ ਡਿਸਕਸ ਕੀਤੀ ਹੈ ਲਾਸਟ ਵੀਡੀਓਜ਼ ਦੇ ਵਿੱਚ। ਹੁਣ ਸਾਡੇ ਕੋਲ ਈ ਦੀ ਪਾਵਰ ਜ਼ੈਡ ਕਿਸ ਦੇ ਬਰਾਬਰ ਆ ਗਿਆ ਜੇ, ਉਹ ਬਰਾਬਰ ਆ ਗਿਆ ਈ ਦੀ ਐਕਸ ਕਾਸ ਵਾਈ ਪਲਸ ਈ ਦੀ ਐਕਸ ਸਾਈਨ ਵਾਈ ਅਤੇ ਨਾਲ ਇਹਨਾਂ ਦੇ ਕੀ ਲੱਗੂਗਾ ਆਇਟਾ। ਤਾਂ ਇਹ ਅਸੀਂ ਪੜ੍ਹ ਲਿਆ ਕਿ ਈ ਦੀ ਜ਼ੈਡ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਲਿਖ ਸਕਦੇ ਹਾਂ, ਈ ਦੀ ਐਕਸ ਕਾਸ ਵਾਈ ਪਲਸ ਈ ਦੀ ਐਕਸ ਸਾਈਨ ਵਾਈ ਆਇਟਾ ਦੀ ਫਾਰਮ ਦੇ ਵਿੱਚ। ਹੁਣ ਜੇ ਅਸੀਂ ਗੱਲ ਕਰੀਏ ਕਿ ਅਸੀਂ ਇੱਥੇ ਰੀਅਲ ਅਤੇ ਇਮੈਜਨਰੀ ਪਾਰਟ ਜਿਹੜਾ ਈ ਦੀ ਜ਼ੈਡ ਦਾ ਫਾਈਂਡ ਆਊਟ ਕਰਨਾ ਹੈ। ਤਾਂ ਰੀਅਲ ਪਾਰਟ ਸਾਨੂੰ ਪਤਾ ਹੈ ਕੀ ਹੋਵੇਗਾ ਇਸਦਾ, ਈ ਦੀ ਪਾਵਰ ਐਕਸ ਕਾਸ ਵਾਈ। ਇਹ ਆਪਣੇ ਕੋਲ ਕੀ ਹੋਵੇਗਾ, ਰੀਅਲ ਪਾਰਟ ਆਫ ਈ ਦੀ ਜ਼ੈਡ। ਅਤੇ ਜਿਹਦੇ ਨਾਲ ਆਇਟਾ ਲੱਗਿਆ ਹੋਵੇ ਉਹ ਪਾਰਟ ਕੀ ਹੁੰਦਾ ਹੈ, ਉਹ ਪਾਰਟ ਹੁੰਦਾ ਆਪਣੇ ਕੋਲ ਇਮੈਜਨਰੀ ਪਾਰਟ। ਤਾਂ ਇਮੈਜਨਰੀ ਪਾਰਟ ਆਪਣੇ ਕੋਲ ਕੀ ਹੈ, ਈ ਦੀ ਪਾਵਰ ਜ਼ੈਡ ਦਾ, ਉਹ ਹੈ ਈ ਦੀ ਪਾਵਰ ਐਕਸ ਸਾਈਨ ਵਾਈ। ਤਾਂ ਆਪਾਂ ਇੱਥੇ ਕੀ ਲਿਖ ਲੈਂਦੇ ਹਾਂ, ਇਹਨੂੰ ਅਲੱਗ ਤੋਂ ਸਾਫ਼ ਲਿਖ ਲੈਂਦੇ ਹਾਂ ਕਿ ਰੀਅਲ ਪਾਰਟ ਆਫ ਈ ਦੀ ਜ਼ੈਡ, ਰੀਅਲ ਪਾਰਟ ਆਫ ਈ ਦੀ ਜ਼ੈਡ ਸਾਡੇ ਕੋਲ ਕਿੰਨਾ ਆ ਗਿਆ, ਈ ਦੀ ਐਕਸ ਕਾਸ ਵਾਈ। ਅਤੇ ਇਮੈਜਨਰੀ ਪਾਰਟ ਆਫ ਈ ਦੀ ਜ਼ੈਡ ਸਾਡੇ ਕੋਲ ਕਿੰਨਾ ਆ ਗਿਆ ਜੇ, ਈ ਦੀ ਪਾਵਰ ਐਕਸ ਸਾਈਨ ਵਾਈ। ਆ ਸਾਡੇ ਕੋਲ ਜਿਹੜੇ ਦੋ ਫਾਰਮੂਲੇ ਆ ਗਏ ਨੇ ਇਹ ਕਾਫੀ ਯੂਜ਼ਫੁਲ ਨੇ, ਕੁਐਸਚਨਸ ਦੇ ਵਿੱਚ ਯੂਜ਼ ਹੁੰਦੇ ਨੇ, ਇਹਨਾਂ ਨੂੰ ਯਾਦ ਰੱਖਣਾ ਹੈ। ਤਾਂ ਇਹ ਆਪਣੇ ਕੋਲ ਆ ਗਿਆ ਜੀ, ਆਪਣੇ ਕੋਲ ਆ ਗਿਆ ਰੀਅਲ ਪਾਰਟ ਆਫ ਈ ਦੀ ਜ਼ੈਡ ਅਤੇ ਇਮੈਜਨਰੀ ਪਾਰਟ ਆਫ ਈ ਦੀ ਜ਼ੈਡ। ਐਗਜ਼ਾਮਪਲ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਸਾਨੂੰ ਕੁਐਸਚਨ ਜਿਹੜੇ ਨੇ ਪੁੱਛੇ ਜਾਂਦੇ ਨੇ। ਸਪੋਜ਼ ਸਾਨੂੰ ਕਹਿ ਦੇਣ ਕਿ ਰਾਜੇ ਫਾਈਂਡ ਰੀਅਲ ਪਾਰਟ ਆਫ ਈ ਦੀ ਪਾਵਰ 7 ਪਲਸ 2 ਆਇਟਾ। ਆਪਸ਼ਨਸ ਦੇ ਰੱਖੀਆਂ ਨੇ ਸਾਨੂੰ ਈ ਦੀ ਪਾਵਰ 7, ਬੀ ਆਪਸ਼ਨ ਦੇ ਰੱਖੀ ਹੈ ਈ ਦੀ ਪਾਵਰ 7 ਕਾਸ 2, ਸੀ ਆਪਸ਼ਨ ਦੇ ਰੱਖੀ ਹੈ ਕਾਸ 2 ਅਤੇ ਡੀ ਆਪਸ਼ਨ ਦੇ ਰੱਖਿਆ ਨਨ ਆਫ ਦਿਸ। ਤਾਂ ਰਾਜੇ ਅਸੀਂ ਕਿਸ ਤਰ੍ਹਾਂ ਇਹਨੂੰ ਸੋਲਿਊਸ਼ਨ ਨੂੰ ਫਾਈਂਡ ਆਊਟ ਕਰਾਂਗੇ। ਸੋਲਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਰਾਜੇ, ਅਗਰ ਤੁਸੀਂ ਇਹਨੂੰ ਡਾਇਰੈਕਟ ਯਾਦ ਰੱਖ ਪਾਉਂਦੇ ਹੋ ਤਾਂ ਡਾਇਰੈਕਟ ਦਾ ਆਨਸਰ 1 ਸੈਕਿੰਡ ਦੇ ਵਿੱਚ ਆ ਗਿਆ, ਤੁਹਾਨੂੰ ਜ਼ਿਆਦਾ ਇਹਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ। ਲੇਕਿਨ ਅਗਰ ਤੁਸੀਂ ਇਹਨੂੰ ਯਾਦ ਨਹੀਂ ਰੱਖ ਪਾਉਂਦੇ ਤਾਂ ਤੁਹਾਨੂੰ ਆਹ ਪ੍ਰੋਸੀਜਰ ਫੋਲੋ ਕਰਨਾ ਪੈਣਾ, ਫਿਰ ਤੁਸੀਂ ਇੱਥੇ ਪਹੁੰਚ ਜਾਓਗੇ ਇਹਨਾਂ ਰਿਜ਼ਲਟਸ 'ਤੇ। ਤਾਂ ਬੈਟਰ ਹੈ ਕਿ ਹੌਲੀ ਹੌਲੀ ਜਿਹੜੇ ਇਹ ਆਪਣੇ ਕੋਲ ਰਿਜ਼ਲਟਸ ਨੇ ਇਹਨਾਂ ਨੂੰ ਯਾਦ ਕਰ ਲਓਗੇ ਤਾਂ ਸਾਡੇ ਕੋਲ ਜਿਹੜਾ MCQs ਕਰਨੇ ਈਜ਼ੀ ਹੋ ਜਾਂਦੇ ਨੇ। ਅਸੀਂ ਅਗਰ ਰਿਜ਼ਲਟਸ ਭੁੱਲ ਜਾਂਦੇ ਹਾਂ ਤਾਂ ਸਾਨੂੰ ਪ੍ਰੋਸੀਜਰ ਜਿਹੜਾ ਉਹ ਵੀ ਯਾਦ ਹੋਣਾ ਜ਼ਰੂਰੀ ਹੈ, ਲੇਕਿਨ ਇਹਦੇ ਨਾਲ ਟਾਈਮ ਬਚਦਾ। ਹੁਣ ਅਗਰ ਗੱਲ ਕਰੀਏ ਰੀਅਲ ਪਾਰਟ ਆਫ ਈ ਦੀ ਪਾਵਰ 7 ਪਲਸ 2 ਆਇਟਾ ਦੀ, ਤਾਂ ਇਹ ਜਿਹੜਾ ਫਾਰਮੂਲਾ ਹੈ, ਦੋਨੇ ਰਿਜ਼ਲਟ ਨੇ ਸਾਡੇ ਕੋਲ, ਇਹਨਾਂ ਦੀ ਮਦਦ ਦੇ ਨਾਲ ਅਸੀਂ ਬਿਨਾਂ ਕਿਸੇ ਪੈਨ ਚੱਕੇ ਵੀ ਦੱਸ ਸਕਦੇ ਹਾਂ ਵੀ ਜੇ ਸਾਡਾ ਰੀਅਲ ਪਾਰਟ ਜਿਹੜਾ ਹੈ ਉਹ ਕਿੰਨਾ ਹੈ, ਈ ਦੀ ਪਾਵਰ 7 ਕਾਸ 2 ਹੈ। ਲੇਕਿਨ ਅਗਰ ਅਸੀਂ ਇਹਨੂੰ ਸੋਲਵ ਕਰਨਾ ਹੈ ਤਾਂ ਕਿਸ ਤਰ੍ਹਾਂ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਇਹਨੂੰ ਲਿਖਾਂਗੇ ਈ ਦੀ ਪਾਵਰ 7 ਇੰਟੂ ਈ ਦੀ ਪਾਵਰ 2 ਆਇਟਾ। ਈ ਦੀ ਪਾਵਰ 7 ਐਜ਼ ਇਟ ਇਜ਼ ਲਿਖ ਕਰਾਂਗੇ, ਇਹਨੂੰ ਲਿਖਾਂਗੇ ਕਾਸ 2 ਪਲਸ ਆਇਟਾ ਸਾਈਨ 2। ਫਿਰ ਈ ਦੀ ਪਾਵਰ ਅੰਦਰ ਮਲਟੀਪਲਾਈ ਕਰ ਦਾਂਗੇ, ਆਪਣੇ ਕੋਲ ਬਣ ਜੂ ਕਾਸ 2 ਪਲਸ ਆਇਟਾ ਈ ਦੀ ਪਾਵਰ 7
ਸਾਈਨ 2। ਹੁਣ ਇੱਥੋਂ ਆਪਣੇ ਕੋਲ ਰੀਅਲ ਪਾਰਟ ਕਿੰਨਾ ਆ ਗਿਆ ਰਾਜੇ, ਉਹ ਆ ਗਿਆ e ਦੀ ਪਾਵਰ 7 cos 2। ਤੇ ਇਸੇ ਕੁਐਸਚਨ ਦਾ ਅਗਰ ਇਮੈਜਨਰੀ ਪਾਰਟ ਤੁਹਾਡੇ ਕੋਲ ਪੁੱਛ ਲੈਂਦੇ, ਇਹ ਆਪਣੇ ਕੋਲ ਆ ਗਿਆ e ਦੀ ਪਾਵਰ 7 + 2 ਆਈਟਾ ਦਾ ਰੀਅਲ ਪਾਰਟ। ਇਸੇ ਕੁਐਸਚਨ ਦਾ ਅਗਰ ਇਮੈਜਨਰੀ ਪਾਰਟ ਤੁਹਾਨੂੰ ਪੁੱਛ ਲੈਂਦੇ ਤਾਂ ਆਪਣੇ ਕੋਲ ਇਮੈਜਨਰੀ ਪਾਰਟ ਕਿੰਨਾ ਹੋਣਾ ਸੀ, e ਦੀ ਪਾਵਰ ਸਾਈਨ 2 ਆ ਜਾਣਾ ਸੀ। ਦੋ ਐਗਜ਼ਾਮਪਲਸ ਹੋਰ ਨੇ ਸਾਡੇ ਕੋਲ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਵਿੱਚ ਹੀ। ਕਹਿੰਦੇ ਰੀਅਲ ਪਾਰਟ ਆਫ e ਦੀ ਪਾਵਰ 2 ਆਈਟਾ ਪਤਾ ਕਰੋ। ਤਾਂ ਸਾਨੂੰ ਪਤਾ ਹੈ ਕਿ ਜਿਹੜਾ ਰੀਅਲ ਪਾਰਟ ਆਫ e ਦੀ ਪਾਵਰ z ਸਾਡੇ ਕੋਲ ਹੈ ਉਹ ਬਰਾਬਰ ਹੈ e ਦੀ ਪਾਵਰ z ਸਾਡੇ ਕੋਲ ਕਿਸ ਦੇ ਬਰਾਬਰ ਹੈ ਰਾਜੇ, ਉਹ ਹੈ e ਦੀ ਪਾਵਰ x ਇੰਟੂ cos y ਦੇ। ਤੇ ਇਮੈਜਨਰੀ ਪਾਰਟ ਆਫ e ਦੀ ਪਾਵਰ z ਸਾਡੇ ਕੋਲ ਕਿੰਨਾ ਹੈ, ਉਹ ਬਰਾਬਰ ਹੈ e ਦੀ ਪਾਵਰ sin y ਦੇ। ਤਾਂ ਇਹਨਾਂ ਦੋਨੋਂ ਫਾਰਮੂਲੇਸ ਨੂੰ ਜਿਹੜਾ ਹੈ ਅਸੀਂ ਰਿਜ਼ਲਟਸ ਨੂੰ ਯਾਦ ਰੱਖਣਾ ਹੈ। ਇਹ ਕਿਸ ਤਰ੍ਹਾਂ ਹੈ ਇਹ ਵੀ ਮੈਂ ਤੁਹਾਨੂੰ ਡਿਸਕਸ ਕੀਤਾ। ਤਾਂ ਇਹਨਾਂ ਦੀ ਜਿਹੜਾ ਪ੍ਰੋਸੀਜਰ ਹੈ ਵੀ ਕਿਸ ਤਰ੍ਹਾਂ ਬਣੇ ਉਹ ਵੀ ਅਸੀਂ ਯਾਦ ਰੱਖਣਾ। ਤੇ ਡਾਇਰੈਕਟ ਜਿਹੜੇ ਰਿਜ਼ਲਟ ਜੇ ਯਾਦ ਹੋ ਜਾਣ ਤਾਂ ਉੱਥੇ ਆਪਣਾ ਟਾਈਮ ਹੀ ਜਿਹੜਾ ਬਚੂਗਾ। ਤਾਂ ਜੇ ਰੀਅਲ ਪਾਰਟ ਆਫ e ਦੀ ਪਾਵਰ 2 ਆਈਟਾ, ਤਾਂ ਸਾਨੂੰ ਪਤਾ ਇੱਥੇ x ਕਿੰਨਾ 0 ਤੇ y ਕਿੰਨਾ ਆਪਣੇ ਕੋਲ 2। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ, cos 2 ਆਨਸਰ ਆ ਗਿਆ। ਨੈਕਸਟ ਆ ਦੇਖੋ ਸਾਡੇ ਕੋਲ ਕਿਹਾ ਗਿਆ ਕਿ ਇਮੈਜਨਰੀ ਪਾਰਟ ਆਫ e ਦੀ ਪਾਵਰ 7 + 2 ਆਈਟਾ ਪਤਾ ਕਰੋ। ਇਮੈਜਨਰੀ ਪਾਰਟ ਫਾਈਂਡ ਆਊਟ ਕਰਨਾ। ਤਾਂ ਸਾਨੂੰ ਪਤਾ ਇਮੈਜਨਰੀ ਪਾਰਟ ਕੱਢਣ ਦਾ ਫਾਰਮੂਲਾ ਕੀ ਆ, e ਦੀ ਪਾਵਰ x ਕਿੰਨਾ 7, ਤਾਂ e ਦੀ ਪਾਵਰ 7 sin y ਮਤਲਬ sin 2। ਤਾਂ ਬੀ ਆਪਸ਼ਨ ਜਿਹੜੀ ਕਰੈਕਟ ਹੈ। ਤਾਂ ਇਸ ਨਾਲ ਬਹੁਤ ਹੀ ਆਸਾਨੀ ਦੇ ਨਾਲ ਜਿਹੜੇ ਕੁਐਸਚਨਸ ਨੇ ਸੋਲਵ ਆ ਜਾਂਦੇ ਨੇ ਜੇ ਸਾਨੂੰ ਰਿਜ਼ਲਟ ਪਤਾ ਨੇ। ਨਹੀਂ ਤਾਂ ਪ੍ਰੋਸੀਜਰ ਅਸੀਂ ਆਲਰੇਡੀ ਸਾਰਾ ਜਿਹੜਾ ਡਿਸਕਸ ਕਰਦੇ ਹਾਂ ਨਾਲ ਦੀ ਨਾਲ। ਐਕਸਪੋਨੈਂਸ਼ੀਅਲ ਫੰਕਸ਼ਨ ਦੇ ਵਿੱਚ ਹੀ ਸਾਡੇ ਕੋਲ ਇੱਕ ਨੈਕਸਟ ਜਿਹੜਾ ਰਿਜ਼ਲਟ ਹੈ ਰਾਜੇ, ਉਹ ਹੈ ਕਿ e ਦੀ ਪਾਵਰ z ਦਾ ਅਗਰ ਮੋਡੂਲਸ ਫਾਈਂਡ ਆਊਟ ਕਰਨ ਲਈ ਤੁਹਾਨੂੰ ਕਹਿ ਦੇਣ ਕਿ e ਦੀ ਪਾਵਰ z ਹੈ, z ਸਾਡੇ ਕੋਲ ਕੋਈ ਵੀ ਕੰਪਲੈਕਸ ਨੰਬਰ ਹੋ ਸਕਦਾ ਹੈ। ਤਾਂ ਇੱਥੇ 2 + 3 ਆਈਟਾ, 9 + 7 ਆਈਟਾ, ਕੁਝ ਵੀ ਹੋ ਸਕਦਾ। ਤਾਂ ਉਹਦਾ ਜਿਹੜਾ ਅਸੀਂ ਮੋਡੂਲਸ ਫਾਈਂਡ ਆਊਟ ਕਰਨਾ ਹੈ। ਪਹਿਲਾਂ ਅਸੀਂ ਪ੍ਰੋਸੀਜਰ ਦੇਖਦੇ ਹਾਂ, ਫਿਰ ਅਸੀਂ ਰਿਜ਼ਲਟ ਜਿਹੜਾ ਉਹ ਯਾਦ ਰੱਖਾਂਗੇ। ਪ੍ਰੋਸੀਜਰ ਕੀ ਹੈ, ਸਾਨੂੰ ਪਤਾ z ਨੂੰ ਸਭ ਤੋਂ ਪਹਿਲਾਂ ਅਸੀਂ ਕੀ ਸਬਸਟੀਟਿਊਟ ਕਰਦੇ ਹਾਂ, x + ਆਈਟਾ y। ਤਾਂ ਇਹਦਾ ਮੋਡੂਲਸ ਸਾਡੇ ਕੋਲ ਕਿੰਨਾ ਆ ਜਾਏਗਾ, ਉਹ ਆ ਜਾਏਗਾ e ਦੀ ਪਾਵਰ x ਇੰਟੂ ਸਾਨੂੰ ਕੀ ਪਤਾ ਕੀ ਬਣ ਜੂ cos y + ਆਈਟਾ sin y। ਤਾਂ ਇਹਦਾ ਕਿੰਨਾ ਆ ਗਿਆ ਰਾਜੇ, e ਦੀ ਪਾਵਰ, ਇਹਨੂੰ ਮਲਟੀਪਲਾਈ ਕਰ ਦਾਂਗੇ e ਦੀ ਪਾਵਰ x ਨੂੰ। ਤਾਂ ਮੈਂ ਡਾਇਰੈਕਟ ਜਿਹੜਾ ਇਹਦਾ ਲਿਖਣ ਲੱਗਿਆ ਹਾਂ, ਆਪਣੇ ਕੋਲ ਕੀ ਆ ਜਾਏਗਾ, e ਦੀ ਪਾਵਰ x cos y ਦਾ ਹੋਲ ਸਕੁਅਰ। ਮੋਡੂਲਸ ਦੀ ਜਿਹੜੀ ਵੈਲਿਊ ਆਪਾਂ ਨੂੰ ਪਤਾ ਰੀਅਲ ਪਾਰਟ ਦਾ ਸਕੁਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਅਰ ਹੁੰਦੀ ਹੈ। ਤਾਂ sin y ਦਾ ਸਕੁਅਰ ਆ ਗਿਆ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, e ਦੀ ਪਾਵਰ 2x ਮੋਡੂਲਸ ਆਪਣੇ ਕੋਲ ਹੈਗਾ ਹੀ ਹੈ cos ਸਕੁਅਰ y + sin ਸਕੁਅਰ y, e ਦੀ ਪਾਵਰ 2x ਨੂੰ ਕਾਮਨ ਕੱਢ ਲਿਆ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ, ਮੋਡੂਲਸ ਆਫ e ਦੀ ਪਾਵਰ 2x। ਆਨਸਰ ਕਿੰਨਾ ਆ ਗਿਆ ਰਾਜੇ, e ਦੀ ਪਾਵਰ x। ਤਾਂ ਇੱਥੋਂ ਆਪਣੇ ਕੋਲ ਰਿਜ਼ਲਟ ਆ ਗਿਆ ਕਿ ਜਿਹੜਾ ਮੋਡੂਲਸ ਹੁੰਦਾ ਹੈ e ਦੀ ਪਾਵਰ z ਦਾ, ਉਹ ਬਰਾਬਰ ਹੁੰਦਾ ਹੈ ਰਾਜੇ e ਦੀ ਪਾਵਰ x ਦੇ, ਮਤਲਬ e ਦੀ ਪਾਵਰ ਰੀਅਲ ਪਾਰਟ ਦੇ। ਤਾਂ ਇੱਥੋਂ ਅਸੀਂ ਆ ਜਿਹੜਾ ਆਪਣਾ ਰਿਜ਼ਲਟ ਹੈ ਇਹਨੂੰ ਅਸੀਂ ਕੀ ਕਰਨਾ ਹੈ, ਯਾਦ ਰੱਖਣਾ ਹੈ। ਡਾਇਰੈਕਟ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਕੁਐਸਚਨਸ ਨੂੰ ਸੋਲਵ ਕਰਨ ਦੇ ਵਿੱਚ। ਤਾਂ ਆਪਾਂ ਇੱਕ ਕੁਐਸਚਨ ਦੇਖ ਲੈਂਦੇ ਹਾਂ ਰਾਜੇ। ਕੁਐਸਚਨ ਹੈ ਸਾਡੇ ਕੋਲ, ਕਹਿੰਦੇ ਵੀ ਫਾਈਂਡ ਮੋਡੂਲਸ ਆਫ ਜਾਂ ਮੋਡ ਆਫ e ਦੀ ਪਾਵਰ 7 + 2 ਆਈਟਾ। ਆਪਸ਼ਨਸ ਦੇ ਰੱਖੀਆਂ ਨੇ ਸਾਨੂੰ e ਦੀ ਪਾਵਰ 7, ਬੀ ਆਪਸ਼ਨ ਦੇ ਰੱਖੀ e ਦੀ ਪਾਵਰ 2, ਸੀ ਆਪਸ਼ਨ ਦੇ ਰੱਖੀ ਆਪਾਂ ਨੂੰ e ਦੀ ਪਾਵਰ 7 cos 2 ਤੇ ਡੀ ਆਪਸ਼ਨ ਦੇ ਰੱਖੀ ਹੈ ਨਨ ਆਫ ਥੀਸ। ਤਾਂ ਰਾਜੇ ਜੇ ਸਾਨੂੰ ਫਾਰਮੂਲਾ ਡਾਇਰੈਕਟ ਯਾਦ ਹੈ ਤਾਂ ਸਾਨੂੰ ਜਿਹੜਾ ਹੈ 1 ਸੈਕਿੰਡ ਲੱਗਣਾ ਹੈ ਜਿਹੜਾ ਆਨਸਰ ਦੱਸਣ ਦੇ ਵਿੱਚ ਵੀ e ਦੀ ਪਾਵਰ ਜਿਹੜੀ z ਹੁੰਦੀ ਹੈ ਉਹ ਹੀ ਬਰਾਬਰ ਹੁੰਦੀ ਹੈ e ਦੀ ਪਾਵਰ x ਦੇ। ਤਾਂ x ਆਪਣੇ ਕੋਲ ਕਿੰਨਾ 7 ਹੈ, ਤਾਂ ਆਪਸ਼ਨ ਏ ਆਨਸਰ ਆ ਜੂ। ਲੇਕਿਨ ਅਗਰ ਸਾਨੂੰ ਇਹ ਡਾਇਰੈਕਟ ਨਹੀਂ ਯਾਦ, ਅਸੀਂ ਕੀ ਕਰਾਂਗੇ, ਉੱਥੇ ਇਹਨੂੰ ਸੋਲਵ ਆਊਟ ਕਰਾਂਗੇ। ਸਭ ਤੋਂ ਪਹਿਲਾਂ ਇਹੀ ਪ੍ਰੋਸੀਜਰ ਦਾ ਯੂਜ਼ ਕਰਕੇ ਤਾਂ ਆਪਣੇ ਕੋਲ ਜਿਹੜਾ 1 ਮਿੰਟ ਜਾਂ ਫਿਰ 1.5 ਮਿੰਟ ਵੀ ਯੂਜ਼ ਹੋ ਸਕਦਾ ਇਹਨੂੰ ਸੋਲਵ ਕਰਨ 'ਚ। ਤਾਂ ਇਹ ਬਹੁਤ ਹੀ ਯੂਜ਼ਫੁਲ ਜਿਹੜੇ ਰਿਜ਼ਲਟ ਨੇ ਰਾਜੇ, ਇਹਨਾਂ ਨੂੰ ਅਸੀਂ ਯਾਦ ਰੱਖਣਾ। ਡਾਇਰੈਕਟ ਇਹਨਾਂ ਨਾਲ ਕੁਐਸਚਨ ਸੋਲਵ ਹੋ ਜਾਂਦਾ ਤੇ ਬਹੁਤ ਹੀ ਘੱਟ ਸਟੈਪ ਦੇ ਵਿੱਚ ਅਸੀਂ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ। ਕੁਝ ਹੋਰ ਵੀ ਇਸਦੇ ਵਿੱਚ ਜਿਹੜੇ ਰਿਜ਼ਲਟ ਨੇ ਰਾਜੇ ਉਹ ਹੈਗੇ ਆ ਕਿ e ਦੀ ਪਾਵਰ ਅਗਰ -z ਦਾ ਸਾਨੂੰ ਮੋਡੂਲਸ ਫਾਈਂਡ ਆਊਟ ਕਰਨ ਲਈ ਕਹਿ ਦੇਣ, ਤਾਂ e ਦੀ ਪਾਵਰ -z ਦਾ ਜਦੋਂ ਤੁਸੀਂ ਮੋਡੂਲਸ ਫਾਈਂਡ ਆਊਟ ਕਰੋਗੇ ਤਾਂ ਉਹ ਬਰਾਬਰ ਆਊਗਾ e ਦੀ ਪਾਵਰ -x ਦੇ। ਤਾਂ ਇਹ ਵੀ ਰਿਜ਼ਲਟ ਜਿਹੜਾ ਤੁਸੀਂ ਯਾਦ ਰੱਖਣਾ ਹੈ। ਹੁਣ ਗੱਲ ਕਰੀਏ ਐਕਸਪੋਨੈਂਸ਼ੀਅਲ ਦੀ, ਤਾਂ ਰਾਜੇ ਤੁਹਾਨੂੰ ਕਹਿ ਸਕਦੇ ਆ ਵੀ ਆਰਗੂਮੈਂਟ ਪਤਾ ਕਰੋ e ਦੀ ਪਾਵਰ z ਦਾ। ਤਾਂ e ਦੀ ਪਾਵਰ z ਦਾ ਜਿਹੜਾ ਆਰਗੂਮੈਂਟ ਹੈ ਉਹ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਨੇ, ਸਭ ਤੋਂ ਪਹਿਲਾਂ ਅਸੀਂ ਪ੍ਰੋਸੀਜਰ ਦੇਖ ਲੈਂਦੇ ਹਾਂ, ਫਿਰ ਅਸੀਂ ਕੀ ਕਰਾਂਗੇ, ਫਾਈਨਲ ਰਿਜ਼ਲਟ ਜਿਹੜਾ ਲਿਖ ਦਾਂਗੇ। ਤਾਂ ਇਹ ਬਰਾਬਰ ਹੁੰਦਾ ਰਾਜੇ ਆਰਗੂਮੈਂਟ ਆਫ e ਦੀ ਪਾਵਰ x + ਆਈਟਾ y ਦੇ ਇਕੁਅਲ। ਅਸੀਂ z ਦੀ ਵੈਲਿਊ ਜਿਹੜੀ x + ਆਈਟਾ ਫਿਲ ਕਰਤੀ। ਤੇ ਇਹ ਬਰਾਬਰ ਆ ਜੋ e ਦੀ ਆਰਗੂਮੈਂਟ ਆਫ e ਦੀ ਪਾਵਰ x cos y + e ਦੀ ਪਾਵਰ x sin y ਨਾਲ ਮਲਟੀਪਲਾਈ ਕੀ ਹੈ, ਆਈਟਾ।
ਤਾਂ ਹੁਣ ਅਸੀਂ ਕੀ ਕਰਾਂਗੇ, ਇੱਥੋਂ ਆਰਗੂਮੈਂਟ ਫਾਈਂਡ ਆਊਟ ਕਰਾਂਗੇ। ਸਾਨੂੰ ਪਤਾ ਆਰਗੂਮੈਂਟ, ਜਦੋਂ ਸਾਨੂੰ ਪਤਾ ਨਹੀਂ ਵੀ ਕਿਹੜੇ ਐਕਸਿਸ ਦੇ ਉੱਪਰ ਲਾਈ ਕਰਦਾ ਜਾਂ ਕਿਹੜੇ ਕੁਆਡਰੈਂਟ 'ਚ ਲਾਈ ਕਰਦਾ ਆਪਣੀ ਟਰਮ, ਤਾਂ ਆਪਾਂ ਕੀ ਕਰਦੇ ਸੀ, ਅਲਫਾ ਦੇ ਬਰਾਬਰ ਲਿਖ ਦਿੰਦੇ ਸੀ, ਜਿਸ ਦੀ ਵੈਲਿਊ ਹੁੰਦੀ ਸੀ tan ਇਨਵਰਸ y ਅਪੋਨ x ਦਾ ਮੋਡੂਲਸ। ਤਾਂ ਹੁਣ ਇੱਥੇ ਆਹ ਜਿਹੜੀ ਆਰਗੂਮੈਂਟ ਫਾਈਂਡ ਆਊਟ ਕਰਨਾ e ਦੀ ਪਾਵਰ x cos y ਪਲੱਸ e ਦੀ ਪਾਵਰ x sin y ਆਇਟਾ ਦਾ, ਤਾਂ ਇਹ ਬਰਾਬਰ ਕਿਸ ਦੇ ਆਜੂ ਜੀ, ਇਹ ਆਜੂ tan ਇਨਵਰਸ y ਕਿੰਨੀ ਹੈ ਸਾਡੇ ਕੋਲ, e ਦੀ ਪਾਵਰ x sin y ਅਪੋਨ e ਦੀ ਪਾਵਰ x cos y ਦੇ। ਤਾਂ ਕਿਹਦੇ ਕੋਲ ਆ ਗਿਆ, tan ਇਨਵਰਸ tan y ਦੇ ਆਨਸਰ ਕਿੰਨਾ ਆ ਗਿਆ ਸਾਡੇ ਕੋਲ y। ਤਾਂ ਇਹ ਤਾਂ ਬਹੁਤ ਈਜ਼ੀ ਹੈ ਰਾਜੇ ਕਿ ਆਰਗੂਮੈਂਟ ਆਫ e ਦੀ ਪਾਵਰ z ਹੈ ਉਹ ਬਰਾਬਰ ਕਿਸ ਦੇ ਹੁੰਦਾ ਹੈ, y ਦੇ। ਤਾਂ ਇਹ ਵੀ ਰਿਜ਼ਲਟ ਸਾਡੇ ਕੋਲ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਹੈ, ਇਹਨੂੰ ਵੀ ਅਸੀਂ ਜਿਹੜਾ ਯਾਦ ਰੱਖਣਾ ਹੈ, ਮੈਮੋਰਾਈਜ਼ ਕਰ ਲੈਣਾ ਹੈ ਕਿ ਆਰਗੂਮੈਂਟ ਆਫ e ਦੀ ਪਾਵਰ z ਹੈ ਜਿਹੜਾ ਸਾਡੇ ਕੋਲ ਕਿਸ ਦੇ ਇਕੁਅਲ ਹੁੰਦਾ ਹੈ, y ਦੇ ਇਕੁਅਲ ਹੁੰਦਾ ਹੈ। ਤਾਂ ਇਹ ਕੁਝ ਰਿਜ਼ਲਟ ਸੀਗੇ ਜਿਹੜੇ ਐਕਸਪੋਨੈਂਸ਼ੀਅਲ ਦੇ ਰਾਜੇ। ਇੱਕ ਕੁਐਸਚਨ ਵੀ ਦੇਖ ਲੈਂਦੇ ਆ, ਇਹਦੇ ਨਾਲ ਰਿਲੇਟਡ ਐਗਜ਼ਾਮਪਲ ਦੇਖ ਲੈਂਦੇ ਆ। ਐਗਜ਼ਾਮਪਲ ਹੈ ਸਾਡੇ ਕੋਲ, ਕਹਿੰਦੇ ਫਾਈਂਡ ਦਾ ਆਰਗੂਮੈਂਟ ਆਫ e ਦੀ ਪਾਵਰ 7 + 2 ਆਇਟਾ। ਆਪਸ਼ਨਸ ਦੇ ਰੱਖੀਆਂ ਨੇ ਆਪਾਂ ਨੂੰ cos 2, b ਆਪਸ਼ਨ ਦੇ ਰੱਖੀ ਆਪਾਂ ਨੂੰ sin 2, c ਆਪਸ਼ਨ ਦੇ ਰੱਖੀ ਆਪਾਂ ਨੂੰ 2 ਤੇ d ਆਪਸ਼ਨ ਦੇ ਰੱਖੀ ਆ 7। ਤਾਂ ਰਾਜੇ ਇਹ ਜਸਟ ਆਪਾਂ ਨੂੰ 7 ਦੇਖ ਲਓ ਉਲਝਾਉਣ ਵਾਸਤੇ ਲਿਖ ਰੱਖਿਆ, cos 2 ਉਲਝਾਉਣ ਵਾਸਤੇ ਲਿਖ ਰੱਖਿਆ ਕਿ ਹਾਂ ਹੋ ਸਕਦਾ ਸਾਨੂੰ ਜਿਹੜਾ ਹੈ ਇਹਦੇ ਨਾਲ 7 ਵੀ ਲਿਖ ਦੇਣ, ਹੋ ਸਕਦਾ ਇਹਦੇ ਨਾਲ ਸਾਨੂੰ ਕੀ ਲਿਖ ਦੇਣ, 7 ਲਿਖ ਦੇਣ। ਤਾਂ ਇਹ ਜਿਹੜਾ ਹੈ ਉਲਝਾਉਣ ਵਾਸਤੇ ਤੁਹਾਨੂੰ ਜਿੰਨਾ ਉਲਝਾ ਸਕਣ ਓਨਾ ਉਲਝਾਉਣਗੇ। ਤਾਂ ਆਪਾਂ ਨੂੰ ਲੇਕਿਨ ਪਤਾ ਆਰਗੂਮੈਂਟ ਆਫ e ਦੀ ਪਾਵਰ z ਜਿਹੜੀ ਬਰਾਬਰ ਹੁੰਦੀ ਹੈ ਉਹ ਕਿਹਦੇ ਉਹਦੇ ਕੋਲ ਹੁੰਦੀ ਹੈ y ਦੇ। ਤਾਂ y ਇੱਥੇ ਆਪਣੇ ਕੋਲ ਕਿੰਨਾ ਹੈ, 2। ਤਾਂ ਆਨਸਰ ਕਿੰਨਾ ਆ ਜੋ ਆਪਣਾ c। ਤਾਂ ਡਾਇਰੈਕਟ ਜਿਹੜਾ ਆਨਸਰ ਜਿਹੜਾ ਉਹ ਜੇ ਆਪਣੇ ਕੋਲ ਪ੍ਰੋਪਰਟੀਜ਼ ਜਾਂ ਫਿਰ ਰਿਜ਼ਲਟ ਯਾਦ ਨੇ ਤਾਂ ਉਹਦੇ ਨਾਲ ਡਾਇਰੈਕਟ ਅਸੀਂ ਰਿਜ਼ਲਟ ਹੈ ਜਿਹੜਾ ਉਹ ਲਿਖ ਸਕਦੇ ਹਾਂ। ਤਾਂ ਇਹ ਬਹੁਤ ਈਜ਼ੀ ਹੋ ਜਾਂਦਾ। ਇਹ ਸਾਡਾ ਸੀਗਾ ਐਕਸਪੋਨੈਂਸ਼ੀਅਲ ਦਾ ਪਾਰਟ। ਹੁਣ ਅਸੀਂ ਕਰਾਂਗੇ ਲੋਗਰਿਥਮ। ਨੈਕਸਟ ਸਾਡੇ ਕੋਲ ਟ੍ਰਾਂਸਡੈਂਟਲ ਫੰਕਸ਼ਨ ਹੈ ਲੋਗਰਿਥਮਿਕ ਫੰਕਸ਼ਨ। ਅਸੀਂ ਲੌਗ ਦੇ ਨਾਲ x ਵੇਰੀਏਬਲ ਦੀ ਜਗ੍ਹਾ 'ਤੇ ਹੁਣ ਯੂਜ਼ ਕਰਾਂਗੇ z ਨੂੰ ਐਜ਼ ਅ ਕੰਪਲੈਕਸ ਵੇਰੀਏਬਲ। ਤਾਂ ਅਸੀਂ ਤਾਂ ਇਹਦਾ ਰਿਜ਼ਲਟ ਹੀ ਯਾਦ ਰੱਖਣਾ ਰਾਜੇ, ਲੇਕਿਨ ਕਿਸ ਤਰ੍ਹਾਂ ਰਿਜ਼ਲਟ ਬਣੇਗਾ ਉਹ ਪ੍ਰੋਸੀਜਰ ਵੀ ਅਸੀਂ ਜਿਹੜਾ ਹੈ ਦੇਖ ਲੈਂਦੇ ਹਾਂ। ਸਾਨੂੰ ਪਤਾ ਹੈ ਅਸੀਂ ਕੰਪਲੈਕਸ ਨੰਬਰ z ਨੂੰ ਜਿਹੜਾ ਉਹ x + ਆਇਟਾ y ਜਿਹੜਾ ਹੈ ਮੰਨ ਕੇ ਚੱਲਦੇ ਹੁੰਦੇ ਹਾਂ। ਅਤੇ x + ਆਇਟਾ ਦੀ ਅਗਰ ਅਸੀਂ ਪੋਲਰ ਫਾਰਮ ਲਿਖੀਏ ਤਾਂ ਉਹ ਬਰਾਬਰ ਹੁੰਦੀ ਹੈ cos ਥੀਟਾ + ਆਇਟਾ ਸਾਈਨ ਥੀਟਾ ਦੇ। ਅਤੇ ਇੱਥੋਂ ਸਾਨੂੰ ਇਹ ਵੀ ਪਤਾ ਆਇਲਰਸ ਥਿਊਰਮ ਦੀ ਵਰਤੋਂ ਦੇ ਨਾਲ ਅਸੀਂ ਜਿਹੜਾ ਹੈ cos ਥੀਟਾ + ਆਇਟਾ ਸਾਈਨ ਥੀਟਾ ਨੂੰ e ਦੀ ਪਾਵਰ ਆਇਟਾ ਥੀਟਾ ਵੀ ਲਿਖ ਸਕਦੇ ਹਾਂ। ਤਾਂ z ਦੀ ਕਿੰਨੀ ਵੈਲਿਊ ਆ ਗਿਆ ਸਾਡੇ ਕੋਲ, r e ਦੀ ਆਇਟਾ ਥੀਟਾ। ਹੁਣ ਅਸੀਂ log e z ਦੀ ਜਿਹੜੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ log e z ਦੀ ਜਗ੍ਹਾ 'ਤੇ r ਇੰਟੂ e ਦੀ ਪਾਵਰ ਆਇਟਾ ਥੀਟਾ ਸਬਸਟੀਟਿਊਟ ਜਿਹੜਾ ਕਰ ਦਾਂਗੇ। ਅਤੇ ਸਾਨੂੰ ਪਤਾ log m ਇੰਟੂ log n ਬਰਾਬਰ ਹੁੰਦਾ ਹੈ log m + log n ਦੇ। ਤਾਂ ਇੱਥੋਂ ਅਸੀਂ ਜਿਹੜਾ ਹੈ log e r + log e ਦੀ ਪਾਵਰ ਆਇਟਾ ਥੀਟਾ ਜਿਹੜਾ ਅਸੀਂ ਲਿਖ ਲਿਆ। ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਾਂਗੇ ਰਾਜੇ, ਸਾਨੂੰ ਪਤਾ ਹੈ log ਆਫ e r, log ਆਫ e r ਸਾਨੂੰ ਕਿਸ ਨੂੰ ਰਿਪਰਜੈਂਟ ਕਰਦਾ ਹੈ, r ਰਿਪਰਜੈਂਟ ਕਰਦਾ ਹੈ ਮੋਡੂਲਸ ਆਫ z ਨੂੰ, ਮੋਡੂਲਸ ਆਫ z ਨੂੰ ਰਿਪਰਜੈਂਟ ਕਰਦਾ ਹੈ। ਅਤੇ ਸਾਡੇ ਕੋਲ ਥੀਟਾ ਕਿਸ ਨੂੰ ਰਿਪਰਜੈਂਟ ਕਰਦਾ ਹੈ, ਇਹ ਰਿਪਰਜੈਂਟ ਕਰਦਾ ਹੈ ਆਰਗੂਮੈਂਟ ਜਾਂ ਫਿਰ ਐਂਪਲੀਟਿਊਡ ਆਫ z ਨੂੰ। ਇਹ ਦੋਨੇ ਗੱਲਾਂ ਜਿਹੜੀਆਂ ਅਸੀਂ ਧਿਆਨ 'ਚ ਰੱਖਣੀਆਂ, ਸਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਤਾਂ ਰਾਜੇ log e r ਦੀ ਜਗ੍ਹਾ 'ਤੇ ਮੈਂ ਕੀ ਲਿਖ ਸਕਦਾ ਹਾਂ, ਮੋਡ ਆਫ z। ਨੈਕਸਟ ਸਟੈਪ ਦੇ ਵਿੱਚ ਆ ਜੋ r ਹੈ ਇਸ ਦੀ ਜਗ੍ਹਾ 'ਤੇ ਮੋਡ ਆਫ z ਮੈਂ ਜਿਹੜਾ ਲਿਖ ਸਕਦਾ ਹਾਂ। ਉਸ ਤੋਂ ਬਾਅਦ ਰਾਜੇ ਜਿਹੜੀ ਸਾਡੇ ਕੋਲ e ਦੀ ਪਾਵਰ ਆਇਟਾ ਥੀਟਾ ਹੈ ਤਾਂ ਪਾਵਰ ਜਿਹੜੀ ਆ ਉਹ ਇੱਥੇ ਆ ਜਾਏਗੀ, ਅੱਗੇ ਆ ਜਾਏਗੀ। ਤਾਂ ਸਾਡੇ ਕੋਲ ਕੀ ਬਚਿਆ, log e ਦੀ ਪਾਵਰ e। ਅਤੇ log e ਕਿੰਨਾ ਹੁੰਦਾ ਹੈ ਸਾਡੇ ਕੋਲ, ਬਰਾਬਰ ਹੁੰਦਾ ਹੈ 1 ਦੇ। ਤਾਂ ਇੱਥੋਂ ਮੈਂ ਡਾਇਰੈਕਟ ਜਿਹੜਾ ਇਹ ਲਿਖ ਦਿੰਦਾ ਹੈ ਕਿ ਸਾਡੇ ਕੋਲ ਕਿੰਨਾ ਬਚ ਗਿਆ, log e ਮੋਡ ਆਫ z + ਆਇਟਾ ਥੀਟਾ। ਇਹ ਆਪਣੇ ਕੋਲ ਕੀ ਆ ਗਿਆ ਰਾਜੇ, ਰਿਜ਼ਲਟ ਜਿਹੜਾ ਆ ਗਿਆ। ਲੇਕਿਨ ਗੱਲ ਕਰੀਏ ਇੱਥੇ ਸਾਡੇ ਕੋਲ ਥੀਟਾ ਆਰਗੂਮੈਂਟ ਨੂੰ ਰਿਪਰਜੈਂਟ ਕਰਦਾ ਹੈ। ਅਤੇ ਅਸੀਂ ਪੜ੍ਹਿਆ ਸੀ ਆਰਗੂਮੈਂਟ ਜਿਹੜਾ ਦੋ ਤਰ੍ਹਾਂ ਦਾ, ਇੱਕ ਹੈ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ, ਇੱਕ ਅਸੀਂ ਪੜ੍ਹਿਆ ਸੀ ਜਰਨਲ ਵੈਲਿਊ ਆਫ ਆਰਗੂਮੈਂਟ। ਤਾਂ ਰਾਜੇ ਜੇ ਤੁਹਾਨੂੰ ਕਹਿ ਦੇਣ ਫਾਈਂਡ ਦਾ ਪ੍ਰਿੰਸੀਪਲ ਵੈਲਿਊ ਆਫ log e ਆਫ z ਆਪਣੇ ਕੋਲ ਕੋਈ ਵੀ ਕੰਪਲੈਕਸ ਨੰਬਰ ਹੋਵੇ ਅਤੇ ਜੇ ਤੁਹਾਨੂੰ ਪ੍ਰਿੰਸੀਪਲ ਵੈਲਿਊ ਫਾਈਂਡ ਆਊਟ ਕਰਨ ਲਈ ਕਿਹਾ ਜਾਵੇ ਤਾਂ ਆਪਣੇ ਕੋਲ ਜਿਹੜਾ ਰਿਜ਼ਲਟ ਆ ਜਾਏਗਾ ਉਹ ਆ ਜਾਏਗਾ log e ਮੋਡ ਆਫ z + ਆਇਟਾ। ਹੁਣ ਥੀਟਾ ਦੀ ਜਗ੍ਹਾ ਕੀ ਆ ਜਾਊਗਾ, ਪ੍ਰਿੰਸੀਪਲ ਵੈਲਿਊ ਆਫ ਥੀਟਾ ਜਾਂ ਫਿਰ ਆਰਗੂਮੈਂਟ ਆਫ z। ਥੀਟਾ ਦੀ ਜਗ੍ਹਾ 'ਤੇ ਅਸੀਂ ਕੀ ਲਿਖ ਸਕਦੇ ਹਾਂ ਇੱਥੇ, ਆਰਗੂਮੈਂਟ ਆਫ
Z ਵੀ ਲਿਖ ਸਕਦੇ ਹਾਂ। ਵੈਸੇ ਤਾਂ ਸਾਡੇ ਕੋਲ ਜਿਹੜਾ ਰਿਜ਼ਲਟ ਹੈ ਰਾਜੇ ਆ ਵੀ ਆਪਣੇ ਕੋਲ ਇੱਕ ਰਿਜ਼ਲਟ ਹੀ ਬਣ ਚੁੱਕਿਆ ਹੈ ਕਿ log ਜਿਹੜਾ ਹੈ log ਜਿਹੜਾ ਆਪਣੇ ਕੋਲ ਆਹ ਰਿਜ਼ਲਟ ਬਣ ਚੁੱਕਿਆ ਕਿ log EZ ਬਰਾਬਰ ਕਿਸ ਦੇ ਹੈ log mod Z ਪਲੱਸ ਆਇਟਾ ਆਰਗੂਮੈਂਟ ਆਫ Z। ਇਹ ਵੀ ਆਪਣੇ ਕੋਲ ਇੰਪੋਰਟੈਂਟ ਰਿਜ਼ਲਟ ਹੈ। ਲੇਕਿਨ ਅਸੀਂ ਗੱਲ ਕਰੀਏ ਅਗਰ ਪ੍ਰਿੰਸੀਪਲ ਵੈਲਿਊ ਫਾਈਂਡ ਆਊਟ ਕਰਨ ਲਈ ਕਿਹਾ ਜਾਵੇ ਤਾਂ ਸਾਡੇ ਕੋਲ ਜਿਹੜਾ ਰਿਜ਼ਲਟ ਆ ਜਾਏਗਾ ਉਹ ਕੀ ਆ ਜਾਏਗਾ ਆਹ log Z ਦਾ ਮੋਡ ਪਲੱਸ ਆਇਟਾ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z। ਇਹ ਸਾਡੇ ਕੋਲ ਰਿਜ਼ਲਟ ਜਿਹੜਾ ਯਾਦ ਰੱਖਣਾ ਹੈ। ਆਹ ਪਹਿਲਾ ਰਿਜ਼ਲਟ ਹੋ ਗਿਆ ਸਾਡੇ ਕੋਲ। ਆ ਸਾਡੇ ਕੋਲ ਕੀ ਆ ਗਿਆ ਸੈਕਿੰਡ ਰਿਜ਼ਲਟ ਆ ਗਿਆ। ਇਸ ਨੂੰ ਵੀ ਮੈਂ ਬਾਕਸ ਦੇ ਵਿੱਚ ਲਿਖ ਦੇਣਾ ਤਾਂ ਕਿ ਸਾਨੂੰ ਹਾਈਲਾਈਟ ਹੁੰਦਾ ਰਹੇ। ਇਹ ਸੈਕਿੰਡ ਰਿਜ਼ਲਟ ਆ ਗਿਆ ਰਾਜੇ। ਹੁਣ ਤੀਸਰਾ ਰਿਜ਼ਲਟ ਕੀ ਹੈ ਸਾਡੇ ਕੋਲ? ਤੀਸਰਾ ਰਿਜ਼ਲਟ ਜੇ ਸਾਨੂੰ ਕਹਿ ਦੇਣ ਜਰਨਲ ਵੈਲਿਊ ਫਾਈਂਡ ਆਊਟ ਕਰੋ ਕੀ ਕਰਾਂਗੇ ਜਰਨਲ ਵੈਲਿਊ ਆਫ log EZ। ਤਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ ਤਾਂ ਅਸੀਂ ਕੀ ਲਿਖਾਂਗੇ log E mod ਆਫ Z ਪਲੱਸ ਆਇਟਾ ਜਰਨਲ ਵੈਲਿਊ ਆਫ ਆਰਗੂਮੈਂਟ ਆਫ Z। ਇਸ ਤਰ੍ਹਾਂ ਲਿਖ ਦਾਂਗੇ। ਤੇ ਰਾਜੇ ਸਾਨੂੰ ਇਹ ਵੀ ਪਤਾ ਹੈ ਕਿ ਜਰਨਲ ਵੈਲਿਊ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਆ ਉਹ ਫਾਈਂਡ ਆਊਟ ਕਰਦੇ ਆ ਪ੍ਰਿੰਸੀਪਲ ਵੈਲਿਊ ਪਲੱਸ ਮਾਈਨਸ 2n ਪਾਈ। ਇਹ ਅਸੀਂ ਫਾਰਮੂਲਾ ਜਿਹੜਾ ਰਿਜ਼ਲਟ ਜਿਹੜਾ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਤਾਂ ਹੁਣ ਇੱਥੇ ਅਸੀਂ ਕੀ ਲਿਖਾਂਗੇ ਇੱਥੇ ਅਸੀਂ ਲਿਖਾਂਗੇ ਜਰਨਲ ਵੈਲਿਊ ਆਫ log EZ ਜਿਹੜਾ ਬਰਾਬਰ ਹੈ ਸਾਡੇ ਕੋਲ log E mod Z ਪਲੱਸ ਆਇਟਾ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z ਪਲੱਸ 2n ਪਾਈ। ਇਸ ਤਰ੍ਹਾਂ ਵੀ ਅਸੀਂ ਜਿਹੜਾ ਇਸ ਨੂੰ ਲਿਖ ਸਕਦੇ ਹਾਂ। ਤਾਂ ਇੱਥੋਂ ਰਾਜੇ ਸਾਡੇ ਕੋਲ ਜਿਹੜੇ ਆ ਰਿਜ਼ਲਟ ਬਣ ਗਏ ਕਿ ਅਸੀਂ ਕਿਸ ਤਰ੍ਹਾਂ log Z ਪਤਾ ਕਰਨਾ ਹੈ। ਉਹਦਾ ਰਿਜ਼ਲਟ ਆ ਗਿਆ log E Z mod ਪਲੱਸ ਆਇਟਾ ਆਰਗੂਮੈਂਟ ਆਫ Z। ਫਿਰ ਉਸ ਤੋਂ ਬਾਅਦ ਅਗਰ ਸਾਨੂੰ ਕਹਿ ਦੇਣ ਵੀ ਪ੍ਰਿੰਸੀਪਲ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਪ੍ਰਿੰਸੀਪਲ ਵੈਲਿਊ ਜਿਹੜੀ ਫਾਈਂਡ ਆਊਟ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ ਉਸ ਦੇ ਨਾਲ ਆਰਗੂਮੈਂਟ ਆਫ Z ਦੀ ਜਗ੍ਹਾ 'ਤੇ ਕੀ ਫਾਈਂਡ ਆਊਟ ਕਰਾਂਗੇ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z। ਤੇ ਜੇ ਜਰਨਲ ਵੈਲਿਊ ਕਹਿ ਦੇਣ ਤਾਂ ਅਸੀਂ ਕੀ ਕਰਾਂਗੇ ਜਰਨਲ ਵੈਲਿਊ ਫਾਈਂਡ ਆਊਟ ਕਰਾਂਗੇ ਆਰਗੂਮੈਂਟ ਆਫ Z ਦੀ। ਤੇ ਸਾਨੂੰ ਜਰਨਲ ਵੈਲਿਊ ਦਾ ਜਿਹੜਾ ਫਾਰਮੂਲਾ ਵੀ ਪਤਾ ਹੈ ਪ੍ਰਿੰਸੀਪਲ ਵੈਲਿਊ ਪਲੱਸ 2n ਪਾਈ। ਹੁਣ ਜੀ ਜਿਹੜਾ ਆਇਟਾ ਹੈ ਅਗਰ ਇਹਨੂੰ ਅੰਦਰ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲ ਬਣ ਜਾਏਗਾ ਆਇਟਾ ਇੰਟੂ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z ਪਲੱਸ 2n ਪਾਈ ਆਇਟਾ। ਸਾਡੇ ਕੋਲ ਇੱਥੇ ਤਿੰਨ ਰਿਜ਼ਲਟ ਬਣ ਗਏ ਨੇ। ਪਹਿਲਾ ਰਿਜ਼ਲਟ ਸਾਡੇ ਕੋਲ ਬਣ ਗਿਆ log E ਦੀ Z ਇਜ਼ ਇਕਲ ਟੂ log E mod ਆਫ Z ਪਲੱਸ ਆਇਟਾ ਆਰਗੂਮੈਂਟ ਆਫ Z। ਦੂਸਰਾ ਸਾਡੇ ਕੋਲ ਜਿਹੜਾ ਰਿਜ਼ਲਟ ਬਣ ਗਿਆ ਰਾਜੇ ਕਿ ਅਸੀਂ ਅਗਰ ਪ੍ਰਿੰਸੀਪਲ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਉਹ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਆਰਗੂਮੈਂਟ ਆਫ Z ਦੀ ਜਗ੍ਹਾ 'ਤੇ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z ਪਤਾ ਕਰਕੇ। ਕਿਉਂਕਿ ਥੀਟਾ ਦੋ ਤਰ੍ਹਾਂ ਦਾ ਹੁੰਦਾ ਇੱਕ ਪ੍ਰਿੰਸੀਪਲ ਵੈਲਿਊ ਅਤੇ ਇੱਕ ਆਰਗੂਮੈਂਟ ਜਰਨਲ ਵੈਲਿਊ। ਤਾਂ ਜਦੋਂ ਜਰਨਲ ਵੈਲਿਊ ਫਾਈਂਡ ਆਊਟ ਕਰਨੀ ਹੈ ਉਦੋਂ ਸਾਡੇ ਕੋਲ ਜਰਨਲ ਵੈਲਿਊ ਆਫ log EZ ਜਿਹੜਾ ਹੈ ਉਹਦੀ ਵੈਲਿਊ ਕਿੰਨੀ ਆ ਗਈ ਉਹ ਆ ਗਈ log EZ ਪਲੱਸ ਆਇਟਾ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਪਲੱਸ 2n ਪਾਈ ਆਇਟਾ। ਤਾਂ ਜਾਂ ਫਿਰ ਤੁਸੀਂ ਆਹ ਉੱਪਰ ਵਾਲਾ ਰਿਜ਼ਲਟ ਵੀ ਜਿਹੜਾ ਯੂਜ਼ ਕਰ ਸਕਦੇ ਹੋ ਜਿੱਥੇ ਆਇਟਾ ਇੰਟੂ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਪਲੱਸ 2n ਪਾਈ। ਇਹ ਕਿੱਥੋਂ ਆਇਆ ਇਹ ਸਾਨੂੰ ਪਤਾ ਜਰਨਲ ਵੈਲਿਊ ਆਫ ਆਰਗੂਮੈਂਟ ਦਾ ਜਿਹੜਾ ਫਾਰਮੂਲਾ ਹੁੰਦਾ ਪ੍ਰਿੰਸੀਪਲ ਵੈਲਿਊ ਪਲੱਸ 2n ਪਾਈ ਦੇ। ਤਾਂ ਇਹ ਕੁਛ ਜ਼ਿਆਦਾ ਔਖੇ ਫਾਰਮੂਲੇ ਨਹੀਂ ਹੈ ਜਸਟ ਰਿਜ਼ਲਟ ਜਿਹੜੇ ਨੇ ਉਹਨਾਂ ਨੂੰ ਪ੍ਰੈਕਟਿਸ ਕਰਕੇ ਯਾਦ ਰੱਖਣਾ ਹੈ। ਹੁਣ ਜੇ ਅਸੀਂ ਇੱਕ ਜਿਹੜੇ ਆ ਦੋ ਹੋਰ ਰਿਜ਼ਲਟ ਜਿਹੜੇ ਅਸੀਂ ਇੱਥੇ ਜਿਹੜਾ ਪੜ੍ਹ ਰਹੇ ਹਾਂ ਜਿਹੜਾ ਸਾਡੇ ਕੋਲ ਰਿਜ਼ਲਟ ਇਹ ਹੈ ਇਹ ਰਿਜ਼ਲਟ ਦੇ ਵਿੱਚ ਅਸੀਂ ਲਿਖਿਆ ਕਿ log EZ ਜਿਹੜਾ ਬਰਾਬਰ ਹੈ log EZ mod ਪਲੱਸ ਆਇਟਾ ਆਰਗੂਮੈਂਟ ਆਫ Z ਦੇ। ਤਾਂ ਇੱਥੋਂ ਅਸੀਂ ਅਗਰ ਰੀਅਲ ਪਾਰਟ ਆਫ Z ਪਤਾ ਕਰੀਏ ਰੀਅਲ ਪਾਰਟ ਆਫ log EZ ਇਹਦਾ ਰੀਅਲ ਪਾਰਟ ਦੱਸੀਏ ਤਾਂ ਦੱਸਣਾ ਹੋਵੇ ਤਾਂ ਕਿੰਨਾ ਆਜੂ ਉਹ ਆਜੂ log E mod ਆਫ Z ਦੇ ਬਰਾਬਰ। ਤੇ ਜੇ ਅਸੀਂ ਗੱਲ ਕਰੀਏ ਇਮੈਜਨਰੀ ਪਾਰਟ ਆਫ log EZ ਦੀ ਤਾਂ ਉਹ ਸਾਡੇ ਕੋਲ ਕਿੰਨਾ ਆਜੂ ਉਹ ਆਜੂ ਆਰਗੂਮੈਂਟ ਆਫ Z ਦੇ। ਤਾਂ ਰਾਜੇ ਤੁਸੀਂ ਜਿਹੜਾ ਹੈ ਪਤਾ ਕਰਨਾ ਹੈ log E mod ਆਫ Z ਜਦੋਂ ਤੁਹਾਨੂੰ ਕਿਹਾ ਗਿਆ ਰੀਅਲ ਪਾਰਟ ਕੱਢੋ log ਦਾ ਤੇ ਜੇ ਤੁਹਾਨੂੰ ਕਿਹਾ ਗਿਆ ਕਿ ਇਮੈਜਨਰੀ ਪਾਰਟ ਕੱਢੋ ਤਾਂ ਉਦੋਂ ਅਸੀਂ ਕੀ ਪਤਾ ਕਰਨਾ ਹੈ ਆਰਗੂਮੈਂਟ ਪਤਾ ਕਰਨਾ ਹੈ Z ਦਾ। ਤਾਂ ਇਹ ਜਿਹੜਾ ਹੈ ਆਪਣੇ ਕੋਲ ਰਿਜ਼ਲਟਸ ਨੇ ਜਿਨ੍ਹਾਂ ਨੂੰ ਅਸੀਂ ਯਾਦ ਰੱਖਣਾ ਹੈ। ਕਿਸ ਤਰ੍ਹਾਂ ਇਹਨਾਂ ਨੂੰ ਕੁਐਸਚਨ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ ਉਹ ਵੀ ਅਸੀਂ ਜਿਹੜਾ ਹੁਣੀ ਕਰਕੇ ਦੇਖ ਲੈਂਦੇ ਹਾਂ 1 ਬਾਏ 1 ਕੁਐਸਚਨ ਜਿਹੜੇ ਅਸੀਂ ਪ੍ਰੈਕਟਿਸ ਕਰਕੇ ਦੇਖ ਲੈਂਦੇ ਹਾਂ। ਕੁਐਸਚਨ ਕੀ ਰਾਜੇ ਐਗਜ਼ਾਮਪਲ ਆ ਸਾਡੇ ਕੋਲ ਕਹਿੰਦੇ ਵੀ ਫਾਈਂਡ ਦਾ ਵੈਲਿਊ ਆਫ log ਆਇਟਾ ਇਹਦੀ ਵੈਲਿਊ ਪਤਾ ਕਰਨੀ ਹੈ ਤਾਂ ਸਾਨੂੰ ਪਤਾ ਹੈ log ਆਇਟਾ ਸਾਨੂੰ ਪਤਾ ਹੈ ਕਿ Z ਸਾਡੇ ਕੋਲ ਕਿੰਨਾ ਹੈ ਆਇਟਾ ਦੇ ਬਰਾਬਰ ਹੈ। ਤਾਂ ਇੱਥੋਂ ਅਸੀਂ ਕੀ ਸਭ ਤੋਂ ਪਹਿਲਾਂ ਫਾਈਂਡ ਆਊਟ ਕਰਾਂਗੇ log Z ਦਾ ਫਾਰਮੂਲਾ ਸਾਡੇ ਕੋਲ ਕੀ ਸੀ ਉਹ ਸੀ log E mod ਆਫ Z ਪਲੱਸ
ਆਇਟਾ ਆਰਗੂਮੈਂਟ ਆਫ z ਦੇ ਬਰਾਬਰ। ਹੁਣ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਕਿਹੜੀਆਂ log e mod of z ਤੇ ਆਰਗੂਮੈਂਟ ਆਫ z। ਹੁਣ z ਦੀ ਜਗ੍ਹਾ ਤੇ ਇੱਥੇ ਸਾਡੇ ਕੋਲ ਕੀ ਦੇ ਰੱਖਿਆ, ਉਹ ਦੇ ਰੱਖਿਆ ਆਇਟਾ। ਤਾਂ ਆਪਣੇ ਕੋਲ ਫਾਰਮੂਲਾ ਬਣ ਜੂ log e mod of ਆਇਟਾ ਪਲਸ ਆਇਟਾ ਆਰਗੂਮੈਂਟ ਆਫ ਆਇਟਾ। ਤੇ ਰਾਜੇ ਆਰਗੂਮੈਂਟ ਆਫ ਆਇਟਾ, ਆਇਟਾ ਕਿੱਥੇ ਲਾਈ ਕਰਦਾ, ਅਸੀਂ ਆਲਰੇਡੀ ਪੜ੍ਹਿਆ ਸੀ y ਐਕਸਿਸ ਤੇ ਇੱਥੇ ਐਂਗਲ ਕਿੰਨਾ ਹੁੰਦਾ 90 ਡਿਗਰੀ। ਤਾਂ ਆਰਗੂਮੈਂਟ ਆਫ ਆਇਟਾ ਕਿੰਨਾ ਆਪਣੇ ਕੋਲ 90 ਡਿਗਰੀ ਹੈ। ਤੇ ਗੱਲ ਕਰੀਏ ਆਪਾਂ ਮੋਡ ਆਫ ਆਇਟਾ ਦੀ, ਤਾਂ ਮੋਡ ਆਫ ਆਇਟਾ ਆਪਣੇ ਕੋਲ ਕਿੰਨਾ ਆ ਜਾਊਗਾ 1 ਆ ਜਾਊਗਾ। ਤਾਂ ਇੱਥੋਂ ਰਾਜੇ ਆਪਣੇ ਕੋਲ ਬਹੁਤ ਈਜ਼ੀ ਜਿਹੜਾ ਮੈਥਡ ਵੇ ਦੇ ਨਾਲ ਆਪਣੇ ਕੋਲ ਆ ਗਿਆ ਕਿ ਆਪਣੇ ਕੋਲ ਜਿਹੜਾ log e ਮੋਡ ਆਇਟਾ ਉਹ ਕਿੰਨਾ ਆ ਗਿਆ log e ਇੰਟੂ 1 ਪਲਸ ਆਇਟਾ ਆਰਗੂਮੈਂਟ ਆਫ ਆਇਟਾ ਆਪਣੇ ਕੋਲ ਕਿੰਨਾ ਆ ਗਿਆ π/2। ਤਾਂ ਆਨਸਰ ਕਿੰਨਾ ਆ ਗਿਆ log e1 ਆਪਣੇ ਕੋਲ ਕਿੰਨਾ ਹੁੰਦਾ ਹੈ 0 ਹੁੰਦਾ ਹੈ। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ π/2 ਇੰਟੂ ਆਇਟਾ। ਤਾਂ ਬੜੇ ਹੀ ਆਸਾਨੀ ਦੇ ਨਾਲ ਅਸੀਂ ਕੁਐਸਚਨਸ ਜਿਹੜੇ ਸੋਲਵ ਕਰ ਸਕਦੇ ਹਾਂ ਜੇ ਸਾਡੇ ਕੋਲ ਰਿਜ਼ਲਟਸ ਜਿਹੜੇ ਨੇ ਸਾਨੂੰ ਯਾਦ ਹੋਣ। ਤਾਂ ਬਹੁਤ ਆ ਰਿਜ਼ਲਟ ਜੇ ਯਾਦ ਸੀ ਤਾਂ ਅਸੀਂ z ਦੀ ਜਗ੍ਹਾ ਤੇ ਸਿੰਪਲੀ ਆਇਟਾ ਭਰਿਆ ਕਿਉਂਕਿ ਸਾਨੂੰ ਆਇਟਾ ਕਿਹਾ ਗਿਆ ਸੀ। ਜੇ ਇੱਥੇ 2 ਆਇਟਾ ਹੁੰਦਾ ਤਾਂ z ਦੀ ਜਗ੍ਹਾ ਤੇ ਅਸੀਂ 2 ਆਇਟਾ ਭਰ ਦਿੰਦੇ, ਇੱਥੇ 2 ਆਇਟਾ ਫਾਈਂਡ ਆਊਟ ਕਰ ਲੈਂਦੇ, ਆਰਗੂਮੈਂਟ ਆਫ 2 ਆਇਟਾ ਫਾਈਂਡ ਆਊਟ ਕਰ ਲੈਂਦੇ। ਆਰਗੂਮੈਂਟ ਆਫ 2 ਆਇਟਾ ਵੀ ਸਾਡੇ ਕੋਲ ਕੀ ਆਉਣਾ ਸੀਗਾ 90 ਡਿਗਰੀ ਹੀ ਆਉਣਾ ਸੀ। ਇਸੇ ਹੀ ਟੌਪਿਕ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਦੇਖ ਲੈਂਦੇ ਹਾਂ। ਸਾਨੂੰ ਕਿਹਾ ਗਿਆ ਕਿ ਰਾਜੇ ਫਾਈਂਡ log of 1 ਮਾਈਨਸ ਆਇਟਾ, ਇਹਦੀ log ਪਤਾ ਕਰਨਾ ਹੈ। ਤਾਂ ਰਾਜੇ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ log e z ਦਾ ਫਾਰਮੂਲਾ ਕੀ ਹੁੰਦਾ, ਉਹ ਹੁੰਦਾ ਹੈ log e z ਦਾ ਮੋਡ ਪਲਸ ਆਇਟਾ ਆਰਗੂਮੈਂਟ ਆਫ z। ਇਹ ਅਸੀਂ ਆਲਰੇਡੀ ਲਾਸਟ ਕੁਐਸਚਨ ਦੇ ਵਿੱਚ ਵੀ ਯੂਜ਼ ਕੀਤਾ। ਹੁਣ ਅਸੀਂ ਫਾਈਂਡ ਕਰਨਾ ਮੋਡੂਲਸ ਆਫ z ਜਾਂ ਮੋਡ ਆਫ z ਤੇ ਆਰਗੂਮੈਂਟ ਆਫ z। ਮੋਡ ਆਫ z ਜਿਹੜਾ ਸਾਡੇ ਕੋਲ ਉਹ ਆ ਜਾਊਗਾ ਮੋਡ ਆਫ 1 ਮਾਈਨਸ ਆਇਟਾ ਦੇ ਬਰਾਬਰ। ਤੇ ਮੋਡ ਬਰਾਬਰ ਆ ਜਾਊਗਾ ਸਾਡੇ ਕੋਲ 1 ਸਕੁਅਰ ਪਲਸ 1 ਸਕੁਅਰ ਬਰਾਬਰ ਹੈ ਸਕੁਅਰ ਰੂਟ ਆਫ 2 ਦੇ। ਤੇ ਜੇ ਗੱਲ ਕਰੀਏ ਆਰਗੂਮੈਂਟ ਆਫ 1 ਮਾਈਨਸ ਆਇਟਾ ਦੀ, ਔਰ ਅਜੇ ਇਹ ਆਪਣੇ ਕੋਲ ਕਿਹੜੇ ਕੁਆਡਰੈਂਟ ਚ ਲਾਈ ਕਰਦਾ 1 ਮਾਈਨਸ ਆਇਟਾ। ਇਸ ਦੇ ਵਿੱਚ ਅਸੀਂ ਦੇਖੀਏ ਕਿ ਸਾਡੇ ਕੋਲ ਜਿਹੜਾ x ਹੈ 1 ਮਾਈਨਸ 1 ਦੇ ਰੱਖਿਆ, x ਆਪਣੇ ਕੋਲ ਕੀ ਹੈ ਪੋਜ਼ਿਟਿਵ ਤੇ y ਆਪਣੇ ਕੋਲ ਕੀ ਹੈ ਨੈਗੇਟਿਵ। ਤਾਂ ਆਪਣੇ ਕੋਲ 4th ਕੁਆਡਰੈਂਟ ਚ ਲਾਈ ਕਰਦਾ ਹੈ। ਤੇ 4th ਕੁਆਡਰੈਂਟ ਦੇ ਵਿੱਚ ਆਪਣੇ ਕੋਲ ਆਰਗੂਮੈਂਟ ਜਿਹੜਾ ਹੁੰਦਾ ਹੈ ਉਹਦੀ ਵੈਲਿਊ ਹੁੰਦੀ ਹੈ ਮਾਈਨਸ tan ਇਨਵਰਸ y ਅਪੋਨ x। 4th ਕੁਆਡਰੈਂਟ 'ਚ ਸਾਡੇ ਕੋਲ ਜਿਹੜਾ ਆਪਣੇ ਕੋਲ ਅਲਫਾ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਆਪਣੇ ਕੋਲ ਮਾਈਨਸ tan ਇਨਵਰਸ y ਅਪੋਨ x ਦੇ, ਸੌਰੀ ਥੀਟਾ ਜਿਹੜਾ ਬਰਾਬਰ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਮਾਈਨਸ tan ਇਨਵਰਸ y ਅਪੋਨ x ਦੇ। ਤਾਂ ਆਪਣੇ ਕੋਲ ਕਿੰਨਾ ਆ ਗਿਆ ਮਾਈਨਸ tan ਇਨਵਰਸ y ਕਿੰਨਾ ਆਪਣੇ ਕੋਲ -1 ਤੇ x1, ਤਾਂ ਕਿੰਨਾ ਆਂਸਰ ਆ ਗਿਆ ਮਾਈਨਸ π/4 45 ਡਿਗਰੀ ਆ ਗਿਆ। ਹੁਣ ਆਪਣੇ ਕੋਲ ਆਰਗੂਮੈਂਟ ਆਫ z ਵੀ ਆ ਗਿਆ ਤੇ ਮੋਡ ਆਫ z ਵੀ ਆ ਗਿਆ। ਤਾਂ log ਆਫ 1 ਮਾਈਨਸ ਆਇਟਾ ਕਿੰਨਾ ਆ ਗਿਆ ਰਾਜੇ, ਉਹ ਸਾਡੇ ਕੋਲ ਆ ਗਿਆ ਆਪਣੇ ਕੋਲ ਕਿ log e ਮੋਡ ਆਫ z ਕਿੰਨਾ ਸੀ, ਮੋਡ ਆਫ z ਆਪਣੇ ਕੋਲ ਸੀ ਸਕੁਅਰ ਰੂਟ ਆਫ 2 ਤੇ ਇਹ ਇੱਥੋਂ ਆਪਾਂ ਕੀ ਆ ਗਿਆ ਮਾਈਨਸ ਆਇਟਾ π/4। ਇਹ ਆਪਣੇ ਕੋਲ ਕੀ ਆ ਗਿਆ ਰਾਜੇ ਆਂਸਰ ਆ ਗਿਆ। ਤੇ ਜੇ ਤੁਹਾਨੂੰ ਕਹਿ ਦੇਣ ਕਿ ਇਹਦਾ ਰੀਅਲ ਪਾਰਟ ਪਤਾ ਕਰੋ log 1 ਮਾਈਨਸ ਆਇਟਾ ਦਾ, ਤਾਂ log 1 ਮਾਈਨਸ ਆਇਟਾ ਦਾ ਜਿਹੜਾ ਰੀਅਲ ਪਾਰਟ ਹੈ ਆਪਣੇ ਕਿਹਦੇ ਬਰਾਬਰ ਹੁੰਦਾ log ਮੋਡ z ਦੇ। ਤੇ log ਮੋਡ z ਦੀ ਵੈਲਿਊ ਕਿੰਨੀ ਆ ਗਈ, ਉਹ ਵੈਲਿਊ ਆ ਗਈ ਆਹ log e ਮੋਡ ਆਫ 2। ਤੇ ਜੇ ਤੁਹਾਨੂੰ ਕਹਿ ਦੇਣ ਇਮੈਜਨਰੀ ਪਾਰਟ ਪਤਾ ਕਰੋ ਇਹਦਾ log 1 ਮਾਈਨਸ ਆਇਟਾ ਦਾ, ਤਾਂ ਇਮੈਜਨਰੀ ਪਾਰਟ ਬਰਾਬਰ ਹੋਵੇਗਾ ਆਰਗੂਮੈਂਟ ਆਫ z ਦੀ। ਤੇ ਆਰਗੂਮੈਂਟ ਆਫ z ਆਪਣੇ ਕੋਲ ਕਿੰਨਾ ਆ ਗਿਆ, ਉਹ ਆ ਗਿਆ ਆਪਣੇ ਕੋਲ ਮਾਈਨਸ π/4 ਦੇ ਇਕੁਅਲ ਆ ਗਿਆ। ਤਾਂ ਇਸੇ ਤਰ੍ਹਾਂ ਤੁਸੀਂ ਰੀਅਲ ਪਾਰਟ ਇਮੈਜਨਰੀ ਪਾਰਟ ਵੀ ਫਾਈਂਡ ਆਊਟ ਕਰ ਸਕਦੇ ਹੋ log ਦੀ ਫਾਰਮ ਦੇ ਵਿੱਚ। ਤਾਂ ਇਹ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਰਾਜੇ ਆਲਰੇਡੀ। ਤਾਂ ਜਿਹੜਾ ਸਾਡੇ ਕੋਲ ਲਾਸਟ ਜਿਹੜਾ ਪਾਰਟ ਹੈ ਉਹ ਅਸੀਂ ਜਿਹੜੀ ਹੈ ਨੈਕਸਟ ਜਿਹੜਾ ਛੋਟੀ ਵੀਡੀਓ ਬਣਾ ਕੇ ਮੈਂ ਉਹਨੂੰ ਡਿਸਕਸ ਕਰ ਲਵਾਂਗਾ। ਥਿਊਰਮ ਹੀ ਹੈ ਰਾਜੇ ਸਾਡੇ ਕੋਲ ਫੰਡਾਮੈਂਟਲ ਜਿਹੜੀ ਥਿਊਰਮ ਆਫ ਅਲਜੈਬਰਾ ਉਹਨੂੰ ਅਸੀਂ ਡਿਸਕਸ ਕਰ ਲਾਂਗੇ ਵਿਦ ਐਗਜ਼ਾਮਪਲਸ। ਨੈਕਸਟ ਛੋਟੀ ਜਿਹੀ ਵੀਡੀਓ ਬਣ ਜੂਗੀ ਕਿਉਂਕਿ ਇਹ ਆਲਰੇਡੀ ਬਹੁਤ ਹੀ ਜ਼ਿਆਦਾ ਲੰਬੀ ਵੀਡੀਓ ਹੋ ਚੁੱਕੀ ਹੈ। ਤਾਂ ਇਸ ਦੇ ਨਾਲ ਰਿਲੇਟਡ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਣਾ। ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਫੰਡਾਮੈਂਟਲ ਥਿਊਰਮ ਆਫ ਅਲਜੈਬਰਾ। ਧੰਨਵਾਦ।